अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। आऊज़ु बिल्लाहि मिनश शैतानिर रजीम बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम सब्बह लिल्लाहि मा फ़िस समावाति व मा फ़िल अर्द व हुवल अज़ीज़ुल हकीम। या अय्युहल्लज़ीना आमनू लिमा तक़ूलूना मा ला तफ़अलून कबुरा मक़तन इंदल्लाहि अन तक़ूलू मा ला तफ़अलून इन्नल्लाहा युहिब्बुल्लज़ीना युक़ातिलूना फ़ी सबीलिही सफ़्फ़न कअन्नहुम बुनियानुम मरसूस। सदक़ल्लाहुल अलियुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबह। आमीन या रब्बल आलमीन। अजीज दोस्तों, पंजाबी दौरा तर्जमा तफसीरे कुरान दे हवाले नाल असी इस वेले अपनी मजलिस नंबर 111 का आगाज करन लगे हाँ। इसका मतलब यह है कि इस तो पहले साड़ियाँ 110 मजलिसां हो चुकियां और उन्हां 110 मजलिसां दे विच असी अलहमदुलिल्लाह सूरा फातिहा तो लैके ते सूरा मुमतहिना ਇਹਦੀ मतलब है सूरा मुमतहिना दी आखिरी आयत तक असी पढ़ चुके हैं। सूरा मुमतहिना तो अगे जिहड़ा ना वो हुण है सूरा सफ, जेदियां असी आगाज दियां 3 आयतां हुण मैं पढ़ियां वा और इसे तो असी अलहमदुलिल्लाह आगाज करन लगे हैं। सूरा सफ जिहड़ी है ना ये बहुत अजीम सूरत है, बल्कि कुरान करीम दी एक आयत ਇਹਦੇ ਵਿੱਚ ऐसी भी है ਜਿਹਦੇ बारे च शाह वली अल्लाह दहलवी रहमतुल्लाह अलैह दा फरमाना कि ये पूरे कुरान दे विच एक तने दी हैसियत हासिल है इस आयत नूं। यानी जिस तरह ਜਿਹੜਾ ना वो एक दरख्त हुंदा है, उस दरख्त नूं ਜਿਹੜਾ ना वो कायम रखिया हुंदा है, अगरचे ਉਹਦੇ ਤੇ ਸ਼ਾਖਾਂ ਤੇ ਪੱਤੇ ਤੇ ਫਲ ਫੁੱਲ ਕਈ ਕੁਛ ਲੱਗਾ ਹੁੰਦਾ ਨਾ ਦਰਖਤ ਦੇ ਉੱਤੇ, ਲੇਕਿਨ ਉਸ ਸਭ ਨੂੰ ਜਿਹੜੀ ਸ਼ਕਲ ਦਿੱਤੀ ਹੋਈ ਹੁੰਦੀ ਹੈ ਨਾ ਉਹ ਯਾਨੀ ਉਹਨੂੰ ਕਾਇਮ ਖੜਾ ਕੀਤਾ ਹੁੰਦਾ, ਉਹਦੇ ਤਣੇ ਦੇ ਉੱਤੇ ਖੜਾ ਹੁੰਦਾ। ਤੁਸੀਂ ਇਹ ਦੇਖ ਲਓ ਕਿ ਕੋਈ ਵੇਲ ਜਿਹੜੀ ਹੁੰਦੀ ਹੈ ਉਹ ਕਦੀ ਏਦਾਂ ਨਹੀਂ ਖੜੀ ਹੁੰਦੀ। ਖਰਬੂਜ਼ੇ ਦੀ ਹੋਵੇ, ਤਰਬੂਜ਼ ਦੀ ਹੋਵੇ, ਅੰਗੂਰ ਦੀ ਹੋਵੇ, ਉਹਨੂੰ ਸਹਾਰਾ ਚਾਹੀਦਾ ਹੁੰਦਾ ਤੇ ਫਿਰ ਉਹ ਖੜੀ ਹੋ ਸਕਦੀ ਹੈ, ਲੇਕਿਨ ਦਰਖਤ ਖੜਾ ਹੁੰਦਾ। ਅੱਛਾ, ਇਹ ਖੜੀ ਹੋਣ ਵਾਲੀ ਆਇਤ ਜਿਹੜੀ ਹੈ ਨਾ ਇਹ ਸੂਰਾ ਸਫ ਦੀ ਆਇਤ ਨੰਬਰ 9 ਆ, ਜਿਹਦੇ ਵਿੱਚ ਅੱਲਾਹ ਰब्बुल इज़्ज़त ने इरशाद फरमाया हुवल्लज़ी अरसला रसूलहु बिल हुदा व दीनिल हक़्क़ लियुज़हिरहु अलद्दीन कुल्ले वलो करहल मुशरिकून। अगरचे वो गल तो ये करांगे फिर, लेकिन बस मैं इस वास्ते पढ़ देती कि वाज़े हो जाए कि ये आयत है जिहड़ी पूरे कुरान दे विच तने दा काम कर दिया। और तुसीं ये समझ लो कि अगर वो तना जिहड़ा ਉਹ ਵਿੱਚੋਂ ਕੱਢ ਲੈ ਤੇ ਉਹ ਦਰਖਤ ਰਹਿੰਦਾ ਨਹੀਂ, ਉਹ ਥੱਲੇ ਫਿਰ ਵੇਲ ਹੀ ਬਣ ਜਾਂਦੀ ਹੈ। ਔਰ ਮੈਂ ਇਹ ਇਸ਼ਾਰਾ ਕਰ ਦੇਵਾਂ ਕਿ ਕਿਉਂਕਿ ਹੁਣ ਇਸ ਵੇਲੇ ਇਹ ਤਣਾ ਜਿਹੜਾ ਨਾ ਉਹ ਨਿਕਲ ਚੁੱਕਿਆ ਤੇ ਦੀਨ ਜਿਹੜਾ ਨਾ ਉਹ ਖੜੋਤਾ ਨਹੀਂ ਹੈਗਾ, ਬਸ ਇੱਕ ਵੇਲ ਦੀ ਮਾਨਤ ਹੈ। ਔਰ ਸਾਡੇ ਉਹ ਜਿੱਦਾਂ ਕਹਿੰਦੇ ਆ ਕਿ
ਹਾਲਾਤ ਦੇ ਤਹਿਤ ਫਿਰ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਆ ਨਾ। ਉਹ ਵੈਸੇ ਤਾਂ ਅਲਾਮਾ ਇਕਬਾਲ ਨੇ ਗਾਲਬਨ ਕਿਹਾ ਸੀ, ਖੁਦ ਬਦਲਤੇ ਨਹੀਂ ਕੁਰਾਨ ਕੋ ਬਦਲ ਦੇਤੇ हैं हुए किस दर्जा फकीहा ने हरम बे तौफीक। ਤੇ ਉਹ ਵੀ ਸਮਝ ਲਓ ਕਿ ਯਾਨੀ ਉਹਨਾਂ ਨੇ ਵੀ ਸੌਖਾ ਰਸਤਾ ਲੱਭ ਲਿਆ ਵਾ। ਉਹ ਕਹਿੰਦਾ ਜੀ ਸਾਨੂੰ ਜਿਹੜਾ ਨਾ ਉਹ ਇੱਕ ਇਮਾਰਤ ਦੀ ਬਜਾਏ ਟੈਂਟ ਲਾ ਲੈਣਾ ਚਾਹੀਦਾ ਹੈ। ਯਾਨੀ ਜੇ ਅਸੀਂ ਦੀਨ ਨੂੰ ਇੱਕ ਇਮਾਰਤ ਨਾਲ ਖੜਾ ਤਸ਼ਬੀਹ ਦਈਏ ਤੇ ਜਿਹੜਾ ਨਾ ਉਹ ਇੱਕ ਇਮਾਰਤ ਜਿਹੜੀ ਆ ਜ਼ਾਹਿਰ ਹੈ ਉਹਦਾ ਇੱਕ ਆਪਣਾ ਸਟਰਕਚਰ ਆ, ਉਹਦੇ ਵਾਸਤੇ ਦੀਵਾਰਾਂ ਚਾਹੀਦੀਆਂ, ਠੀਕ ਹੈ। ਉਹਦੇ ਵਾਸਤੇ ਪੂਰਾ ਇੱਕ ਸਿਸਟਮ ਹੋਏਗਾ, ਮਟੀਰੀਅਲ ਨਾਲ ਬਣੀ ਹੋਈ ਹੋਗੀ। ਤੇ ਸਾਡੇ ਮਾਸ਼ਾਅੱਲਾ ਤਬਲੀਗ ਵਾਲਿਆਂ ਨੇ ਕਿਹਾ ਕਿ ਛੱਡੋ ਦੀਵਾਰਾਂ ਨੂੰ, ਛੱਡੋ ਇਸ ਰੌਲੇ ਨੂੰ, ਟੈਂਟ ਲਾ ਲਓ। ਉਹਨਾਂ ਨੇ ਕਿਹਾ ਟੈਂਟ ਵਾਸਤੇ 5 ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ, ਨਮਾਜ਼, ਰੋਜ਼ਾ, ਹਜ, ਜ਼ਕਾਤ, ਤੇ ਉਹ ਈਮਾਨ ਵਾਲਾ ਵਿੱਚ ਡੰਡਾ ਦੇ ਦਿਓ ਵਿਚਾਲੇ ਉਹਨੂੰ ਟੈਂਟ ਨੂੰ ਚੱਕ ਰੱਖੇ ਤਾਂ ਨੂੰ, ਤੇ ਬਸ ਹੋਰ ਕਿਸੇ ਸ਼ੈ ਦੀ ਲੋੜ ਹੀ ਕੋਈ ਨਹੀਂ। ਇਹ ਤਸੱਵਰ ਬਣਾ ਦਿੱਤਾ ਉਹਨਾਂ ਨੇ ਮੁਜਾਹਿਦਾਂ ਦਾ। ਹਾਲਾਂਕਿ ਇਹ ਇੱਕ ਤਸੱਵਰ ਜਿਹੜਾ ਨਾ ਇਹ ਬਹੁਤ ਲੋ ਦਰਜੇ ਦਾ ਇੱਕ ਆਦਮੀ ਈਮਾਨ ਦੇ ਵਿੱਚ ਦਾਖਲ ਹੋਇਆ ਹੈ, ਠੀਕ ਹੈ। ਤੇ ਉਹਦਾ ਕੋਈ ਮਤਲਬ ਤੁਸੀਂ ਇਸਲਾਮ ਦੇ ਦੀਨ ਦੇ ਚ ਉਹਦੀ ਕੋਈ ਉਹ ਮਤਲਬ ਦਰਜੇ ਦੇ ਇਤਬਾਰ ਨਾਲ ਉਹਦਾ ਕੋਈ ਦਰਜਾ ਨਹੀਂ ਹੈਗਾ। ਤੇ ਜਿਹੜਾ ਨਾ ਉਹ ਉਹਨੂੰ ਮਤਲਬ ਆ ਕਿ ਦਰਜਿਆਂ ਵਾਲਾ ਬਣਾ ਦਿਓ ਤੇ ਬਸ ਦੂਸਰੇ ਜਿਹੜੇ ਉਹਨਾਂ ਨੂੰ ਵੈਸੇ ਉਹਨਾਂ ਦਾ ਜ਼ਿਕਰ ਹੀ ਛੱਡ ਦਿਓ। ਸੂਰਾ ਹੁਜਰਾਤ ਦੇ ਵਿੱਚ 14-15 ਨੰਬਰ ਆਇਤ ਗਾਲਬਨ ਹੋਏਗੀ ਨਾ, ਜਿਹਦੇ ਵਿੱਚ ਆਉਂਦਾ ਕਾਲਤ ਅਲ ਅਰਾਬੁ ਆਮन्ना ਕੁਲ ਲਮ ਤੁਮਿਨੂ ਵਲਾਕਿਨ ਕੂਲੂ ਅਸਲਮਨਾ। ਕਿ ਇਹ ਕਹਿੰਦੇ ਆ ਕਿ ਬੱਦੂ ਕਹਿੰਦੇ ਆ ਅਸੀਂ ਈਮਾਨ ਲੈ ਆਏ, ਤੇ ਐ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਕਹੋ ਕੁਲ ਲਮ ਤੁਮਿਨੂ, ਤੁਸੀਂ ਈਮਾਨ ਨਹੀਂ ਲਿਆਏ, ਵਲਾਕਿਨ ਕੂਲੂ ਅਸਲਮਨਾ, ਤੁਸੀਂ ਇਸਲਾਮ ਦੇ ਵਿੱਚ ਆਏ ਹੋ। ਇਹ ਇਸਲਾਮ ਦੀਆਂ ਮੈਂ ਇਹ 5 ਚੀਜ਼ਾਂ ਜੋ ਨੇ ਫਰਮਾਇਆ, ਬੁਨਿਅਲ ਇਸਲਾਮ ਅਲਾ ਖਮਸਿਨ, ਬੁਨਿਅਲ ਇਸਲਾਮ ਅਲਾ ਖਮਸਿਨ, ਇਸਲਾਮ ਦੀ ਬੁਨਿਆਦ 5 ਚੀਜ਼ਾਂ ਤੇ ਹੈ। ਸ਼ਹਾਦਤ ਲਾ ਇਲਾਹਾ ਇल्लल्लाह व अन्ना मुहम्मदन अब्दुहु व रसूलुहु व इकामिस सलात व इताइज ज़कात व सौम रमज़ान व हज्जुल बैत। ਲੇਕਿਨ ਗੱਲ ਇਹ ਹੈ ਕਿ ਹਦੀਸੇ ਜਿਬਰਾਈਲ ਦੇ ਵਿੱਚ ਵੀ ਜਿਹੜਾ ਨਾ ਉਹ 3 ਹੀ ਸਟੇਜ ਬਿਆਨ ਹੋਈਆਂ, ਇਸਲਾਮ ਕੀ ਹੈ, ਈਮਾਨ ਕੀ ਹੈ, ਅਹਿਸਾਨ ਕੀ ਹੈ। ਤੇ ਇਹ ਮਤਲਬ ਇਹ ਹੈ ਵੀ ਇਹ ਸਭ ਤੋਂ ਬੁਨਿਆਦੀ ਹੈ ਇਸਲਾਮ, ਤੋ ਇਸਲਾਮ ਦੀ ਬੁਨਿਆਦ ਇਹ ਹੈ। ਹੁਣ ਇੱਥੇ ਸੂਰਾ ਹੁਜਰਾਤ ਦੀ ਇਹ ਗਾਲਬਨ 15 ਨੰਬਰ ਆਇਤ ਬਣਦੀ ਹੈ ਜਾਂ ਜਿੰਨੀ ਵੀ ਬਣਦੀ ਆ, ਇਹਦੇ ਚ ਦੇਖੋ ਇਹ ਸਮਝਾਇਆ ਗਿਆ ਹੈ ਕਿ ਮੋਮਨ ਕਦੋਂ ਬਣਦਾ। ਫਰਮਾਇਆ ਕਾਲਤ ਅਲ ਅਰਾਬੁ ਆਮन्ना, ਇਹ ਬੱਦੂ ਕਹਿੰਦੇ ਆ ਕਿ ਅਸੀਂ ਆਮन्ना, ਅਸੀਂ ਈਮਾਨ ਲੈ ਮੋਮਨ ਬਣ ਗਏ ਆ। ਕੁਲ ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਕਹਿ ਦਿਓ ਲਮ ਤੁਮਿਨੂ, ਤੁਸੀਂ ਈਮਾਨ ਨਹੀਂ ਲਿਆਏ, ਤੁਸੀਂ ਮੋਮਨ ਨਹੀਂ ਬਣੇ, ਵਲਾਕਿਨ ਕੂਲੂ ਅਸਲਮਨਾ, ਹਾਂ ਤੁਸੀਂ ਇਹ ਕਹੋ ਕਿ ਅਸੀਂ ਇਸਲਾਮ ਲੈ ਆਏ ਹਾਂ। ਉਹੀ ਹਦੀਸੇ ਜਿਬਰੀਲ ਵਾਲਾ ਇਸਲਾਮ ਕੀ ਹੈ, ਤੁਸੀਂ ਕਹੋ ਅਸੀਂ ਇਸਲਾਮ ਲੈ ਆਏ ਹਾਂ। ਅੱਛਾ, ਕਮੀ ਕੀ ਰਹਿ ਗਈ ਆ, ਵਲੰਮਾ ਯਦਖੁਲ ਈਮਾਨ ਫੀ ਕੁਲੂਬਿਕੁਮ, ਹਜੇ ਈਮਾਨ ਤੁਹਾਡੇ ਦਿਲਾਂ 'ਚ ਨਹੀਂ ਵੜਿਆ, ਹਜੇ ਈਮਾਨ ਤੁਹਾਡੇ ਦਿਲਾਂ 'ਚ ਦਾਖਲ ਨਹੀਂ ਹੋਇਆ। ਵਲੰਮਾ ਯਦਖੁਲ ਈਮਾਨ ਫੀ ਕੁਲੂਬਿਕੁਮ, ਲੇਕਿਨ ਅੱਗੇ ਕੀ ਫਰਮਾਇਆ, व इन तुतीउल्लाह व रसूला, अगर तुसी अतात करते रहे अल्लाह दी और इन्नमल मोमिनून अल्लज़ीना आमनू बिल्लाहि व रसूलिही सुम्मा कालतिल अराबु आमन्ना कुल लम तुमिनू वलाकिन कूलू अस्लमना वलम्मा यदखुलिल ईमानु फी कुलूबिकुम व इन तुतीउल्लाह व रसूलहू ला यलितकुम मिन आमालिकुम शैया। अगर इस हाल दे विच भी जदों कि ईमान तुहाडे दिलां च अजे नहीं वड़िया, तुसी अतात करदे रहे अल्लाह दी
ਔਰ ਅੱਲਾ ਦੇ ਰਸੂਲ ਦੀ, ਤੇ ਤੁਹਾਨੂੰ ਤੁਹਾਡੇ ਅਮਲਾਂ ਦਾ ਸਵਾਬ ਤੇ ਮਿਲ ਜਾਏਗਾ। ਠੀਕ ਹੈ ਨਾ। ਉਹ ਸ਼ਾਨ ਦਰਜੇ ਨਹੀਂ ਮਿਲਣ ਲੱਗੇ, ਉਹ ਸ਼ਾਨ ਦਰਜਿਆਂ ਦੀ ਗੱਲ ਅਗਲੀ ਆਇਤ ਦੇ ਵਿੱਚ। ਤੇ ਫਰਮਾਇਆ ਕਿ ਇਨ ਤੁਤੀਉल्लाह व रसूलहू, ਅਗਰ ਤੁਸੀਂ ਇਤਾਅਤ ਕਰਦੇ ਰਹੇ ਅੱਲਾ ਦੀ ਉਹਦੇ ਰਸੂਲ ਦੀ, ਇਸ ਹਾਲ ਦੇ ਵਿੱਚ ਵੀ ਕਿ ਈਮਾਨ ਹਜੇ ਤੁਹਾਡੇ ਦਿਲਾਂ 'ਚ ਦਾਖਲ ਨਹੀਂ ਹੋਇਆ, ਲਾ ਯਲਿਤਕੁਮ ਮਿਨ ਅਮਾਲਿਕੁਮ ਸ਼ੈਆ, ਅੱਲਾਹ ਤਾਲਾ ਤੁਹਾਡੇ ਜਿਹੜਾ ਨਾ ਆਮਾਲ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਕਰੇਗਾ। ਇਨ ਅੱਲਾਹ ਗਫੂਰੁਰ ਰਹੀਮ, ਅੱਲਾਹ ਤਾਲਾ ਜਿਹੜਾ ਉਹ ਮਗਫਰਤ ਕਰਨ ਵਾਲਾ, ਰਹਿਮ ਕਰਨ ਵਾਲਾ। ਠੀਕ ਹੈ ਨਾ। ਯਾਨੀ ਇਹ ਅੱਲਾਹ ਤਾਲਾ ਦੇ ਗਫੂਰ ਔਰ ਰਹੀਮ ਹੋਣ ਦਾ ਮਜ਼ਹਰ ਹੈ। ਇਹਦੇ ਵਿੱਚ ਸਮਝ ਲਓ, ਮਤਲਬ ਸੂਰਤ ਹਾਲ ਇਹ ਹੈ ਕਿ ਤੁਹਾਡੇ ਦਿਲਾਂ 'ਚ ਨਫਾਕ ਤੇ ਨਹੀਂ ਹੈ, ਲੇਕਿਨ ਈਮਾਨ ਵੀ ਹਜੇ ਦਿਲਾਂ ਦੇ ਵਿੱਚ ਨਹੀਂ ਦਾਖਲ ਹੋਇਆ। ਤੇ ਐਸਾ ਇਸਲਾਮ ਜਿਹੜਾ ਇਹਦੇ 'ਚ ਤੁਹਾਨੂੰ ਤੁਹਾਡੇ ਅਮਲ ਜਿਹੜੇ ਆ ਉਹਨਾਂ ਦਾ ਬਦਲਾ ਤੇ ਮਿਲ ਜਾਏਗਾ। ਅੱਛਾ, ਇਹ ਬਾਤ ਜਿਹੜੀ ਹੈ ਨਾ, ਇਹ 14 ਨੰਬਰ ਆਇਤ ਦੇ ਵਿੱਚ ਦੱਸੀ ਗਈ ਹੈ। ਉਹ ਮੈਨੂੰ ਯਾਦ ਆ ਗਿਆ, 14 ਨੰਬਰ ਆਇਤ ਦੇ ਵਿੱਚ ਇਹ ਗੱਲ ਜਿਹੜੀ ਹੈ ਨਾ, ਸੂਰਾ ਹੁਜਰਾਤ ਦੀ 14 ਨੰਬਰ ਆਇਤ ਦੇ ਵਿੱਚ ਦੱਸੀ ਗਈ ਹੈ। ਅੱਛਾ, ਅੱਗੋਂ ਆਇਤ 15 ਨੰਬਰ 'ਚ ਫਿਰ ਅੱਗੇ ਵਾਅਦੇ ਕੀਤਾ, ਫਰਮਾਇਆ ਇਨਮਲ ਮੋਮਿਨੂਨ ਅੱਲਜ਼ੀਨਾ ਆਮਨੂ ਬਿल्लाहि व रसूले, ਬੇਸ਼ੱਕ ਮੋਮਿਨ ਜਿਹੜੇ ਆ, ਯਾਨੀ ਜਿਨ੍ਹਾਂ ਦੇ ਦਿਲਾਂ 'ਚ ਈਮਾਨ ਦਾਖਲ ਹੋ ਚੁੱਕਿਆ ਹੁੰਦਾ ਹੈ, ਜਿਹੜੇ ਇਦੋਂ ਅਗਲੇ ਦਰਜੇ 'ਚ ਪਹੁੰਚ ਜਾਂਦੇ ਆ। इन्नमल मोमिनून अल्लज़ीना आमनू बिल्लाहि व रसूले, बेशक ईमान वाले तो वो ही है जेड़े ईमान लियाए अल्लाह ते और ओदे रसूल ते, सुम्मा लम यरताबू, फिर उन्हां दे दिलां दे विच कोई शक बाकी नहीं रहा। ये उन्हां दा उन्हां दे ते बारे च फरमाया ना कि उन्हां दे दिलां दे विच ईमान दाखिल ही नहीं होया। इत्थे फरमाया कि सुम्मा लम यरताबू, क्योंकि ये रैब जिहड़ा इहदा तल्लक दिल नाल हुंदा है, दिलां दे विच यकीन पैदा हो गया और उस यकीन दे नतीजे विच उन्होंने की कीता, वा जाहदू बि अमवालिहिम व अनफुसिहिम फी सबीलिल्लाह, हुण वो जिहाद कर रहे आ अपनियां जानां और मालां दे नाल। ये समझ लो, जिहाद सिर्फ जंग ही नहीं हुंदी, जिहाद नूह अलैहिस्सलाम ने भी किया, लेकिन उहदे च जिहड़ी असल चीज़ है ना, असल चीज़ ये है कि उहदा पहले दर्जे विच ही, पहली स्टेज दे उत्ते ही उहदा मकसद वाज़े हुंदा है कि अल्लाह दे दीन दे गलबे वास्ते ये दावत व तबलीग दा जिहड़ा मैं काम कर रहा, इहदा मकसद अल्लाह दे दीन दा गलबा है और मैं अगे बढ़ना है। यानी वक्त दे नाल नाल कोशिश करदा बंदा अगे बढ़न दी। एक वो हुंदा फौज दे विच जिहड़ा ना एक ही जगह ते लत्तां मारी जानियां। ठीक है ना। यानी बज़ाहिर बंदा जिहड़ा ना उहनूं कहंदे कदम मार, एक ही जगह ते पैर चकना रखी जाना, अगे 2 इंच नहीं वधना। हाँ, ये अलग गल है कि माहौल माशरे च बंदा वध ना सके, लेकिन जोर मारना इहदा ना जिहाद आ, अगे अगे जाण वास्ते, गलबा दीन तक पहुंचण वास्ते। जिवें जोर मारदे रहे मूसा अलैहिस्सलाम भी, नूह अलैहिस्सलाम भी, होर भी पैगंबर मारदे रहे, और मुहम्मद और रसूलुल्लाह सल्लल्लाहु अलैहि वसल्लम भी जोर मार के अगे पहुंच गए ना। अहकमुल हाकिमीन दी हाकमियत कायम की तो पूरा जोर मार के की है ना। ਇਹਦਾ ਨਾਂ जिहाद है। फिर ਇਹਦੇ ਵਿੱਚ जंग भी आ सकती है। ठीक है। तो ये फरमाया इन्नमल मोमिनून अल्लज़ीना आमनू बिल्लाहि व रसूलिही सुम्मा लम यरताबू व जाहदू बिअमवालिहिम व अनफुसिहिम फी सबीलिल्लाह, ते उन्होंने जिहाद किया अल्लाह ताला दे रस्ते ते, उलाइका हुमुस सादिकून, ये है सच्चे। यानी अगर ये कहना कि असी मोमिन हाँ तो ये सच्चे है, इन्हां दा क्या सच है। और उन्होंने क्या सी पिछली आयत दे विच, आयत नंबर 14 से, तो उन्होंने कहा कि असी ईमान लिया हाँ, वकालत लाराब व आमन्ना, ये बद्दू कहंदे कि असी ईमान लिया, तो उन्होंने कहा कि नहीं तुसी नहीं लिया, तुहाडे तां दिलां च ईमान दाखिल ही नहीं होया। इधर जिन्हां दे दिलां च यकीन पैदा हो गया, वो जिहाद करदे आ। ठीक है ना। ये है जी असल दे विच जिहड़ा ना वो मोमिन जिहड़ा वो तां इहनूं कहंदे आ।
ਤੇ ਉਹ ਫਿਰ ਜ਼ਾਹਿਰ ਬਾਤ ਹੈ ਕਿ ਜਿੱਦਾਂ ਮੈਂ ਤੁਹਾਨੂੰ ਇਹ ਦੱਸਿਆ ਵਾ ਕਿ ਉਹ ਤਸੱਵਰ ਹੀ ਹੁਣ ਜਿਹੜਾ ਨਾ ਉਹ ਨਹੀਂ ਰਿਹਾ, ਉਹਦੇ ਵਿੱਚੋਂ ਤਣਾ ਹੀ ਖਤਮ ਹੋ ਗਿਆ। ਬਹਰਹਾਲ ਇਸ ਸੂਰਤ ਦੀ 9ਵੀਂ ਆਇਤ ਜਿਹੜੀ ਹੈ ਉਹ ਉਹਦੇ ਹਵਾਲੇ 'ਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੁਹਤਰਮ ਡਾਕਟਰ ਇਸਰਾਰ ਅਹਿਮਦ ਸਾਹਿਬ, ਇਹ ਉਹਨਾਂ ਕੋਲੋਂ ਮੈਂ ਖੁਦ ਸੁਣਿਆ ਹੋਇਆ, ਉਹ ਕਹਿੰਦਾ ਸੀ ਸ਼ਾਹ ਵਲੀ ਅੱਲਾ ਦਹਿਲਵੀ ਨੇ ਇਹ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਪੂਰੇ ਕੁਰਾਨ ਦੇ ਵਿੱਚ ਇਸ ਸੂਰਤ ਨੂੰ ਜਿੱਦਾਂ ਦਰਖਤ ਦੇ ਵਿੱਚ ਤਣੇ ਦੀ ਹੈਸੀਅਤ ਹਾਸਲ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਨਾ ਇਸ ਆਇਤ ਨੂੰ ਹਾਸਲ ਹੈ। ਆਇਤ ਨੰਬਰ 9 ਜਿਹੜੀ ਆ, ਹੁਵੱਲਜ਼ੀ ਅਰਸਲ ਰਸੂਲਹੁ ਬਿਲ ਹੁਦਾ व दीन الحق लियुज़हिरहु अला दीन कुल्लिह वलौ करहल मुशरिकून। ਅੱਛਾ ਜੀ, ਇਹ ਸੂਰਤ ਜਿਹੜੀ ਹੈ ਇਹਦੇ ਬਾਰੇ 'ਚ ਸਮਝ ਲਓ ਕਿ ਇਹ ਸੂਰਤ ਗਜ਼ਵਾ ਖੰਦਕ ਜਿਹੜੀ ਹੈ ਨਾ ਉਹਦੇ ਤੋਂ ਬਾਅਦ ਦਾ ਜ਼ਮਾਨਾ ਵਾ ਇਹਦੇ ਨਾਜ਼ਲ ਹੋਣ ਦਾ। ਉਸ ਜ਼ਮਾਨੇ ਦੇ ਵਿੱਚ ਇੱਦਾਂ ਸਮਝ ਲਓ ਕਿ ਇੱਕ ਤੇ ਜਿਹੜਾ ਨਾ ਉਹ ਇੱਕ ਤੇ ਹੈ ਕਿ ਗਜ਼ਵਾ ਖੰਦਕ ਹੀ ਹੋਈ ਸੀ, ਜਿਹਦੇ 'ਚ ਮੁਸਲਮਾਨ ਜਿਹੜੇ ਸੀ ਉਹਨਾਂ ਨੇ ਮਹਿਫੂਜ਼ ਹੋ ਕੇ ਜਿਹੜਾ ਨਾ ਉਹ ਯਾਨੀ ਖੰਦਕ ਖੋਦ ਕੇ ਆਪਣੇ ਆਪ ਨੂੰ ਮਹਿਫੂਜ਼ ਕਰਕੇ ਤੇ ਦੁਸ਼ਮਣ ਨੂੰ ਰੋਕਿਆ। ਅੱਛਾ, ਇਹ ਜਿਹੜਾ ਵਾਕਿਆ ਹੋਇਆ ਨਾ ਇਹਦੀ ਵਜ੍ਹਾ ਤੋਂ ਫਿਰ ਇੱਕ ਜਿਹੜਾ ਨਾ ਉਹ ਜ਼ਿਹਨ ਦੇ ਵਿੱਚ ਗੱਲ ਆ ਜਾਂਦੀ ਹੈ ਨਾ ਕਿ ਮੁਸਲਮਾਨ ਤੇ ਬਹੁਤ ਕਮਜ਼ੋਰ ਹੈ। ਅੱਲਾਹ ਤਾਲਾ ਨੇ ਕਿਹਾ ਕਿ ਮੁਸਲਮਾਨ ਈਮਾਨ ਵਾਲੇ ਜਿਹੜੇ ਆ ਉਹਨਾਂ ਦੇ ਜ਼ਿੰਮੇ ਗਲਬਾ ਦੀਨ ਹੈ, ਦੀਨ ਨੂੰ ਕਾਇਮ ਕਰਨਾ ਵਾ, ਰਸੂਲ ਦੀਨ ਨੂੰ ਕਾਇਮ ਕਰਨ ਵਾਸਤੇ ਹੈ। ਤੇ ਇਹਦੇ ਤੋਂ ਫਿਰ ਇਹ ਲੱਗਦਾ ਕਿ ਹਜੇ ਤਾਂ ਗੱਲ ਬਹੁਤ ਦੂਰ ਹੈ, ਠੀਕ ਹੈ ਨਾ, ਜਾਂ ਸ਼ਾਇਦ ਬਜ਼ਾਹਰ ਨਾਮੁਮਕਿਨ ਹੀ ਹੈ ਕਿ ਬਈ ਗਲਬਾ ਦੀਨ ਹੋਣਾ ਤੇ ਮੁਸਲਮਾਨਾਂ ਦੀ ਜਦੋਜਹਿਦ ਦੇ ਨਾਲ ਹੈ ਨਾ। ਤੇ ਫਿਰ ਇਹਨਾਂ ਮੁਸਲਮਾਨਾਂ ਦੀ ਜਦੋਜਹਿਦ ਨਾਲ ਕਿੱਦਾਂ ਹੋ ਜਾਏਗਾ ਜਿਹੜੇ ਬਾਹਰ ਨਿਕਲ ਕੇ ਲੜ ਹੀ ਨਹੀਂ ਸਕਦੇ। ਬਹਰਹਾਲ ਇੱਕ ਤੇ ਇਹ ਵਜ੍ਹਾ ਸੀ ਕਿ ਫਿਰ ਅੱਲਾਹ ਤਾਲਾ ਨੇ ਇਹ ਸੂਰਤ ਨਾਜ਼ਲ ਕੀਤੀ ਔਰ ਇਸ ਸੂਰਤ ਦੇ ਵਿੱਚ ਇਹ ਗੱਲ ਵਾਜ਼ਿਹ ਕਰ ਦਿੱਤੀ ਕਿ ਅੱਲਾ ਦਾ ਕਿਹਾ ਹੋਇਆ ਜਿਹੜਾ ਨਾ ਉਹ ਪੂਰਾ ਹੋਣਾ। ਅੱਲਾ ਨੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਗਲਬਾ ਦੀਨ ਵਾਸਤੇ ਭੇਜਿਆ। ਬੇਸ਼ੱਕ ਅੱਜ ਇਹਨਾਂ ਨੂੰ ਖੰਦਕ ਖੋਦ ਕੇ ਆਪਣਾ ਜਿਹੜਾ ਨਾ ਦਫਾ ਕਰਨਾ ਪਿਆ, ਲੇਕਿਨ ਇਸ ਦੇ ਬਾਵਜੂਦ ਅੱਲਾ ਤਾਲਾ ਨੇ ਇਹ ਪੂਰੇ ਜ਼ੋਰ ਦੇ ਨਾਲ ਵਾਜ਼ਿਹ ਕਰ ਦਿੱਤਾ ਕਿ ਨਹੀਂ, ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਗਲਬਾ ਦੀਨ ਕਰਨਗੇ ਔਰ ਇਹ ਕਰਨ ਵਾਸਤੇ ਦੀਨ ਨੂੰ ਗਾਲਿਬ ਕਰਨ ਵਾਸਤੇ ਹੀ ਆਏ ਆ, ਤੇ ਭਾਵੇਂ ਮੁਸ਼ਰਕ ਜੋ ਮਰਜ਼ੀ ਕਰ ਲੈਣ। ਅੱਛਾ, ਦੂਸਰੀ ਗੱਲ ਇਹ ਸਮਝ ਲਓ ਕਿ ਇਹ ਉਹ ਜ਼ਮਾਨਾ ਵਾ ਜਿਹਦੇ 'ਚ ਹੁਣ ਮੁਸਲਮਾਨ ਜਿਹੜੇ ਆ ਨਾ ਉਹ ਉਹਨਾਂ ਦੀ ਤਾਦਾਦ ਦੇ ਵਿੱਚ ਉਹ ਪਹਿਲੇ ਦੀ ਨਿਸਬਤ ਕਾਫੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ। ਹੁਣ ਤੁਸੀਂ ਦੇਖੋ ਨਾ ਕਿ ਮੱਕਾ ਦੇ ਵਿੱਚ ਇੱਕ ਇੱਕ ਦੋ ਦੋ ਕਰਕੇ ਬੰਦੇ ਆ ਰਹੇ ਆ, ਮਤਲਬ ਉਹ ਬਹੁਤ ਸਲੋ ਤਾਦਾਦ ਵੱਧ ਰਹੀ ਹੈ। ਫਿਰ ਹਿਜਰਤ ਕਰਕੇ ਮਦੀਨੇ ਆ ਗਿਆ ਤੇ ਇੱਥੇ ਉਹ ਤਾਦਾਦ ਉਹਦੇ ਵਿੱਚ ਤੇਜ਼ੀ ਆ ਗਈ ਔਰ ਬਦਰ ਦੇ ਵਿੱਚ ਮੁਸਲਮਾਨਾਂ ਦੀ ਤਾਦਾਦ ਕੁੱਲ ਤਾਦਾਦ 313 ਸੀ ਜਿਹੜੇ ਬਦਰ 'ਚ ਗਏ। ਲੇਕਿਨ ਬਦਰ ਤੋਂ ਬਾਅਦ 1 ਸਾਲ ਬਾਅਦ ਉਹਦ ਹੋਈ ਹੈ ਤੇ ਜਦੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਿਕਲਿਆ ਤੇ ਹੁਣ 1000 ਆਦਮੀ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਨਿਕਲਿਆ। ਹੁਣ ਇਹ 1000 ਆਦਮੀ ਜਿਹੜਾ ਇਹਦੇ 'ਚੋਂ 313 ਜਾਂ 350 ਆਦਮੀ ਤੁਸੀਂ ਕੱਢ ਦਿਓ ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਉਹ ਬਾਕੀ 650 ਆਦਮੀ ਜਿਹੜਾ ਉਹ ਕਿੱਧਰੋਂ ਆ ਗਿਆ। 1 ਸਾਲ ਦਾ ਦਰਮਿਆਨੀ ਫਾਸਲਾ ਨਾ, 1 ਸਾਲ ਦਾ ਬਦਰ ਤੇ ਉਹਦ ਦਾ ਨਾ, ਤੇ ਬਦਰ ਦੇ ਵਿੱਚ ਉਹ 313 ਤੇ ਉਹਦ ਦੇ ਵਿੱਚ ਉਹ 1000 ਬਣ ਗਿਆ। ਔਰ ਇਹ ਸਮਝ ਲਓ ਜਿਹੜਾ ਵੀ 1000 ਹੈ ਸੀ ਸਾਰੇ ਕਲਮਾ ਤੇ ਪੜ੍ਹਿਆ ਸੀ, ਮੁਸਲਮਾਨ ਤੇ ਹੈ ਹੀ ਸੀਗੇ। ਹਾਂ, ਤੇ ਇਹ ਹੁਣ ਅਗਰ ਜੇ ਉਹ ਦੇਖੋ ਉਹ ਮੁਸਲਮਾਨ ਵੀ ਹੈ ਸੀ ਔਰ ਉਹ ਰਸਤੇ 'ਚੋਂ 350 ਵਾਪਸ ਵੀ ਚਲਾ ਗਿਆ। ਇਸ ਦੇ ਬਾਵਜੂਦ
650 ਆਦਮੀ ਜਿਹੜਾ ਉਹ ਉਹਦ ਦੇ ਮੈਦਾਨ 'ਚ ਗਿਆ ਨਾ ਲੜਨ ਵਾਸਤੇ, ਤੇ ਇਹ ਉਹਦ ਦੇ ਮੈਦਾਨ ਦੇ ਵਿੱਚ ਯਾਨੀ ਇਹ ਤੁਸੀਂ ਸਮਝ ਲਓ ਕਿ ਅੱਧੇ ਬੰਦੇ ਉਹ ਬਦਰ ਵਾਲੇ ਸੀਗੇ ਤੇ ਅੱਧੇ ਨਵੇਂ ਸੀਗੇ। ਇੰਨੀ ਫਾਸਟ ਹੋ ਗਈ ਸੀ, ਮਤਲਬ ਇਹ ਹੈ ਕਿ ਤਾਦਾਦ ਦੇ ਵਿੱਚ ਇਜ਼ਾਫਾ ਇਹ ਤੇਜ਼ੀ ਨਾਲ ਵਧਿਆ। ਔਰ ਇਸੇ ਤਰ੍ਹਾਂ ਇਹ ਫਿਰ ਇੱਕ ਸਿਲਸਿਲਾ ਜਿਹੜਾ ਨਾ ਚੱਲਦਾ ਰਿਹਾ। ਹੁਣ ਇਹ ਗੱਲ ਸਮਝ ਲਓ ਕਿ ਜਿਹੜੇ ਨਵੇਂ ਲੋਕ ਆ ਰਹੇ ਆ ਨਾ, ਜਿਹੜੇ ਪੁਰਾਣੇ ਲੋਕ ਸੀਗੇ ਉਹਨਾਂ ਨੂੰ ਤੇ ਤਰਬੀਅਤ ਦਾ ਮੌਕਾ ਮਿਲਦਾ ਸੀ, ਕਿਉਂਕਿ ਲੋਕਾਂ ਦੀ ਤਾਦਾਦ ਹੀ ਥੋੜੀ ਸੀ। ਇੱਕ ਆਦਮੀ ਫਿਰ ਕਾਫੀ ਦੇਰ ਤੱਕ ਜਿਹੜਾ ਨਾ ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਤਰਬੀਅਤ 'ਚ ਰਿਹਾ। ਇੱਕ ਆਦਮੀ ਜਿਹੜਾ ਉਹ 14-15 ਸਾਲ ਮੱਕੇ ਦੇ ਵਿੱਚ ਰਿਹਾ, ਫਿਰ ਮਦੀਨੇ ਆ ਕੇ ਵੀ ਤਰਬੀਅਤ ਦੇ ਵਿੱਚ ਰਿਹਾ। ਫਿਰ ਬਦਰ ਤੋਂ ਪਹਿਲੇ ਜਿਹੜੇ ਆ ਤਾਦਾਦ ਵੀ ਥੋੜੀ ਸੀ, ਉਹਨਾਂ ਦੀ ਤਰਬੀਅਤ ਵੀ ਹੁੰਦੀ ਸੀ। ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਮਜਲਿਸ ਦੇ ਵਿੱਚ ਮੌਕਾ ਮਿਲਦਾ ਸੀ। ਜ਼ਾਹਿਰ ਹੈ ਜਿਸ ਵੇਲੇ ਇੱਕਦਮ ਤਾਦਾਦ ਇੱਦਾਂ ਵੱਧ ਗਈ ਕਿ ਉਹ 313 ਜਿਹੜੇ ਸੀ ਉਹ 1000 ਦੇ ਵਿੱਚ ਬਦਲ ਗਏ ਉਹਦ ਦੇ ਵਿੱਚ, ਤੇ ਹੁਣ ਇਹ 1000 ਬੰਦੇ ਨੂੰ ਤੇ ਉਹਨਾਂ ਮੌਕਾ ਨਹੀਂ ਮਿਲ ਸਕਦਾ ਨਾ। ਫਿਰ ਜਿਹਨਾਂ ਨੂੰ 15-15 16-16 ਸਾਲ ਮੌਕਾ ਮਿਲਿਆ ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਸੁਹਬਤ ਦਾ, ਤੇ ਇਹਨਾਂ ਨੂੰ ਤਾਂ ਟਾਈਮ ਵੀ ਥੋੜ੍ਹਾ ਮਿਲਿਆ। ਇਹ ਹੁਣ ਹੋਰ ਆ ਜਾਣਗੇ, ਹੋਰ ਆ ਗਏ, ਹੋਰ ਆ ਗਏ, ਹੋਰ ਆ ਗਏ। ਉਹ ਮਤਲਬ ਅੱਛਾ ਉਹ ਤਰਬੀਅਤ ਨਹੀਂ ਹੋ ਰਹੀ, ਉਹ ਉਨੀ ਸੁਹਬਤ ਨਹੀਂ ਮਿਲ ਰਹੀ ਨਬੀ ਸੱਲੱਲਾਹੁ ਅਲੈहि ਵਸੱਲਮ ਦੀ। ਅੱਛਾ, ਹੁਣ ਇਹਦੇ ਵਿੱਚ ਇੱਕ ਮਸਲਾ ਵੀ ਬਣਦਾ ਕਿ ਜਿਹੜੇ ਹੁਣ 313ਵਾਂ ਮੈਂ ਉਹ ਦੱਸ ਰਿਹਾ ਕਿ ਅਗਰ ਤੁਸੀਂ ਇਹ ਸਮਝ ਲਓ ਕਿ ਜਿਹੜੇ 313ਵਾਂ ਉਹ ਜਦੋਂ 2000 ਜਾਂ 3000 ਦੇ ਵਿੱਚ ਆਉਣਗੇ, ਠੀਕ ਹੈ ਨਾ, ਤੇ ਅਗਰ ਅਸੀਂ ਉਹਨਾਂ 3000 ਦਾ ਜਿਹੜਾ ਇੱਕ ਗਰੋਹ ਆ ਉਹਦੇ ਵਿੱਚ ਇਹ ਜਿਹੜੇ 313ਵਾਂ ਇਹ ਅਦਦੀ ਇਤਬਾਰ ਦੇ ਨਾਲ ਜਿਹੜਾ ਨਾ ਇਹ ਥੋੜੇ ਹੋ ਜਾਣਗੇ। ਮਿਸਾਲ ਦੇ ਤੌਰ ਦੇ ਉੱਤੇ ਤੁਹਾਡੇ ਕੋਲ ਕੋਈ, ਤੁਸੀਂ ਇੱਕ ਮੁਹੱਲੇ ਦੇ ਵਿੱਚ ਰਹਿੰਦੇ ਹੋ, ਤੁਹਾਡੇ ਮਸਜਿਦ ਦੇ ਵਿੱਚ ਤੁਹਾਡੇ ਮੁਹੱਲੇ ਦੇ 50 ਬੰਦੇ ਜਿਹੜੇ ਆ ਨਾ ਉਹ ਰਹਿੰਦੇ ਆ, ਤੇ ਉਹ ਬੜੇ ਅੱਛੇ ਅਖਲਾਕ ਵਾਲੇ ਆ, ਨਮਾਜ਼ ਪੜ੍ਹਨ ਵਾਲੇ ਆ, ਤੇ ਤੁਹਾਡਾ ਮੁਹੱਲਾ ਨਮਾਜ਼ੀਆਂ ਦਾ ਔਰ ਅੱਛੇ ਅਖਲਾਕ ਵਾਲਿਆਂ ਦਾ ਗਿਣਿਆ ਜਾਏਗਾ। ਔਰ ਫਿਰ ਉਸ ਮੁਹੱਲੇ ਦੇ ਵਿੱਚ ਕੋਈ ਦੂਸਰੇ ਲੋਕ ਆ ਜਾਂਦੇ ਆ 200 ਆਦਮੀ ਉਸੇ ਦੇ ਵਿੱਚ ਹੀ ਰਹਿਣ ਵਾਸਤੇ, ਤੁਹਾਡੀ ਆਬਾਦੀ ਦੇ ਵਿੱਚ ਆ ਗਿਆ, ਉਹ ਬੇਨਮਾਜ਼ੀ ਹੈ, ਉਹਨਾਂ ਦਾ ਉਹ ਅਖਲਾਕ ਨਹੀਂ ਹੈਗਾ। ਤੇ ਹੁਣ ਮਜਮੂਈ ਤੌਰ ਤੇ ਤੁਹਾਡਾ ਅਖਲਾਕ ਜਿਹੜਾ ਤੁਹਾਡੇ ਉਸ ਮੁਹੱਲੇ ਦਾ ਜਿਹੜਾ ਨਾ ਉਹ ਕਾਊਂਟ ਹੋਣਾ ਕਿ ਉਹ ਆਮ ਲੋਕਾਂ ਨੇ ਇਹ ਤਾਂ ਨਹੀਂ ਕਹਿਣਾ, ਆਮ ਲੋਕਾਂ ਨੇ ਮਜਮੂਈ ਤੌਰ ਤੇ ਦੇਖਣਾ ਕਿ ਇਸ ਮੁਹੱਲੇ ਦੇ ਲੋਕ ਜਿਹੜੇ ਆ ਉਹ ਕਿੱਦਾਂ ਦੇ ਆ। ਤੇ ਹੁਣ ਜਿਹੜਾ ਉਹ ਤਰਬੀਅਤ ਯਾਫਤਾ ਲੋਕਾਂ ਦਾ ਈਮਾਨ ਸੀਗਾ, ਉਸ ਈਮਾਨ ਦਾ ਮੁਕਾਬਲਾ ਫਿਰ ਇਹ ਜਿਹੜੇ ਬਾਅਦ ਦੇ ਵਿੱਚ ਆਏ ਆ, ਜਦੋਂ ਇਹ ਅਕਸਰੀਅਤ ਹੋ ਗਈ, ਔਰ ਇਹ ਇੱਕ ਰੂਟੀਨ ਵੱਧਦਾ ਰਿਹਾ ਇਸੇ ਤਰੀਕੇ ਨਾਲ ਹੀ, ਜਿੱਦਾਂ ਜਿੱਦਾਂ ਅਕਸਰੀਅਤ ਹੁੰਦੀ ਗਈ, ਤੇ ਉਹ ਈਮਾਨ ਦਾ ਮਿਆਰ ਫਿਰ ਏਡੀ ਵੱਡੀ ਜਮਾਤ ਦਾ ਘਟਦਾ ਗਿਆ। ਜਿਹੜਾ ਮਤਲਬ ਉਹ ਸੀਗਾ ਬਦਰ ਵਾਲਾ, ਉਹ ਉਹਦ ਦੇ ਵਿੱਚ ਨਹੀਂ ਸੀਗਾ, ਉਹਦ ਵਾਲਾ ਖੰਦਕ ਦੇ ਵਿੱਚ ਨਹੀਂ ਸੀ। ਫਿਰ ਇਹ ਚੀਜ਼ ਜਿਹੜੀ ਹੈ ਨਾ ਉਹ, ਔਰ ਇਸੇ ਤਰ੍ਹਾਂ ਅੱਗੇ ਤਾਦਾਦ ਦੀ ਵਜ੍ਹਾ ਤੋਂ ਔਸਤ ਜਿਹੜਾ ਸੀ ਉਹ ਕਮ ਹੁੰਦੀ ਗਈ। ਬਹਰਹਾਲ ਇਸ ਬਿਨਾ ਤੇ ਅੱਲਾਹ ਤਾਲਾ ਨੇ ਇਸ ਸੂਰਤ ਦੇ ਵਿੱਚ ਈਮਾਨ ਵਾਲਿਆਂ ਨੂੰ ਮੁਖਾਤਬ ਕਰਕੇ ਤੰਬੀਹ ਕੀਤੀ ਹੈ ਕਿ ਤੁਹਾਡੇ ਵਿੱਚ ਇਹ ਕਮੀਆਂ ਪੈਦਾ ਹੋਈਆਂ। ਜਿੱਦਾਂ ਸ਼ੁਰੂ ਦੇ ਵਿੱਚ ਹੀ ਆ ਜਾਂਦਾ ਨਾ ਕਿ ਉਹ ਫਿਰ ਜ਼ਾਹਰ ਇਹਨਾਂ ਕਮੀਆਂ ਦੇ ਨਤੀਜੇ 'ਚ ਕੀ ਸੀ, ਕੌਲ ਔਰ ਫੇਲ ਦੇ ਵਿੱਚ ਵੀ ਕੁਛ ਤਜ਼ਾਦ ਆ ਗਿਆ। ਜ਼ਾਹਿਰ ਹੈ ਉਹ ਅਗਰਚੇ ਉਹ ਮੁਸਲਮਾਨ ਹੋਇਆ, ਲੇਕਿਨ ਉਹਨਾਂ ਨੂੰ ਉਨੀ ਤਰਬੀਅਤ ਨਹੀਂ ਮਿਲੀ, ਔਰ ਉਸ ਮਿਆਰ ਤੱਕ ਤੇ ਉਹ ਪਹੁੰਚਣ ਲਈ ਤੇ ਇੱਕ ਮਿਹਨਤ ਚਾਹੀਦੀ, ਟਾਈਮ ਚਾਹੀਦਾ। ਔਰ ਫਿਰ ਕੋਈ ਅੱਛਾ, ਫਿਰ ਨਬੀ ਸੱਲੱਲਾਹੁ ਅਲੈहि ਵਸੱਲਮ ਕੋ ਵੀ ਹੁਣ ਇੰਨਾ ਟਾਈਮ ਨਹੀਂ ਹੈ ਨਾ, ਹੁਣ ਤਾਂ ਉਹਨਾਂ ਦੀ ਤਰਬੀਅਤ ਹੋਏਗੀ ਤੇ ਦੂਸਰੇ ਸਹਾਬਾ ਦੇ ਜ਼ਰੀਏ ਹੋਏਗੀ। ਨਬੀ ਸੱਲੱਲਾਹੁ ਅਲੈहि ਵਸੱਲਮ ਜਿੱਦਾਂ ਟਾਈਮ ਦੇ ਸਕਦੇ ਸੀ ਮੱਕਾ ਦੇ ਵਿੱਚ, ਇੱਦਾਂ ਹੁਣ ਇੱਥੇ ਨਹੀਂ ਦੇ ਰਹੇ। ਇੱਥੇ ਜੰਗਾਂ ਦੇ ਸਿਲਸਿਲੇ ਸ਼ੁਰੂ ਹੋਏ ਆ, ਇੱਥੇ ਹੋਰ ਮਸਰੂਫੀਅਤ ਬਣ ਗਈਆਂ ਬਹੁਤ ਜ਼ਿਆਦਾ। ਬਹਰਹਾਲ ਜਿਹੜਾ ਨਾ ਉਹ ਇਸ ਤੋਂ ਫਿਰ ਇਹ ਗੱਲ ਅੱਲਾਹ ਤਾਲਾ ਨੇ ਇੱਥੇ ਜਿਹੜਾ ਨਾ ਮੁਸਲਮਾਨਾਂ ਨੂੰ ਇੱਕ, ਤੁਸੀਂ ਹੁਣ ਆਪਾਂ ਪੜ੍ਹਾਂਗੇ ਤਾਂ ਪਤਾ ਲੱਗੇਗਾ, ਮੁਸਲਮਾਨਾਂ ਨੂੰ ਕਾਫੀ ਡਾਂਟਿਆ ਡੂੰਟਿਆ ਅੱਲਾਹ ਤਾਲਾ ਨੇ। ਤੇ ਇਹ ਉਸ ਜ਼ਮਾਨੇ ਦੇ ਵਿੱਚ ਫਿਰ ਇਹ ਕੁਛ ਕਮੀਆਂ ਜਿਹੜੀਆਂ ਮੁਸਲਮਾਨਾਂ ਦੇ ਵਿੱਚ, ਇਹ ਖਾਸ ਤੌਰ ਤੇ ਜਿਹੜੇ ਨਵੇਂ ਮੁਸਲਮਾਨ ਸੀਗੇ ਨਾ,
ਹੁਣ ਆ ਰਹੇ ਸੀਗੇ, ਉਹਨਾਂ ਦੇ ਵਿੱਚ ਜ਼ਾਹਿਰ ਹੁੰਦੀਆਂ ਸੀ, ਤੇ ਉਹਨਾਂ ਨੂੰ ਵੀ ਅੱਲਾਹ ਤਾਲਾ ਨੇ ਜਿਹੜਾ ਨਾ ਇੱਥੇ ਮੁਖਾਤਬ ਕੀਤਾ ਔਰ ਉਹਨਾਂ ਦੀ ਤਵੱਜੋ ਕਰਾਈ ਆ ਉਸ ਗੱਲ ਵੱਲ। ਬਸ ਹੁਣ ਆਪਾਂ ਸ਼ੁਰੂ ਕਰਦੇ ਹਾਂ। ਫਰਮਾਇਆ, ਅੱਛਾ ਇੱਕ ਚੀਜ਼ ਹੋਰ ਨੋਟ ਕਰਵਾ ਦੇਵਾਂ ਮੈਂ, ਕਿ ਇਸ ਸੂਰਤ ਦੇ 4 ਹਿੱਸੇ ਆਪਾਂ ਕਰੀਏ ਨਾ, ਯਾਨੀ ਆਇਤ ਨੰਬਰ 1 ਤੋਂ ਲੈ ਕੇ ਆਇਤ ਨੰਬਰ 4 ਤੱਕ, ਇਹਦੇ ਵਿੱਚ ਤਮਹੀਦ ਬਿਆਨ ਹੋਈ ਹੈ। ਔਰ ਆਇਤ ਨੰਬਰ 5 ਤੋਂ ਲੈ ਕੇ 8 ਤੱਕ, ਇਹ ਵੀ 4 ਆਇਤਾਂ ਹੀ ਬਣਦੀਆਂ। ਇਹ ਸਾਬਕਾ ਉਮਤ ਦਾ ਤਰਜ਼ ਅਮਲ ਜਿਹੜਾ ਨਾ, ਉਹਦੇ ਤੋਂ ਮੁਸਲਮਾਨਾਂ ਨੂੰ ਨਸੀਹਤ ਲੈਣ ਵਾਸਤੇ ਤਵੱਜੋ ਕਰਾਈ ਗਈ ਮੁਸਲਮਾਨਾਂ ਦੀ। ਔਰ ਫਿਰ ਆਇਤ ਨੰਬਰ 9 ਤੋਂ ਆਇਤ ਨੰਬਰ 12, ਇਹ ਵੀ 4 ਹੀ ਆਇਤਾਂ ਬਣਦੀਆਂ। ਇਹਦੇ ਵਿੱਚ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਉਹ ਤਸ਼ਰੀਫ ਆਵਰੀ ਦਾ ਮਕਸਦ ਦੱਸਿਆ ਕਿ ਆਪ ਦਾ ਮਕਸਦ ਗਲਬਾ ਦੀਨ ਸੀਗਾ। ਔਰ ਫਿਰ ਆਖਰ ਦੇ ਵਿੱਚ 2 ਆਇਤਾਂ ਵਾ 13 ਤੇ 14, ਇਹਦੇ ਵਿੱਚ ਇਹ ਦੱਸਿਆ ਵੀ ਜਿਹੜੇ ਲੋਕ ਵੀ ਇਸ ਪੈਗਾਮ ਨੂੰ ਕਬੂਲ ਕਰਨ ਵਾਲੇ ਆ, ਤੇ ਦੁਨੀਆ ਔਰ ਆਖਰਤ ਦੇ ਵਿੱਚ ਕਾਮਯਾਬੀ ਉਹਨਾਂ ਨੂੰ ਹੀ ਨਸੀਬ ਹੋਏਗੀ। ਜਿਹੜੇ ਵੀ ਇਸ ਮਿਸ਼ਨ ਦੇ ਵਿੱਚ ਜਿਹੜਾ ਨਾ ਪਾਰਟਿਸਿਪੇਟ ਕਰਨਗੇ। ਚਲੋ ਜੀ, ਬਸ ਹੁਣ ਸ਼ੁਰੂ ਕਰਦੇ ਹਾਂ। ਸੱਬਹ ਲਿल्लाह मा फिस समावात व मा फिल अर्द, ਤਸਬੀਹ ਕਰਦੀ ਹੈ, ਪਾਕੀ ਬਿਆਨ ਕਰਦੀ ਹੈ ਹਰ ਸ਼ੈ ਅੱਲਾ ਦੀ, ਜਿਹੜੀ ਵੀ ਹੈਗੀ ਆ ਆਸਮਾਨਾਂ ਦੇ ਵਿੱਚ ਤੇ ਜ਼ਮੀਨ ਦੇ ਵਿੱਚ। ਔਰ ਇਸ ਗੱਲ ਦਾ ਇਤਰਾਫ ਕਰਦੀ ਹੈ ਆਪਣੇ, ਯਾਨੀ ਇੱਕ ਤੇ ਤਸਬੀਹ ਹਾਲੀ ਹੈ ਨਾ, ਇੱਕ ਤਸਬੀਹ ਕੌਲੀ ਆ, ਆਪਣੇ ਹਾਲ ਨਾਲ ਇਸ ਗੱਲ ਦਾ ਇਤਰਾਫ ਕਰਦੀ ਹੈ ਵਹੁਵਲ ਅਜ਼ੀਜ਼ੁਲ ਹਕੀਮ, ਕਿ ਉਹ ਬੜਾ ਤਾਕਤਵਰ ਹੈ ਔਰ ਉਹ ਹਕਮਤ ਵਾਲਾ ਹੈ। ਯਾ ਅਯੁਹੱਲਜ਼ੀਨਾ ਆਮਨੂ, ਐ ਈਮਾਨ ਵਾਲਿਓ, ਲਿਮਾ ਤਕੂਲੂਨਾ ਮਾ ਲਾ ਤਫਆਲੂਨ, ਤੁਸੀਂ ਕਿਉਂ ਉਹ ਗੱਲ ਕਰਦੇ ਹੋ ਜਿਹੜੀ ਫਿਰ ਤੁਸੀਂ ਜਿਹਦੇ ਤੇ ਅਮਲ ਨਹੀਂ ਕਰਦੇ। ਯਾਨੀ ਜਿਹਨੂੰ ਕਹਿੰਦੇ ਸਾਡੇ ਕੌਲ ਔਰ ਫੇਲ ਦੇ ਵਿੱਚ ਤਜ਼ਾਦ ਆ ਜਾਣਾ। ਹੁਣ ਇਹ ਨੋਟ ਕਰ ਲਓ ਕਿ ਇਹ ਈਮਾਨ ਵਾਲਿਆਂ ਦੀ ਗੱਲ ਹੋ ਰਹੀ ਹੈ, ਲੇਕਿਨ ਉਹ ਮੈਂ ਸ਼ੁਰੂ 'ਚ ਦੱਸ ਚੁੱਕਿਆ ਕਿ ਇਹ ਹੁਣ ਜਿਹੜੀ ਉਹ ਨਵੇਂ ਲੋਕ ਆ ਰਹੇ ਆ, ਉਹਨਾਂ 'ਚ ਕੁਛ ਕਮੀਆਂ ਜ਼ਾਹਿਰ ਹੋ ਰਹੀਆਂ। ਉਹ ਜਿੱਦਾਂ ਅਸੀਂ ਸੂਰਾ ਅਹਜ਼ਾਬ 'ਚ ਵੀ ਪੜ੍ਹਿਆ ਨਾ, ਕਿ ਖੰਦਕ ਦੇ ਉੱਤੇ ਵੀ ਬਾਜ਼ ਡਿਊਟੀ ਦੇਣ ਤੋਂ ਕਤਰਾ ਰਿਹਾ ਸੀ, ਜਿੱਦਾਂ ਉਹਦ ਦੇ ਵਿੱਚੋਂ 350 ਵਾਪਸ ਆ ਗਿਆ ਸੀ। ਫਰਮਾਇਆ ਕਾਬੂਰਾ ਮਕਤਨ ਇੰਦੱਲਾਹ ਅਨ ਤਕੂਲੂ ਮਾ ਲਾ ਤਫਆਲੂਨ, ਔਰ ਅੱਲਾਹ ਤਾਲਾ ਨੂੰ ਇਹ ਗੱਲ ਜਿਹੜੀ ਹੈ ਇਹ ਬਹੁਤ ਬੁਰੀ ਲੱਗਦੀ ਹੈ ਕਿ ਤੁਸੀਂ ਉਹ ਗੱਲ ਕਰੋ ਜਿਹੜਾ ਫਿਰ ਤੁਸੀਂ ਜਿਹਦੇ ਤੇ ਅਮਲ ਨਾ ਕਰੋ। ਅਨ ਤਕੂਲੂ ਮਾ ਲਾ ਤਫਆਲੂਨ, ਤੁਸੀਂ ਉਹ ਗੱਲ ਆਖੋ ਜਿਹੜੇ ਤੁਸੀਂ ਅਮਲ ਨਹੀਂ ਕਰਦੇ। ਮਤਲਬ ਇਹ ਵੀ ਤੁਸੀਂ ਕਹਿੰਦੇ ਅਸੀਂ ਈਮਾਨ ਵਾਲੇ ਹਾਂ, ਤੁਸੀਂ ਈਮਾਨ ਦਾ ਇੱਕ ਐਲਾਨ ਕਰਦੇ ਹੋ, ਤੇ ਫਿਰ ਈਮਾਨ ਦਾ ਤਕਾਜ਼ਾ ਜਿਹਾਦ ਤੁਸੀਂ ਕਰਦੇ ਨਹੀਂ, ਉਹਦੇ ਤੋਂ ਤੁਸੀਂ ਪਿੱਛੇ ਜਿਹੜਾ ਨਾ ਉਹ ਹਟਣ ਦੀ ਕੋਸ਼ਿਸ਼ ਕਰਦੇ ਹੋ ਜਾਂ ਘਬਰਾਉਂਦੇ ਹੋ। लिहाजा फरमाया इन अल्लाह युहिब्बुल्लज़ीना युकातिलूना फी सबीलिही सफ़न कान्नहुम बुनियानुम मरसूस, बेशक ਅੱਲਾ ਦੇ ਪਿਆਰੇ ਬਣੋਗੇ ਤੁਸੀਂ ਉਸ ਵੇਲੇ ਅੱਲਾ ਨੂੰ, ਤੇ ਉਹ ਲੋਕ ਮਹਿਬੂਬ ਆ। ਇਨ ਅੱਲਾਹ ਯੁਹਿਬੁਲ ਲਜ਼ੀਨਾ, ਅੱਲਾ ਉਹਨਾਂ ਲੋਕਾਂ ਨੂੰ ਮੁਹੱਬਤ ਕਰਦਾ ਹੈ, ਯੁਕਾਤਿਲੂਨਾ ਫੀ ਸਬੀਲਿhi ਸਫਨ ਕਾਨਹੁਮ ਬੁਨਿਆਨੁਮ ਮਰਸੂਸ, ਜਿਹੜੇ ਅੱਲਾਹ ਤਾਲਾ ਦੇ ਰਸਤੇ ਦੇ ਉੱਤੇ ਜਿਹੜਾ ਉਹ ਸੀਸਾ ਪਿਲਾਈ ਹੋਈ ਦੀਵਾਰ, ਲੋਹੇ ਦੀ ਦੀਵਾਰ ਕਹਿ ਲਓ ਤੁਸੀਂ, ਉਹ ਜਿੱਦਾਂ ਜ਼ੁਲਕਰਨੈਨ ਨੇ ਉਹ ਦੀਵਾਰ ਬਣਾਈ ਸੀ ਤੇ ਫਿਰ ਲੋਹੇ ਦੀ, ਤੇ ਉੱਤੇ ਪਾਇਆ ਸੀ ਪਿਘਲਿਆ ਹੋਇਆ ਤਾਂਬਾ। ਸੂਰਾ ਕਾਹਫ ਦੇ ਵਿੱਚ ਪੜਿਆ ਨਾ, ਉਹਨੂੰ ਪੱਕਾ ਕਰ ਦਿੱਤਾ ਸੀ। ਇਦਾਂ ਦੀ ਦੀਵਾਰ ਬਣ ਕੇ ਜਿਹਦੇ 'ਚ ਦੁਸ਼ਮਣ ਸਰਾਖ ਨਾ ਕਰ ਸਕੇ, ਜਿਹਨੂੰ ਦੁਸ਼ਮਣ ਢਾਹ ਨਾ ਸਕੇ, ਇਦਾਂ ਦੀ ਦੀਵਾਰ ਬਣ ਕੇ ਤੇ ਉਹ ਜੰਗ ਕਰਦੇ ਆ। ਇਨ ਅੱਲਾਹ ਯੁਹਿਬੁਲ ਲਜ਼ੀਨਾ ਯੁਕਾਤਿਲੂਨਾ ਫੀ ਸਬੀਲਿhi ਸਫਨ ਕਾਨਹੁਮ ਬੁਨਿਆਨੁਮ ਮਰਸੂਸ। ਹੁਣ ਇਹ ਦੇਖੋ, ਇਹ ਅੱਜ ਦੌਰ ਦੀ ਗੱਲ ਆ ਨਾ, ਉਸ ਵੇਲੇ ਬਹਿਸ ਹੈ ਸੀ ਜੰਗ ਦੀ ਸਫ ਦੀ, ਔਰ ਹੁਣ ਬਹਿਸ ਹੈਗੀ ਹੈ ਬਸ ਜਿਹੜਾ ਨਾ ਉਹ ਬਹਿਸ ਮੁੱਕ ਜਾਂਦੀ ਹੈ ਨਮਾਜ਼ ਦੀਆਂ ਸਫਾਂ ਤੱਕ, ਠੀਕ ਹੈ ਨਾ। ਉਹ ਜਿੰਨਾ ਵੀ ਜ਼ੋਰ ਹੈਗਾ ਉਹ ਨਮਾਜ਼ ਦੀਆਂ ਸਫਾਂ ਤੇ ਲੱਗ ਜਾਏਗਾ, ਉਹ ਬਲਕਿ ਜੰਗ ਵਾਲਾ ਜ਼ੋਰ ਵੀ ਇੱਥੇ ਹੀ ਲੱਗ ਜਾਏਗਾ, ਠੀਕ ਹੈ। ਇਹਦਾ ਮਤਲਬ ਇਹ ਨਹੀਂ ਸਫਾਂ ਸਿੱਧੀਆਂ ਹੀ ਹੋਣੀਆਂ ਚਾਹੀਦੀਆਂ, ਲੇਕਿਨ ਗੱਲ ਇਹ ਹੈ ਵੀ ਐਸ ਸਫ ਦਾ ਜਿਹਨੂੰ ਖਿਆਲ ਹੀ ਨਹੀਂਗਾ, ਜਿਹਨੇ ਸਾਰੀ ਜ਼ਿੰਦਗੀ
इस गल ओनू समझिया ही नहीं कि मैं नमाज दियां सफ़ां सीधियां करदा रहा और अल्लाह ताला ने जिस सफ़ दा कहा कि वो सफ़ ते होनी चाहिए लोहे वर्गी हैं, बुनियानुम मरसूस हैं, तो मैं तो मिट्टी वर्गी सफ़ दा हिस्सा नहीं बनया। लोहे दी ते सफ़ जिहड़ी है लोहे दी दीवार वो तो मैं की बनना सी, मैं तो मिट्टी दी गारे दी मिट्टी भी नहीं बनया। मैं तो ये समझा ही नहीं, मैं तो सारा जोर ही इत्थे ही मार मूर दिता। ठीक है, ਇਹ ਬੜੀ ਇਬਰਤ ਵਾਲੀ ਗੱਲ ਹੈ। ਇਹ ਫਿਰ ਇਸ ਗੱਲ ਨੂੰ ਜਿਹੜਾ ਨਾ ਇਹਦਾ ਬਹਾਨਾ ਬਣਾਓਗੇ, ਲਓ ਜੀ ਨਮਾਜ਼ ਦੀ ਫਿਰ ਸਫ ਨਾ ਬਣਾਇਆ ਕਰੀਏ। ਨਹੀਂ ਬਣਾਓ ਤੁਸੀਂ ਨਮਾਜ਼ ਦੀ ਸਫ, ਪਰ ਮਸੀਤੇ ਹੀ ਮਰ ਜਾਓਗੇ ਤੇ ਕੋਈ ਫਾਇਦਾ ਨਹੀਂ। ਉਹ ਜਿਹੜੇ ਤਬੂਕ ਗਏ ਸੀ ਨਾ, ਉਹ ਤੇ ਗਏ ਸੀਗੇ, ਤੇ ਜਿਹੜੇ ਮਸੀਤੇ ਬੈਠੇ ਰਹੇ ਸੀ ਬਿਲਾ ਜਵਾਜ਼, ਮਦੀਨੇ ਬੈਠੇ ਰਹੇ ਸੀ, ਪਾਕ ਸ਼ਹਿਰ 'ਚ ਬੈਠੇ ਰਹੇ ਸੀ, ਮਦੀਨਾ ਤੈयबा ਦੇ ਵਿੱਚ ਨਮਾਜ਼ਾਂ ਉੱਥੇ ਪੜ੍ਹਦੇ ਸੀ, ਮੁਨਾਫਿਕ ਵੀ ਉਹੀ ਕਹਿਲਾਏ ਸੀ। इस अहमियत ਨੂੰ ਸਮਝੋ। फरमाया इन अल्लाह युहिब्बुल्लज़ीना युकातिलूना फी सबीलिही सफ़न कअन्नहुम बुनियानुम मरसूस। जे तुसी ਇਹ ਲੋਹੇ ਵਾਲੀ ਦੀਵਾਰ ਨਹੀਂ ਬਣਦੇ, ਜਾਂ ਤੁਹਾਡੇ 'ਚ ਸ਼ੌਕ ਹੀ ਨਹੀਂ, ਜਾਂ ਤੁਸੀਂ ਇਹਦੇ ਵਾਸਤੇ ਕੋਸ਼ਿਸ਼ ਹੀ ਨਹੀਂ ਕਰਦੇ। ਜ਼ਾਹਰ ਹੈ ਹੁਣ ਇਹ ਸਫ ਜਿਹੜੀ ਹੈ ਇਹਦਾ ਜ਼ਿਕਰ ਮਦੀਨੇ ਆ ਕੇ ਅੱਲਾ ਨੇ ਕਿਹਾ ਨਾ, ਤੇ ਜੇ ਮੱਕੇ ਦੇ ਵਿੱਚ ਪ੍ਰੋਗਰਾਮ ਹੀ ਨਾ ਹੁੰਦਾ ਤਾਂ ਉਹ ਹਿਜਰਤ ਹੀ ਨਾ ਕਰਦੇ, ਫਿਰ ਮਦੀਨੇ ਆਉਣ ਦੀ ਲੋੜ ਹੀ ਨਹੀਂ ਸੀਗੀ। ਤੇ ਇਹ ਅੱਗੇ ਆਇਆ ਤਾਂ ਉਸ ਸਫ ਦਾ ਹਿੱਸਾ ਬਣਿਆ ਨਾ। ਤੇ ਜੇ ਤੁਸੀਂ ਟੁਰਨਾ ਹੀ ਨਹੀਂ ਤੇ ਤੁਸੀਂ ਉੱਥੇ ਹੀ ਖੜੋਤੇ, ਉੱਥੇ ਹੀ ਪੈਰ ਮਾਰੀ ਜਾਂਦੇ ਹੋ, ਤੇ ਬਸ ਫਿਰ ਉੱਥੇ ਜੋ ਘੇਰਿਆ ਗਿਆ। ਤੇ ਇਹ ਤਾਂ ਸਮਝ ਲਓ ਫਿਰ ਕੋਈ ਰੌਲਾ ਹੀ ਬਣ ਜਾਣਾ ਵਾ। ਫਿਰ ਐਵੇਂ ਸਮਝੋਗੇ ਵੀ ਇਦਾਂ ਹੀ ਅਸੀਂ ਇਹ ਮਸੀਤ ਦੀਆਂ ਸਫਾਂ ਦੇ ਨਾਲ ਚਲੇ ਜਾਵਾਂਗੇ। ਅਸੀਂ ਅੱਲਾ ਆਖੇਗਾ ਕਿ ਉਹ ਲੋਹੇ ਦੀ ਦੀਵਾਰ ਮੈਨੂੰ ਦਿਖਾਓ ਜਦੋਂ ਤੁਸੀਂ ਬਣੇ ਸੀਗੇ, ਤੇ ਤੁਸੀਂ ਉੱਥੇ ਮਸੀਤ ਵਾਲੀ ਸਫ ਦੱਸੋਗੇ, ਤੇ ਫਿਰ ਤਾਂ ਨਹੀਂ ਗੱਲ ਪਾਰ ਲੰਘਦੀ। ਤੇ ਪੂਰੇ ਉਹ ਨਮਾਜ਼ ਦੀ ਸਫ ਦਾ ਜ਼ਿਕਰ ਜਿਹੜਾ ਨਾ ਅਹਾਦੀਸ ਦੇ ਵਿੱਚ ਹੈ, ਲੇਕਿਨ ਇਹ ਕੁਰਾਨ ਦੇ ਵਿੱਚ ਜਿਸ ਸਫ ਦਾ ਜ਼ਿਕਰ ਹੈ ਉਹ ਆਹਾ ਹੀ ਸਫ ਹੈ। ਔਰ ਇਹੀ ਅਸਲ 'ਚ ਮੋਮਿਨ ਦੀ ਪਹਿਚਾਣ ਵੀ ਇਹੀ ਹੈ। ਅਸੀਂ ਉਹ ਪੜ੍ਹ ਚੁੱਕੇ ਹਾਂ ਸੂਰਾ ਹੁਜਰਾਤ ਦੀ ਆਇਤ ਨੰਬਰ 15 'ਚ ਆਇਆ ਨਾ ਕਿ ਉਹ ਹੈ ਜਿਹੜੇ ਜਿਹਾਦ ਕਰਦੇ। इन अल्लाह युहिब्बुल्लज़ीना युकातिलूना फी सबीलिही सफ़न कअन्नहुम बुनियानुम मरसूस। ਹੁਣ ਇਹ 4 ਆਇਤਾਂ ਜਿਹੜੀਆਂ ਨਾ ਪੂਰੀਆਂ ਹੋ ਗਈਆਂ। ਇਹਦੇ ਵਿੱਚ ਇਹ ਇੱਕ ਤਮਹੀਦ ਮੁਕੰਮਲ ਕਰ ਦਿੱਤੀ ਅੱਲਾਹ ਤਾਲਾ ਨੇ। ਹੁਣ ਇਹ ਜਿਹੜਾ ਦੂਸਰਾ ਹਿੱਸਾ ਜਿਹੜਾ ਨਾ ਉਹ ਆ ਗਿਆ ਵਾ, ਯਾਨੀ ਆਇਤ ਨੰਬਰ 5 ਤੋਂ ਲੈ ਕੇ 8 ਤੱਕ। ਇਹਦੇ ਵਿੱਚ ਹੁਣ ਉਹ ਸਾਬਕਾ ਉਮਤ ਜਿਹੜੀ ਹੈ ਨਾ ਉਹਦਾ ਤਰਜ਼ ਅਮਲ ਅੱਲਾਹ ਤਾਲਾ ਜਿਹੜਾ ਉਹ ਬਿਆਨ ਫਰਮਾ ਰਿਹਾ, ਸਾਡੀ ਇਬਰਤ ਵਾਸਤੇ ਉਹ ਬਿਆਨ ਹੋ ਰਿਹਾ। ਫਰਮਾਇਆ ਵਇਜ਼ ਕਾਲਾ ਮੂਸਾ ਲੈ ਕੌਮਿही, याद करो जिस वेले मूसा अलैहिस्सलाम ने अपनी कौम नूं कहा सी लिमा तुज़ूननी, क्यों मैनू तकलीफ दिंदे हो, वक़त तालमूना अन्नी रसूलुल्लाह अलैकुम, ਜਦੋਂ ਕਿ ਤੁਹਾਨੂੰ ਇਸ ਗੱਲ ਦਾ ਪਤਾ ਕਿ ਮੈਂ ਅੱਲਾ ਵੱਲੋਂ ਰਸੂਲ ਹਾਂ ਤੁਹਾਡੇ ਵਾਸਤੇ, ਤੁਹਾਡਾ ਰਸੂਲ ਬਣ ਕੇ ਆਇਆ। ਫਲੰਮਾ ਜ਼ਾਗੂ ਅਜ਼ਾਗ ਅੱਲਾਹੁ ਕੁਲੂਬਹੁਮ, ਤੇ ਜਦੋਂ ਉਹ ਟੇਢੇ ਹੋਏ ਤੇ ਅੱਲਾਹ ਤਾਲਾ ਨੇ ਉਹਨਾਂ ਦੇ ਦਿਲ ਵੀ ਟੇਢੇ ਕਰ ਦਿੱਤੇ। ਅੱਛਾ, ਇਹ ਹੁਣ ਇੱਥੇ 2-3 ਚੀਜ਼ਾਂ। ਮਸਲਨ ਇਹ ਹੈ ਕਿ ਦੇਖੋ ਮੂਸਾ अलैहिस्सलाम ਨੂੰ ਜਿਹੜੀ ਸਭ ਤੋਂ ਜ਼ਿਆਦਾ ਤਕਲੀਫ ਹੋਈ, ਵੈਸੇ ਤੇ ਕਈ ਬਹੁਤ ਪਰੇਸ਼ਾਨ ਕੀਤਾ ਮੂਸਾ अलैहिस्सलाम ਨੂੰ ਬਨੀ ਇਸਰਾਈਲ ਨੇ, ਲੇਕਿਨ ਜਿਸ ਤਕਲੀਫ ਦੇ ਵਿੱਚ ਮੂਸਾ अलैहिस्सलाम ਉਸ ਕੌਮ ਦੇ ਕੋਲੋਂ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਰਹੇ ਉਹ ਇਹ ਰਹੇ ਕਿ ਮੂਸਾ अलैहिस्सलाम ਨੂੰ ਜਿਹਾਦ ਦਾ ਕਿਹਾ, ਜੰਗ ਲੜਨ ਦਾ ਕਿਹਾ ਹੈ। ਉਹ ਜਿੱਦਾਂ ਪਿੱਛੇ ਆ ਗਿਆ ਨਾ ਕਿ ਸੀਸਾ ਅੱਲਾ ਨੂੰ ਤੇ ਉਹ ਮਹਿਬੂਬ ਆ, ਉਹਨਾਂ ਨੂੰ ਉਸ ਪਾਸੇ ਲਾਇਆ ਕਿ ਉਹ ਅੱਲਾ ਦੇ ਮਹਿਬੂਬ ਬਣ ਜਾਣ, ਅੱਲਾ ਉਹਨਾਂ ਨੂੰ ਮੁਹੱਬਤ ਕਰਨ ਲੱਗ ਪਵੇ ਹੈ। ਤੇ ਉਹਨਾਂ ਨੇ ਕਿਹਾ ਫਜ਼ਹਬ ਅੰਤਾ व रब्बुका फकातिला इन्ना हाहुना काइदून। ਉਸ ਜਿਹੜਾ ਨਾ ਉਹ ਸੂਰਾ ਮਾਇਦਾ ਦੇ ਵਿੱਚ ਇਹ ਬਾਤ ਆਉਂਦੀ ਹੈ ਕਿ ਉਹਨਾਂ ਨੇ ਮੂਸਾ अलैहिस्सलाम ਨੂੰ ਜਿਹੜਾ ਨਾ ਉਹ ਜਵਾਬ ਦੇ ਦਿੱਤਾ ਕਿ ਜਿਹੜਾ ਨਾ ਉਹ मूसा तू चला जाओ, तेरा रब चला जाओ, जाके जंग लड़ लो।
ਹੁਣ मूसा मूसा अलैहिस्सलातु सलाम ਜਿਹੜੇ ਨਾ ਬਹੁਤ ਮਾਯੂਸ ਹੋਏ ਔਰ ਉਹਨਾਂ ਨੇ ਅੱਲਾਹ ਤਾਲਾ ਅੱਗੇ ਦਰਖਾਸਤ ਵੀ ਕੀਤੀ ਕਿ ਅੱਲਾ ਮੇਰਾ ਕੋਈ ਜ਼ੋਰ ਨਹੀਂ ਆਪਣੇ ਔਰ ਆਪਣੇ ਭਰਾ ਤੋਂ ਇਲਾਵਾ ਕਿਸੇ ਤੇ ਚੱਲਦਾ ਤੇ ਤੂੰ ਸਾਨੂੰ ਇਸ ਕੌਮ ਤੋਂ ਅਲੱਗਾ ਕਰ ਦੇ। ਮੈਂ ਕਹਿੰਦਾ ਹੁੰਦਾ मूसा अलैहिस्सलातु सलाम ਨੇ ਅਸਤੀਫਾ ਦੇ ਦਿੱਤਾ, ਹਾਲਾਂਕਿ ਕਿੱਥੋਂ ਫਿਰੌਨ ਦੀ ਗੁਲਾਮੀ ਚੋਂ ਛੁਡਾ ਕੇ ਲਿਆਇਆ ਸੀ ਔਰ ਲੇਕਿਨ ਹੁਣ ਕਹਿ ਰਿਹਾ ਕਿ ਅੱਲਾ ਤੂੰ ਮੈਨੂੰ ਜਿਹੜਾ ਨਾ ਮੇਰਾ ਕੋਈ ਜ਼ੋਰ ਨਹੀਂ ਚੱਲਦਾ, ਫਫਰੁਕ ਬੈਨਨਾ ਵ ਬੈਨਲ ਕੌਮਿਲ ਫਾਸਿਕਿਨ, ਇਹ ਫਾਸਿਕ ਲੋਕ ਆ ਜਿਹੜੇ ਜਿਹਾਦ ਨਹੀਂ ਕਰਦੇ ਤੇ ਤੂੰ ਸਾਡੇ ਤੇ ਇਹਨਾਂ ਦੇ ਦਰਮਿਆਨ ਫਰਕ ਪਾ ਦੇ। ਬਹਰਹਾਲ ਉਹ ਤੇ ਅੱਲਾਹ ਤਾਲਾ ਨੇ ਜਿਹੜਾ ਨਾ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਜੀ ਚਲੇ ਜਾਓ। ਇਹ ਮਜ਼ਮੂਨ ਜਿਹੜਾ ਨਾ ਸੂਰਾ ਮਾਇਦਾ ਦੀ ਆਇਤ ਨੰਬਰ 24-25 ਦੇ ਵਿੱਚ ਹੈ ਕਿ ਇਹਨਾਂ ਨੇ ਇਸ ਤਰ੍ਹਾਂ ਇਨਕਾਰ ਕੀਤਾ ਸੀਗਾ। ਬਹਰਹਾਲ ਇਸ ਸੂਰਤ ਦੇ ਵਿੱਚ ਵੀ ਇਹੀ ਗੱਲ ਹੈ, ਇਨ ਅੱਲਾਹ ਯੁਹਿਬੁਲ ਲਜ਼ੀਨਾ ਯੁਕਾਤਿਲੂਨਾ ਫੀ ਸਬੀਲਿhi ਸਫਨ ਕਾਨਹੁਮ ਬੁਨਿਆनुम ਮਰਸੂਸ। ਤੇ ਇਹ ਇੱਥੇ ਉਹਨਾਂ ਦਾ ਤਰਜ਼ ਅਮਲ ਜਿਹੜਾ ਅੱਲਾ ਨੇ ਦੱਸ ਦਿੱਤਾ ਸਾਨੂੰ ਇਬਰਤ ਵਾਸਤੇ ਕਿ ਤੁਹਾਡੇ ਚੋਂ ਵੀ ਜਿਹੜੇ ਲੋਕ ਅੱਗੇ ਪਿੱਛੇ ਹੁੰਦੇ ਆ ਨਾ, ਭਾਵੇਂ ਉਹ ਖੰਦਕ ਤੇ ਹੁੰਦੇ ਜਾਂ ਉੱਥੇ ਹੁੰਦੇ, ਤੇ ਉਹ ਉਹਨਾਂ ਵਾਸਤੇ ਇਬਰਤ ਹੈ। ਬਹਰਹਾਲ ਅੱਗੇ ਜਿਹੜੀ ਗੱਲ ਫਰਮਾਈ ਨਾ, ਫਰਮਾਇਆ ਫਲਮਾ ਜ਼ਾਗੂ ਅਜ਼ਾਗ ਅੱਲਾਹੁ ਕੁਲੂਬahum। ਇਹ ਇੰਨਾ ਜੁਮਲਾ ਜਿਹੜਾ ਨਾ ਬਹੁਤ ਅਹਮ ਹੈ, ਫਲਮਾ ਜ਼ਾਗੂ ਅਜ਼ਾਗ ਅੱਲਾਹੁ ਕੁਲੂਬahum। ਜਦੋਂ ਉਹ ਟੇਢੇ ਹੋਏ, ਪਹਿਲੇ ਤੇ ਸਮਝ ਲਓ ਗੱਲ ਹੈ ਫਲਮਾ ਜ਼ਾਗੂ, ਜਿਸ ਵੇਲੇ ਉਹ ਖੁਦ ਟੇਢੇ ਹੋਏ। ਕੌਣ ਟੇਢੇ ਹੋਏ? ਉਹ ਬਨੀ ਇਸਰਾਈਲੀ मूसा अलैहिस्सलातु सलाम ਦੇ ਉਹ ਉਮਤੀ ਜਿਹੜੇ ਪਰੇਸ਼ਾਨ ਕਰ ਰਿਹਾ ਸੀ मूसा अलैहिस्सलाम, ਜਿਨ੍ਹਾਂ ਨੇ ਜਿਹਾਦ ਨਹੀਂ ਕੀਤਾ ਸੀਗਾ, ਉਹ ਹੁਣ ਟੇਢੇ ਹੋਏ। ਅਜ਼ਾਗ ਅੱਲਾਹੁ ਕੁਲੂਬahum, ਤਾਂ ਅੱਲਾ ਨੇ ਵੀ ਉਹਨਾਂ ਦੇ ਦਿਲਾਂ ਨੂੰ ਟੇਢਾ ਹੀ ਕਰ ਦਿੱਤਾ। ਇਹ ਕੁਰਾਨ ਕਰੀਮ ਦੇ ਵਿੱਚ ਨਾ ਕਈ ਜਗ੍ਹਾ ਤੇ ਆਉਂਦਾ ਕਿ ਅੱਲਾਹ ਤਾਲਾ ਨੇ ਉਹਨੂੰ ਗੁੰਮਰਾਹ ਕਰ ਦਿੱਤਾ, ਫਲਾਂ ਆਦਮੀ ਉਹਨੂੰ ਅੱਲਾ ਨੇ ਗੁੰਮਰਾਹ ਕਰ ਦਿੱਤਾ। ਕਿਸੇ ਜਗ੍ਹਾ ਆ ਜਾਂਦਾ ਕਿ ਉਹ ਖੁਦ ਗੁੰਮਰਾਹ ਹੋ ਗਿਆ। ਤੇ ਇਹ ਫਿਰ ਉੱਥੇ ਬਾਅਦ ਔਕਾਤ ਸਾਨੂੰ ਹੋ ਜਾਂਦਾ ਕਿ ਜੀ ਜਿਹਨੂੰ ਅੱਲਾ ਨੇ ਗੁੰਮਰਾਹ ਕਰ ਦਿੱਤਾ ਉਹ ਹੁਣ ਕਿੱਦਾਂ ਠੀਕ ਹੋ ਸਕਦਾ। ਔਰ ਇਸੇ ਤਰ੍ਹਾਂ ਕਈ ਜਗ੍ਹਾ ਤੇ ਇਹ ਵੀ ਆਉਂਦਾ ਕਿ ਉਹ ਖੁਦ ਗੁੰਮਰਾਹ ਹੋ ਗਿਆ। ਇੱਥੇ ਦੋਨੋਂ ਚੀਜ਼ਾਂ ਵਾ, ਇਹ ਯਾਨੀ ਇਹਦੇ ਦੋ ਪਾਰਟ ਆ। ਪਹਿਲਾ ਪਾਰਟ ਇਹ ਹੈ ਕਿ ਉਹ ਖੁਦ ਟੇਢਾ ਹੁੰਦਾ ਵਾ, ਖੁਦ ਉਹਦੇ ਵਿੱਚ ਜਿਹੜਾ ਨਾ ਉਹ ਖਰਾਬੀ ਪੈਦਾ ਹੁੰਦੀ ਹੈ। ਜਿਹੜਾ ਬੰਦਾ ਗੁੰਮਰਾਹ ਹੁੰਦਾ ਨਾ ਉਹਦੇ ਵਿੱਚ ਖਰਾਬੀ ਪੈਦਾ ਹੁੰਦੀ ਹੈ। ਫਲੰਮਾ ਜ਼ਾਗੂ, ਤੇ ਜਿਸ ਵੇਲੇ ਉਹ ਟੇਢੇ ਹੋਏ ਤੇ ਫਿਰ ਅੱਲਾਹ ਤਾਲਾ ਜਿਹੜਾ ਉਸ ਯਾਨੀ ਉਹ ਅਜ਼ਾਗ ਅੱਲਾਹੁ ਕੁਲੂਬahum, ਯਾਨੀ ਅੱਲਾ ਨੇ ਉਹਨਾਂ ਦੇ ਦਿਲਾਂ ਨੂੰ ਟੇਢਾ ਕਰ ਦਿੱਤਾ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਸੋਚ ਜਿਹੜੀ ਹੈ ਨਾ ਉਹਨੂੰ ਅੱਲਾਹ ਤਾਲਾ ਨੇ ਫਿਰ ਉੱਥੇ ਪੱਕਾ ਕਰ ਦਿੰਦਾ ਹੈ। ਜਦੋਂ ਇੱਕ ਆਦਮੀ ਸਭ ਕੁਝ ਸੋਚ ਸਮਝ ਕੇ ਤੇ ਫਿਰ ਉਹ ਯਾਨੀ ਹੁਣ ਜਿਹੜਾ ਨਾ ਉਹ ਇਹ ਰਵੱਈਆ ਇਖਤਿਆਰ ਕਰਦਾ, ਕੌਲ ਔਰ ਫੇਲ 'ਚ ਤਜ਼ਾਦ ਹੈ, ਜਿਹਾਦ ਨਹੀਂ ਕਰਦਾ, ਤੇ ਉਹ ਫਿਰ ਜਿੱਥੇ ਹੁੰਦਾ ਨਾ ਅੱਲਾਹ ਤਾਲਾ ਉਹਨੂੰ ਉੱਥੇ ਹੀ ਜਿਹੜਾ ਨਾ ਉਹ ਮੁਤਮਿਨ ਕਰ ਦਿੰਦਾ, ਦੂਸਰੇ ਲਫ਼ਜ਼ਾਂ ਦੇ ਵਿੱਚ, ਠੀਕ ਹੈ ਨਾ। ਯਾਨੀ ਉਹਦਾ ਦਿਲ ਜਿਹੜਾ ਨਾ ਉਹ ਉਸ ਗਲਤ ਫਿਕਰ ਦੇ ਉੱਤੇ, ਗਲਤ ਸੋਚ ਦੇ ਉੱਤੇ, ਗਲਤ ਤਸੱਵਰ ਦੇ ਉੱਤੇ ਮੁਤਮਿਨ ਹੋ ਜਾਂਦਾ ਤੇ ਬਸ ਉਹ ਹੁਣ ਫਿਰ ਚੱਲਦਾ ਰਹੇਗਾ ਇੱਦਾਂ ਹੀ, ਜਿੱਦਾਂ ਉਹ ਕੁਰਾਨ ਕਰੀਮ ਦੇ ਵਿੱਚ ਆਇਆ, ਵਾ ਨੁਕੱਲਿਬੁ ਅਫਇਦਤਹੁਮ व ਅਬਸਾਰਹੁਮ ਕਮਾ ਲਮ ਯੂਮਿਨੂ ਬਿਹੀ ਅਵ੍ਵਲ ਮਰਰਾ। ਤੇ ਬਸ ਉਹ ਇਸ ਤਰ੍ਹਾਂ ਜਿਹੜਾ ਨਾ ਇਹ ਗੋਇਆ ਕਿ ਉਹ ਫਿਰ ਅੱਲਾਹ ਤਾਲਾ ਨੇ ਹੁਣ ਦਿਲ ਹੀ ਟੇਢੇ ਕਰ ਦਿੱਤੇ ਆ, ਉਹ ਦਿਲਾਂ ਦੇ ਵਿੱਚੋਂ ਅਹਿਸਾਸ ਹੀ ਮਰ ਗਿਆ ਹੈ। ਤੇ ਇਹ ਦੋ ਚੀਜ਼ਾਂ ਜੀ ਸਮਝ ਲਓ, ਜਦੋਂ ਵੀ ਗੁੰਮਰਾਹ ਹੁੰਦਾ ਬੰਦਾ ਤੇ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ। ਅਸਲ ਪਹਿਲਾ ਸਟੈਪ ਖੁਦ ਬੰਦਾ ਲੈਂਦਾ ਗੁੰਮਰਾਹੀ ਵਾਸਤੇ, ਤੇ ਦੂਸਰਾ ਫਿਰ ਅੱਲਾਹ ਤਾਲਾ ਉਹਦੇ ਵਾਸਤੇ ਕੰਮ ਪੱਕਾ ਕਰ ਦਿੰਦਾ। ਫਲੰਮਾ ਜ਼ਾਗੂ ਅਜ਼ਾਗ ਅੱਲਾਹੁ ਕੁਲੂਬahum, तो अल्लाह ने भी ਉਹਨਾਂ ਤੇ ਫਿਰ ਉਹ ਮਤਲਬ ਮੋਹਰ ਲਗਾ ਦਿੱਤੀ, ਟੇਢੇ ਕਰ ਦਿੱਤੇ, ਬਸ ਹੁਣ ਟੇਢੇ ਹੀ ਰਹੋਗੇ। ਵੱਲਾਹੁ ਲਾ ਯਹਦਿਲ ਕੌਮਲ ਫਾਸਿਕੀਨ, ਇਹ ਹੁਣ ਫਾਸਕ ਸੀਗੇ ਜਿਨ ਔਰ ਮਤਲਬ ਇਹ ਹੈ ਵੀ ਇਸ ਅੱਲਾ ਨੇ ਵੀ ਉਹਨਾਂ ਨੂੰ ਫਿਰ ਪੱਕਾ ਕਰ ਦਿੱਤਾ ਉੱਤੇ। ਐਸੇ ਫਾਸਕਾਂ ਨੂੰ ਅੱਲਾ ਹਦਾਇਤ ਨਹੀਂ ਦੇਗਾ।
ਤੇ ਇਹ ਦੱਸਿਆ ਜਾ ਰਿਹਾ ਕਿ ਮੁਸਲਮਾਨੋ ਤੁਸੀਂ ਇਸ ਹੱਦ ਤੱਕ ਨਾ ਜਿਹੜਾ ਨਾ ਪਹੁੰਚੋ ਕਿ ਉਹ ਬਨੀ ਇਸਰਾਈਲ ਵਾਲੀ ਗੱਲ ਹੀ ਹੋਵੇ। ਅੱਗੇ ਫਰਮਾਇਆ ਵਾ ਇਸ ਕਾਲਾ ਈਸਾ ਬਨ ਮਰੀਅਮਾ या बनी इसराइल, जिस वेले क्या ਜਿਹੜਾ ਈਸਾ ਇਬਨ ਮਰੀਅਮ ਨੇ, ਈਸਾ अलैहिस्सलाम ने, ईसा इबन मरियम ने, ए बनी इसराइल इन्नी रसूलुल्लाह अलैकुम, मैं ਤੁਹਾਡੇ ਵੱਲ ਅੱਲਾ ਦਾ ਰਸੂਲ ਬਣ ਕੇ ਆਇਆ, मुसद्दिक़न लिमा बैना यदैया मिन तौरात, और मैं तस्दीक करदा ਜਿਹੜੀ ਤੁਹਾਡੇ ਕੋਲ ਜਿਹੜੀ ਹੈ ਨਾ ਪਹਿਲੇ ਤੋਂ ਤੌਰਾਤ ਮੌਜੂਦ ਹੈ। ਯਾਨੀ ਹੁਣ ਈਸਾ अलैहिस्सलाम ਦੀ ਗੱਲ ਆ ਗਈ। ਪਹਿਲੇ मूसा अलैहिस्सलाम ਨੂੰ ਉਹਨਾਂ ਨੇ ਤੰਗ ਕੀਤਾ ਤੇ ਹੁਣ ਈਸਾ अलैहिस्सलाम ਨੂੰ ਵੀ ਤਕਲੀਫ ਦਿੱਤੀ। ਤੇ ਈਸਾ अलैहिस्सलाम ਨੇ ਆ ਕੇ ਕਿਹਾ ਮੈਂ ਤੁਹਾਡੇ ਵੱਲ ਅੱਲਾ ਵੱਲੋਂ ਰਸੂਲ ਬਣ ਕੇ ਆਇਆ ਔਰ ਮੈਂ ਤੌਰਾਤ ਦੀ ਤਸਦੀਕ ਕਰਦਾ ਜਿਹੜੀ मूसा अलैहिस्सलाम ਨੂੰ ਮਿਲੀ ਸੀ। व मुबश्शिरन बिरसूल याती मिन बाद इस्मुहु अहमद, और मैं एक ऐसे रसूल ਦੀ ਖੁਸ਼ਖਬਰੀ ਵੀ ਤੁਹਾਨੂੰ ਦਿੰਨਾ ਜਿਹੜਾ ਮੇਰੇ ਤੋਂ ਬਾਅਦ ਆਣਾ, अहमद सल्लल्लाहु अलैहि वसल्लम, यानी मुहम्मद रसूलुल्लाह सल्लल्लाहु अलैहि वसल्लम ਦਾ ਨਾਮ ਅਹਮਦ ਵੀ ਹੈ ਨਾ, ਤੇ ਉਹਦੀ ਮੈਂ ਖੁਸ਼ਖਬਰੀ ਵੀ ਤੁਹਾਨੂੰ ਦਿੰਨਾ ਕਿ ਉਹ ਰਸੂਲ ਵੀ ਆਏਗਾ ਮੇਰੇ ਤੋਂ ਬਾਅਦ। ਫਲੰਮਾ ਜਾਹਮ ਬਿਲ ਬਯਿਨਾਤ, ਜਦੋਂ ਉਹ ਉਹਨਾਂ ਦੇ ਕੋਲ ਆਏ ਸਭ ਨਿਸ਼ਾਨੀਆਂ ਲੈ ਕੇ, ਤੇ ਉਹਨਾਂ ਨੇ ਉਹਨਾਂ ਦੇ ਈਸਾ अलैहिस्सलाम ਤੇ ਈਮਾਨ ਲਿਆਉਣ ਤੋਂ ਇਨਕਾਰ ਕਰ ਦਿੱਤਾ। ਕਾਲੂ ਹਾਜ਼ਾ ਸਿਹਰੁ ਮੁਬੀਨ, ਉਹ ਕਹਿਣ ਲੱਗੇ ਤਾਂ ਖੁੱਲਾ ਜਾਦੂ ਹੈ। ਉਹ ਨਿਸ਼ਾਨੀਆਂ ਕੀ ਸੀ? ਮੁਰਦੇ ਨੂੰ ਜ਼ਿੰਦਾ ਕਰਨਾ ਹੈ, ਔਰ ਅੰਨੇ ਨੂੰ ਠੀਕ ਕਰ ਦੇਣਾ, ਕੋੜੀ ਨੂੰ ਠੀਕ ਕਰ ਦੇਣਾ, ਇਹ ਦੱਸ ਦੇਣਾ ਤੂੰ ਘਰੋਂ ਕੀ ਖਾ ਕੇ ਆਇਆ ਹੈ। ਇਹ ਚੀਜ਼ਾਂ ਤੋਂ ਉਹਨਾਂ ਨੇ ਬਜਾਏ ਇਸਦੇ ਕਿ ਰਸੂਲ ਮੰਨਣ ਇਨਕਾਰ ਕਰ ਦਿੱਤਾ, ਰਸੂਲ ਨਹੀਂ ਮੰਨਿਆ। ਔਰ ਫਿਰ ਅੱਲਾਹ ਤਾਲਾ ਨੂੰ ਉਹ ਰਸੂਲ ਈਸਾ अलैहिस्सलाम ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ ਤੇ ਅੱਲਾ ਨੇ ਉਹਨਾਂ ਨੂੰ ਜ਼ਿੰਦਾ ਉਠਾ ਲਿਆ। ਉਹ ਕੁਰਾਨ ਕਰੀਮ ਦੇ ਦੂਸਰੇ ਮੁਕਾਮ ਤੇ ਅੱਲਾ ਨੇ ਦੱਸਿਆ। ਅੱਲਾ ਦੱਸ ਰਿਹਾ ਕਿ ਤੁਹਾਡੇ ਤੋਂ ਪਹਿਲੀ ਉਮਤ ਨੇ ਰਸੂਲਾਂ ਦੇ ਨਾਲ ਇਹ ਸਲੂਕ ਕੀਤਾ। ਉਹਨਾਂ ਨੇ ਤੇ ਯਾਨੀ मूसा अलैहिस्सलाम ਨੂੰ ਤੇ ਉਹਨਾਂ ਨੇ ਜਿਹਾਦ ਦੇ ਮੌਕੇ ਦੇ ਉੱਤੇ ਪਰੇਸ਼ਾਨ ਕੀਤਾ, ਜਿਹਦੇ ਤੇ ਹੁਣ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੂੰ ਖੰਦਕ ਦੇ ਉੱਤੇ ਡਿਊਟੀ ਨਾ ਕਰਨ ਵਾਲੇ, ਉਹਦ ਦੇ ਵਿੱਚੋਂ ਵਾਪਸ ਜਾਣ ਵਾਲੇ, ਜਾਂ ਉਹ ਤਬੂਕ ਨਾ ਜਾਣ ਵਾਲੇ ਹੈ, ਇਹ ਉਹੋ ਹੀ ਰਵੱਈਆ ਇਖਤਿਆਰ ਕੀਤਾ ਇਹਨਾਂ ਨੇ ਜਿਹੜਾ ਉਹ ਬਨੀ ਇਸਰਾਈਲ ਦਾ ਸੀ। ਦੂਸਰਾ ਰਵੱਈਆ ਇਹ ਉਸੇ ਬਨੀ ਇਸਰਾਈਲ ਦਾ ਸੀ ਕਿ ਜਦੋਂ ਇੱਕ ਪੈਗੰਬਰ ਆਇਆ, ਰਸੂਲ ਆਇਆ, ਉਹ ਹਜੇ ਦਾਵਤ ਦਾ ਹੀ ਕੰਮ ਕਰ ਰਿਹਾ ਸੀਗਾ ਈਸਾ अलैहिस्सलाम, ਤੇ ਉਸ ਦਾਵਤ ਦੇ ਮਰਹਲੇ 'ਚ ਉਸ ਰਸੂਲ ਦਾ ਇਨਕਾਰ ਕਰ ਦਿੱਤਾ, ਉਹਦੇ ਉੱਤੇ ਈਮਾਨ ਜਿਹੜਾ ਨਾ ਉਹ ਨਹੀਂ ਲਿਆਏ, ਤੇ ਉਹਨੂੰ ਜਿਹੜਾ ਨਾ ਉਹਦੇ ਮੌਜਜ਼ਿਆਂ ਨੂੰ ਜਿਹੜਾ ਨਾ ਉਹ ਜਾਦੂ ਕਹਿ ਕੇ ਉਹਦਾ ਜਿਹੜਾ ਨਾ ਇਨਕਾਰ ਕਰ ਦਿੱਤਾ। अब आगे फरमाया कि वमन अज़लमु मिम्मन इफ्तरा अलल्लाहिल कज़िब, ਤੇ ਉਸ ਤੋਂ ਵੱਡਾ ਵੀ ਕੋਈ ਜ਼ਾਲਮ ਹੋ ਸਕਦਾ ਹੈ ਜਿਹੜਾ ਯਾਨੀ ਉਸ ਤੋਂ ਵੱਡਾ ਜਿਹੜਾ ਨਾ ਕੋਈ ਜ਼ਾਲਮ ਨਹੀਂ ਹੋ ਸਕਦਾ। ਮਤਲਬ ਇਹ ਹੈ ਕਿ ਜਿਹੜਾ ਅੱਲਾਹ ਤਾਲਾ ਦੀ ਤਰਫ ਜਿਹੜਾ ਨਾ ਉਹ ਝੂਠ ਜੋੜੇ, ਯਾਨੀ ਅੱਲਾਹ ਦੀ ਤਰਫ ਝੂਠ ਮਨਸੂਬ ਕਰੇ, ਜਦੋਂ ਕਿ ਵਾਹਵਾ ਯੁਦਆ ਇਲਲ ਇਸਲਾਮ, ਉਹਨੂੰ ਬੁਲਾਇਆ ਜਾਂਦਾ ਹੋਵੇ ਇਸਲਾਮ ਦੀ ਤਰਫ। ਇਹ ਖਾਸ ਤੌਰ ਤੇ ਇਹਨੂੰ ਨੋਟ ਕਰ ਲਓ, ਵਾਹਵਾ ਯੁਦਆ ਇਲਲ ਇਸਲਾਮ, ਯਾਨੀ ਇੱਥੇ ਦੋ ਪੈਗੰਬਰਾਂ ਦਾ ਜ਼ਿਕਰ ਆਇਆ ਕਿ ਇੱਕ ਤੇ मूसा अलैहिस्सलाम ਦਾ ਜ਼ਿਕਰ ਆ ਗਿਆ, ਫਿਰ ਆ ਗਿਆ ਦੂਸਰੇ ਪੈਗੰਬਰ ਜਾਂ ਦੂਸਰੇ ਰਸੂਲ, ਉਹ ਹੈ ਈਸਾ अलैहिस्सलाम। ਯਾਨੀ ਉਹ ਦੋਨੋਂ ਰਸੂਲ ਜਿਸ ਪਾਸੇ ਉਹਨਾਂ ਨੂੰ ਬੁਲਾਉਂਦੇ ਸੀਗੇ, ਦਾਵਤ ਦਿੰਦੇ ਸੀ, ਦਾਵਤ ਦਿੰਦੇ ਸੀ, ਉਹ ਸੀ ਇਸਲਾਮ ਦੀ ਦਾਵਤ, ਯਾਨੀ ਇੱਕ ਖਾਲਸ ਇਸਲਾਮ ਦੀ ਦਾਵਤ, ਖਾਲਸ ਦੀਨ ਦੀ ਦਾਵਤ ਜਿਹੜੀ ਪੈਗੰਬਰਾਂ ਦੇ ਜ਼ਰੀਏ ਉਹਨਾਂ ਦੇ ਆ ਰਹੇ ਸੀ। ਅਗਰਚੇ ਉਹ ਆਪਣੇ ਆਪ ਨੂੰ ਮੁਸਲਮਾਨ ਕਹਿਲਾਉਂਦੇ ਹੀ ਸੀਗੇ, ਅੱਲਾ ਦੇ ਮਤਲਬ ਇਹ ਆ ਕਿ ਅੱਲਾ ਦੀ ਇੱਕ ਉਮਤ ਹੀ ਸੀ ਬਨੀ ਇਸਰਾਈਲ, ਲੇਕਿਨ ਜਿਸ ਤਰ੍ਹਾਂ ਅੱਜ ਅਸੀਂ ਸਾਡੇ ਹਾਲਾਤ ਇਹ ਆ ਕਿ ਜਿੱਦਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਉਮਤ ਬਣਾਇਆ ਸੀਗਾ, ਉਹ ਬਿਲਕੁਲ ਹੋਰ ਤਰ੍ਹਾਂ ਦੀ ਉਮਤ ਸੀ। ਉਹਦੇ ਵਿੱਚ ਮਾਮੂਲੀ ਜਿਹਾ ਅਗਰ ਕਿਸੇ ਦੇ ਕੌਲ ਫੇਲ 'ਚ ਤਜ਼ਾਦ ਹੈ,
ਕੋਈ ਜਿਹਾਦ ਤੋਂ ਇੱਧਰ ਉੱਧਰ ਹੋਇਆ। ਹਾਲਾਂਕਿ ਉਹ ਥੋੜੇ ਬਹੁਤ ਲੋਕ ਜਿਹੜੇ ਇਦਾਂ ਦੇ ਸੀ, ਬਾਕੀ ਤਾਂ ਜਿਹਾਦ ਕਰਨ ਵਾਲੇ ਸੀ, ਸੱਚ ਬੋਲਣ ਵਾਲੇ ਸੀ, ਕੈਸੇ ਕੈਸੇ ਪਾਏ ਦੇ ਲੋਕ ਸੀ ਉਹਨਾਂ ਦੇ ਵਿੱਚ। ਇਹ ਤਾਂ ਉਹਨਾਂ ਨੂੰ ਤੰਬੀ ਕੀਤੀ ਹੈ ਨਾ, ਤੇ ਉਹਨਾਂ ਨੂੰ ਇਹ ਦੱਸਿਆ ਕਿ ਤੁਹਾਡੇ ਨਾਲ ਅੱਲਾ ਦੀ ਮੁਹੱਬਤ ਨਹੀਂ ਹੋ ਸਕਦੀ। ਅੱਲਾ ਦੀ ਮੁਹੱਬਤ ਉਹਨਾਂ ਲੋਕਾਂ ਨਾਲ ਹੁੰਦੀ ਹੈ ਜਿਹੜੇ ਅੱਲਾ ਦੇ ਰਸਤੇ ਦੇ ਉੱਤੇ ਸੀਸਾ ਪਲਾਈ ਦੀਵਾਰ ਬਣਦੇ ਆ, ਜਿਨ੍ਹਾਂ ਦੇ ਕੌਲ ਫੇਲ ਦੇ ਵਿੱਚ ਤਜ਼ਾਦ ਨਹੀਂ ਹੁੰਦਾ, ਜਿਹੜੇ ਜਦੋਂ ਅੱਲਾ ਦੇ ਉੱਤੇ ਈਮਾਨ ਲਿਆਉਂਦੇ ਆ ਤੇ ਫਿਰ ਅੱਲਾ ਤਾਲਾ ਦੇ ਮਤਲਬ ਇਹ ਆ ਕਿ ਰਸਤੇ ਦੇ ਉੱਤੇ ਖੜੇ ਰਹਿੰਦੇ ਆ, ਕਾਇਮ ਰਹਿੰਦੇ ਆ, ਸੀਸਾ ਪਲਾਈ ਦੀਵਾਰ ਦੀ ਤਰ੍ਹਾਂ ਖੜੋਂਦੇ ਆ। ਹੁਣ ਇਹ ਜਿੱਦਾਂ ਦੀਆਂ ਖਰਾਬੀਆਂ ਮਤਲਬ ਇਹ ਆ ਕਿ ਉਸ ਵਕਤ ਥੋੜੇ ਬਹੁਤ ਲੋਕਾਂ ਸੀ, ਅੱਜ ਤਕਰੀਬਨ ਪੂਰੀ ਉਮਤ ਦੇ ਵਿੱਚ ਉਹ ਪੈਦਾ ਹੋ ਗਈਆਂ। ਤੇ ਇਹ ਜਿਹੜੀਆਂ ਇਸ ਵੇਲੇ ਖਰਾਬੀਆਂ ਸਾਨੂੰ ਨਜ਼ਰ ਆਉਂਦੀਆਂ, ਸਾਡੀ ਤਵੱਜੋ ਤੇ ਇਹਦੇ ਤੇ ਜ਼ਿਆਦਾ ਹੋਣੀ ਚਾਹੀਦੀ ਹੈ ਨਾ, ਕਿਉਂਕਿ ਅਸੀਂ ਤਾਂ ਇਹ ਭੁਗਤਣਾ। ਇਹ ਇਹੀ ਖਰਾਬੀਆਂ ਬਨੀ ਇਸਰਾਇਲ 'ਚ ਪੈਦਾ ਹੋ ਗਈਆਂ ਸੀ। ਤੇ ਉਹਨਾਂ ਨੇ ਜਿੱਦਾਂ ਮੂਸਾ ਅਲੈਹਿਸਸਲਾਮ, ਜਿੱਦਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਉਹਦ ਲੈ ਕੇ ਜਾ ਰਿਹਾ ਸੀ ਤੇ ਵਿੱਚੋਂ ਬੰਦੇ ਪਿੱਛੇ ਆ ਗਏ 350। ਔਰ ਖੰਦਕ ਦੇ ਉੱਤੇ ਜਿਸ ਵੇਲੇ ਸੂਰਾ ਅਹਜ਼ਾਬ 'ਚ ਚੀਜ਼ਾਂ ਪੜ੍ਹ ਚੁੱਕੇ ਹਾਂ, ਖੰਦਕ ਦੇ ਉੱਤੇ ਜਿਸ ਵੇਲੇ ਉਹਨਾਂ ਨੂੰ ਖੜੇ ਕਰਦੇ ਸੀ ਡਿਊਟੀਆਂ ਵਾਸਤੇ, ਤੇ ਕਈ ਕਮਜ਼ੋਰ ਲੋਕ ਜਿਹੜੇ ਸੀਗੇ ਉਹ ਜਾਂ ਨਫਾਕ 'ਚ ਮੁਬਤਲਾ ਹੋ ਗਏ, ਉਹ ਉੱਥੋਂ ਜਿਹੜਾ ਨਾ ਉਹ ਜਾਣਾ ਚਾਹੁੰਦੇ ਸੀਗੇ। ਉਹ ਆਂਦਾ ਨਾ ਕਿ ਉਹ ਆ ਕੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਹਿੰਦੇ ਸੀ ਇੰਨਾ ਬਯੂਤਨਾ ਔਰਾ, ਅੱਲਾ ਨੇ ਫਰਮਾਇਆ ਵਮਾ ਹਿਆ ਔਰਾ, ਹਾਲਾਂਕਿ ਉਹ ਗੈਰ ਮਹਿਫੂਜ਼ ਨਹੀਂ ਸੀ ਉਹਨਾਂ ਦੇ ਘਰ। ਇਨ ਯੁਰੀਦੂਨਾ ਇਲਾ ਫਰਾਰਾ, ਉਥੋਂ ਫਰਾਰ ਚਾਹੁੰਦੇ ਸੀ। ਇਸੇ ਤਰ੍ਹਾਂ ਸੂਰਾ ਤੌਬਾ 'ਚ ਅਸੀਂ ਪੜ੍ਹਿਆ ਕਿ ਤਬੂਕ ਵਾਸਤੇ ਨਹੀਂ ਗਏ ਕਈ ਲੋਕ, ਠੀਕ ਹੈ ਨਾ। ਤੇ ਇਹ ਤਰਜ਼ ਅਮਲ ਜਿਹੜਾ ਨਾ ਉਹ ਉਹਨਾਂ ਦਾ ਦੱਸਿਆ ਜਾ ਰਿਹਾ ਵਾ ਕਿ ਜਿਹੜਾ ਨਾ ਉਹ ਬਨੀ ਇਸਰਾਈਲ ਜਿਹੜੇ ਸੀਗੇ ਉਹਨਾਂ ਵਰਗਾ ਇਹ ਤਰਜ਼ ਅਮਲ ਹੈ। ਲਿਹਾਜ਼ਾ ਮੁਹਤਾਤ ਹੋ ਜਾਓ, ਹੁਸ਼ਿਆਰ ਹੋ ਜਾਓ ਤੇ ਆਪਣੀ ਇਸਲਾਹ ਕਰੋ। ਇਹ ਤਰਜ਼ ਅਮਲ ਤੁਹਾਡੇ 'ਚ ਨਹੀਂ ਹੋਣਾ ਚਾਹੀਦਾ। ਇਹਨੇ ਬੜਾ ਪਰੇਸ਼ਾਨ ਕੀਤਾ ਮੂਸਾ ਅਲੈਹਿਸਸਲਾਮ ਨੂੰ ਵੀ। ਤੇ ਮਤਲਬ ਕੀ ਹੈ ਕਿ ਅਗਰ ਤੁਸੀਂ ਇਦਾਂ ਦੀਆਂ ਹਰਕਤਾਂ ਕਰੋਗੇ ਤਾਂ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਵੀ ਪਰੇਸ਼ਾਨ ਹੋਣਗੇ। ਹੁਣ ਇੱਕ ਤੇ ਉਹਨਾਂ ਨੇ ਕੀਤਾ ਉਸ ਰਸੂਲ ਨੂੰ ਪਰੇਸ਼ਾਨ, ਦੂਸਰਾ ਕੀਤਾ ਈਸਾ ਅਲੈਹਿਸਸਲਾਮ ਨੂੰ। ਈਸਾ ਅਲੈਹਿਸਸਲਾਮ ਵੀ ਅਸਲ ਦੇ 'ਚ ਉਸੇ ਕੰਮ ਲਈ ਆਏ ਸੀ ਜਿਹੜੇ ਕੰਮ ਲਈ ਮੂਸਾ ਅਲੈਹਿਸਸਲਾਮ ਆਏ ਸੀ। ਹਰ ਪੈਗੰਬਰ ਜਿਹੜਾ ਨਾ ਉਹਦਾ ਸਮਝ ਲਓ ਉਹਦਾ ਜਿਹੜਾ ਵੀ ਦੁਨੀਆ ਦੇ ਵਿੱਚ ਕੰਮ ਰਿਹਾ, ਉਹ ਕੰਮ ਦੇ ਇਤਬਾਰ ਨਾਲ ਕੋਈ ਫਰਕ ਨਹੀਂ। ਕਿਉਂਕਿ ਸੂਰਾ ਅਲ ਹਦੀਦ ਦੀ ਆਇਤ ਨੰਬਰ 25 ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ, ਲਕਦ ਅਰਸਲਨਾ ਰਸੂਲਨਾ ਬਿਲਬੈਯਿਨਾਤ ਵਅੰਜ਼ਲਨਾ ਮਾਅਹੁਮੁਲ ਕਿਤਾਬ ਵਲ ਮੀਜ਼ਾਨ ਲਿਯਕੂਮ अन्नास बिलकिस्त। ਹਰ ਪੈਗੰਬਰ ਜਿਹੜਾ ਨਾ ਅਦਲੋ ਕਿਸਤ ਦਾ ਨਿਜ਼ਾਮ ਕਾਇਮ ਕਰਨ ਵਾਸਤੇ, ਅਹਕਮੁਲ ਹਾਕਿਮੀਨ ਦੀ ਹਾਕਮੀਅਤ ਕਾਇਮ ਕਰਨ ਵਾਸਤੇ, ਦੀਨ ਦਾ ਗਲਬਾ ਕਰਨ ਵਾਸਤੇ, ਜਿਹਨੂੰ ਮੈਂ ਪਿੱਛੇ ਤੁਹਾਨੂੰ ਦੱਸਿਆ ਕਿ ਯਾਨੀ ਦੀਨ ਦੇ ਵਿੱਚ ਜਿਹੜਾ ਅਸਲ ਉਹਦਾ ਤਣਾ ਉਹ ਇਹ ਹੀ ਹੈ, ਉਸ ਨਿਜ਼ਾਮ ਦਾ ਕਾਇਮ ਹੋਣਾ। ਤੇ ਉਹਨੂੰ ਕਾਇਮ ਕਰਨ ਵਾਸਤੇ ਜਿਹੜਾ ਨਾ ਉਹ ਹਰ ਰਸੂਲ ਨੇ ਜਦੋਜਹਿਦ ਕੀਤੀ ਹੈ। ਅੱਛਾ, ਮੂਸਾ ਅਲੈਹਿਸਸਲਾਮ ਜਿਹੜੇ ਆ ਉਹ ਵੀ ਪਿੱਛੇ ਜ਼ਿਕਰ ਆ ਗਿਆ ਕਿ ਉਹ ਵੀ ਮਤਲਬ ਨਾਕਾਮ ਹੋ ਗਿਆ, ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਆ ਉਹਨਾਂ ਨੇ ਸਾਥ ਨਹੀਂ ਦਿੱਤਾ। ਉਹਨਾਂ ਨੇ ਕਹਿ ਦਿੱਤਾ ਫਾਜ਼ਾ ਬੰਤਾ व रब्बुका फकातिला इन्ना हाहुना काइदुन। ਔਰ ਈਸਾ ਅਲੈਹਿਸਸਲਾਮ ਵੀ ਉਸੇ ਕੰਮ ਲਈ ਆਏ। ਤੇ ਈਸਾ ਅਲੈਹਿਸਸਲਾਮ ਨੂੰ ਉਹਨਾਂ ਨੇ ਪਹਿਲੇ ਮਰਹਲੇ ਤੇ ਹੀ, ਯਾਨੀ ਮੂਸਾ ਅਲੈਹਿਸਸਲਾਮ ਤੁਸੀਂ ਇਦਾਂ ਸਮਝ ਲਓ ਕਿ ਜਿੱਦਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਹਿਜਰਤ ਤੋਂ ਬਾਅਦ ਜਿਹੜਾ ਨਾ ਉਹ ਬਦਰ 'ਚ ਗਏ ਆ, ਤੇ ਇਸੇ ਤਰ੍ਹਾਂ ਹੀ ਮੂਸਾ ਅਲੈਹਿਸਸਲਾਮ ਦੀ ਬਦਰ ਉਹ ਸੀਗੀ, ਸਮਝੇ, ਹਿਜਰਤ ਤੋਂ ਬਾਅਦ ਪਹਿਲੀ ਜੰਗ, ਜਦੋਂ ਉਹਨਾਂ ਨੇ ਕਿਹਾ ਕਿ ਐ ਮੇਰੀ ਕੌਮ ਦੇ ਲੋਗੋ ਦਾਖਲ ਹੋ ਜਾਓ ਇਸ ਬਸਤੀ ਵਿੱਚ ਹੈਂ, ਔਰ ਪਿੱਛੇ ਨਹੀਂ ਹਟਣਾ, ਫਤਨ ਕਾਲਿਬੂ ਖਾਸਰੀਨ, ਖਸਾਰਾ ਪਾ ਜਾਓਗੇ, ਜੰਗ ਕਰੋ ਇਹਨਾਂ ਨਾਲ। ਤੇ ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ, ਇਹ ਸੀ ਮੂਸਾ ਅਲੈਹਿਸਸਲਾਮ ਦੀ ਬਦਰ। ਹੁਣ ਈਸਾ ਅਲੈਹਿਸਸਲਾਮ ਤਾਂ ਬਦਰ 'ਚ ਪਹੁੰਚੇ ਹੀ ਨਹੀਂ, ਕਿਤਾਲ ਦੇ ਮਰਹਲੇ 'ਚ ਪਹੁੰਚੇ ਨਹੀਂ, ਹਿਜਰਤ ਦੇ ਬਾਅਦ ਵਾਲੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਮਰਹਲੇ ਤੱਕ ਨਹੀਂ ਪਹੁੰਚੇ। ਉਹ ਹਜੇ ਮੱਕੀ ਦੌਰ ਦੇ ਵਿੱਚ ਹੀ ਸੀਗੇ, ਸਮਝ ਲਓ। ਯਾਨੀ ਹਜੇ ਸਿਰਫ ਦਾਵਤ ਤੇ ਤਬਲੀਗ ਦਾ ਹੀ ਕੰਮ ਕਰ ਰਿਹਾ ਸੀ। ਤੇ ਉਸੇ ਦੇ ਵਿੱਚ ਹੀ ਯਹੂਦੀਆਂ ਨੇ ਤੇ ਉਹਨਾਂ ਨੂੰ ਮੰਨਿਆ ਨਹੀਂ ਗਾ,
ਕੁਛ ਚੰਦ ਲੋਕ ਜਿਹੜੇ ਸੀ ਹਵਾਰੀ ਉਹ ਈਮਾਨ ਲਿਆਏ ਸੀ, ਕੋਈ 10-12 ਦੀ ਤਾਦਾਦ ਦੇ ਵਿੱਚ, ਔਰ ਫਿਰ ਅੱਲਾਹ ਤਾਲਾ ਨੇ ਉਹਨਾਂ ਨੂੰ ਜ਼ਿੰਦਾ ਆਸਮਾਨ 'ਚ ਉਠਾ ਲਿਆ। ਉਹਨਾਂ ਦਾ ਵੀ ਜ਼ਿਕਰ ਆ ਗਿਆ। ਯਾਨੀ ਇੱਕ ਪੈਗੰਬਰ ਜਿਹੜਾ ਹੈ ਉਹ ਮੱਕੀ ਦੌਰ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਨੇ ਪਰੇਸ਼ਾਨ ਕੀਤਾ, ਇੰਨਾ ਪਰੇਸ਼ਾਨ ਕੀਤਾ ਕਿ ਉਹ ਆਪਣਾ ਮਿਸ਼ਨ ਜਿਹੜਾ ਨਾ ਪੂਰਾ ਨਹੀਂ ਕਰ ਸਕਿਆ। ਅੱਲਾ ਨੇ ਜ਼ਿੰਦਾ ਆਸਮਾਨ ਤੇ ਉਠਾਇਆ ਈਸਾ अलैहिस्सलाम ਨੂੰ। ਔਰ ਇੱਕ ਰਸੂਲ ਜਿਹੜਾ ਉਹ ਫਿਰੌਨ ਦੀ ਗੁਲਾਮੀ ਚੋਂ ਇਹਨਾਂ ਨੂੰ ਛੁਡਾ ਕੇ ਵੀ ਲੈ ਕੇ ਆਇਆ, ਔਰ ਲੇਕਿਨ ਇਹਨਾਂ ਨੇ ਫਿਰ ਵੀ ਉਸ ਮਰਹਲੇ ਤੇ ਜਾ ਕੇ, ਐਨ ਆਖਰੀ ਮਰਹਲੇ ਤੇ ਜਾ ਕੇ ਜਿਹੜਾ ਨਾ ਉਹ ਸਾਥ ਨਹੀਂ ਦਿੱਤਾ। ਤੇ ਅੱਲਾਹ ਤਾਲਾ ਇੱਥੇ ਹੁਣ ਇਹ ਫਰਮਾ ਰਿਹਾ ਵਾ, ਜਿਹੜੀ ਯਾਨੀ ਕਾਬਲੇ ਗੌਰ ਹੈ ਬਾਤ, ਉਹ ਇਹ ਹੈ ਕਿ ਇਹ ਦੋਨੋਂ ਰਸੂਲ ਜਿਹੜੇ ਸੀ ਇਹ ਇਹਨਾਂ ਨੂੰ ਇਸਲਾਮ ਦੀ ਤਰਫ ਬੁਲਾ ਰਿਹਾ ਸੀ, ਦੀਨ ਦੀ ਤਰਫ ਬੁਲਾ ਰਿਹਾ ਸੀ। ਲੇਕਿਨ ਇਹਨਾਂ ਨੇ ਅੱਗੋਂ ਇਹ ਤਰਜ਼ ਅਮਲ ਇਖਤਿਆਰ ਕੀਤਾ ਤੇ ਵੱਲਾਹੁ ਲਾ ਯਹदिल कौम ज़ालिमीन, ਅੱਲਾ ਐਸੇ ਜ਼ਾਲਮਾਂ ਨੂੰ ਫਿਰ ਜ਼ਬਰਦਸਤੀ ਹਦਾਇਤ ਨਹੀਂ ਦਿੰਦਾ। फरमाया युरीदूना लियुत्फिउ नूर अल्लाह बिअफ़वाहिहिम, और ये चाहते आ, कौन चाहते आ? ये अहले किताब जिन्हों ने पहले मूसा अलैहिस्सलाम नूं जिहड़ा ਉਹ चोटी तक नहीं पहुँचण दिता, वो दीन कायम नहीं कर दिता, वो बस वेल दी वेल ही रह गई, ਉਹਦੇ ਵਿੱਚ ਤਣਾ नहीं खड़ा कर दिता दीन दे विच। ते फरमाया कि युरीदूना लियुत्फिउ नूर अल्लाह बिअफ़वाहिहिम, ये चाहते आ कि अल्लाह दे नूर नूं अपने मूँह दियां फूकां नाल बुझाई रखण। हैं ये सिरे ना चढ़े काम, ये दीन कायम ना होवे, अदलो किस्त दा निज़ाम कायम ना होवे। जदों कि अल्लाह वल्लाहु मुतिम्मु नूरिही, अल्लाह अपने नूर नूं पूरा करके रहेगा। यानी भावां ये युरीदूना लियुत्फिउ नूर अल्लाह बिअफ़वाहिहिम, अपने मूँह दियां फूकां नाल मतलब छोटियां छोटियां होचियां हरकतां नाल, जिद्दां मतलब इन्हां ने नाकाम कर दिता मूसा अलैहिस्सलाम नूं, इन्हां ने काम नहीं कर दिता ईसा अलैहिस्सलाम नूं, इदां ही हुण ये होचियां हरकतां करके कहंदे मुहम्मद रसूलुल्लाह सल्लल्लाहु अलैहि वसल्लम नूं भी नाकाम करिए। लेकिन अल्लाह ताला फरमांदा है वल्लाहु मुतिम्मु नूरिही, अल्लाह फैसला कर चुकिया हुण कि ਐਤਕੀ ਉਹਦਾ ਨੂਰ ਜਿਹੜਾ ਨਾ ਉਹਦਾ ਇਤਮਾਮ ਹੋਏਗਾ। ਅੱਜ ਉਹ ਹੁਣ ਉਹ ਆਦਲਾਨਾ ਨਿਜ਼ਾਮ ਕਾਇਮ ਹੋਏਗਾ। ਵਲਊ ਕਰਹਲ ਕਾਫਿरून, ਅਗਰਚੇ ਕਾਫਰਾਂ ਨੂੰ ਇਹ ਗੱਲ ਕਿੰਨੀ ਚੰਗੀ ਨਾ ਲੱਗੇ, ਉਹਨਾਂ ਨੂੰ ਇਹ ਕੰਮ ਕਿੰਨਾ ਚੰਗਾ ਨਾ ਲੱਗੇ, ਤੇ ਅੱਲਾ ਕਹਿੰਦਾ ਇਹ ਤਾਂ ਹੁਣ ਕਰਨਾ ਹੀ ਕਰਨਾ। फरमाया हुवल्लज़ी अरसला रसूलहू, हुण ये काम करन वास्ते अल्लाह ताला फरमांदा, इत्थों जिहड़ा ना वो तीसरा हिस्सा भी शुरू हो गया नबी सल्लल्लाहु अलैहि वसल्लम दा मकसद बेसत। हुवल्लज़ी अरसला रसूलहू बिल हुदा, वो अल्लाह वा जिन्हें अपने रसूल नूं ये अल हुदा कुरान हकीम दे के भेजा, व दीन अल हक और एक सच्चा दीन दे के भेजा, लियुज़हिरहू अला दीन कुल्ले, ताकि इस नूं सब दीनां दे उत्ते गालिब कर देण। यानी मुहम्मद और रसूलुल्लाह सल्लल्लाहु अलैहि वसल्लम नूं ये अल हुदा और ये सच्चा दीन इस वास्ते दिता कि इनू जिहड़ा ना वो गालिब कर देण सब दीनां दे उत्ते, वलो करहल मुशरिकून, अगरचे मुशरकां नूं किन्ना ही नापसंद होवे, इनू गालिब कर देण। ते यानी इस तो पहले भी किताबां आउंदियां रहियां, ठीक है, लेकिन वो किताबां ਜਿਹੜੀਆਂ ਨਾ ਉਹਨਾਂ ਦੀ ਹਦਾਇਤ ਜਿਹੜੀ ਹੈ ਉਹ ਆਪਣੇ ਆਪਣੇ ਵਕਤ ਦੇ ਇਤਬਾਰ ਨਾਲ ਸੀ। ਹੁਣ ਇਹਨੂੰ ਅਲ ਹੁਦਾ ਸਭ ਤੋਂ ਵੱਡੀ ਹਦਾਇਤ ਜਿਹੜੀ ਹੈ ਕੁਰਾਨ ਨੂੰ ਬਣਾ ਕੇ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਦਿੱਤਾ, ਔਰ ਇਹ ਹਦਾਇਤ ਹੁਣ ਕਾਮਲ ਹੈ। ਕਾਮਲ ਤੋਂ ਮੁਰਾਦ ਹੈ ਕਿਆਮਤ ਤੱਕ ਲੋੜ ਨਹੀਂ ਪੈਣੀ। ਇਸੇ ਤਰੀਕੇ ਨਾਲ ਦੀਨ ਹੱਕ ਕੀ ਹੈ? ਇਸ ਤੋਂ ਪਹਿਲੇ ਜਿਹੜੇ ਵੀ ਅੰਬੀਆ ਆਏ ਨਾ ਉਹਨਾਂ ਨੂੰ ਜਿਹੜੀ ਸ਼ਰੀਅਤ ਅੱਲਾ ਨੇ ਦਿੱਤੀ ਉਹਨੂੰ ਕਿਹਾ ਗਿਆ ਮੀਜ਼ਾਨ। ਜਿੱਦਾਂ ਫਰਮਾਇਆ ਲਕਦ ਅਰਸਲਨਾ ਰਸੂਲਨਾ ਬਿਲ ਬਯਿਨਾਤ व अंज़लना माहुमुल किताबा वल ਮੀਜ਼ਾਨ ਦਿੱਤੀ, ਉਹਨੂੰ ਮੀਜ਼ਾਨ ਕਿਹਾ। ਔਰ ਉਹਦੀ ਜਗ੍ਹਾ ਫਿਰ ਕਿਉਂਕਿ ਉਹ ਸ਼ਰੀਅਤਾਂ ਵੀ ਜਿੱਦਾਂ ਉਹ ਹਦਾਇਤਾਂ ਮੁਕੰਮਲ ਨਹੀਂ ਸੀ, ਇਸੇ ਤਰ੍ਹਾਂ ਉਹ ਸ਼ਰੀਅਤਾਂ ਵੀ ਮੁਕੰਮਲ ਨਹੀਂ ਸੀ। ਵਕਤ ਤੋਂ ਬਾਅਦ ਉਸ ਸ਼ਰੀਅਤ ਦੇ ਵਿੱਚ ਤਬਦੀਲੀ ਜਿਹੜੀ ਆ ਉਹਦਾ ਉਹ ਤਕਾਜ਼ਾ ਬਣ ਜਾਂਦਾ ਸੀ ਵਕਤ ਦਾ, ਤੇ ਅੱਲਾ ਨਵੀਂ ਸ਼ਰੀਅਤ ਭੇਜਦਾ ਸੀ। ਹੁਣ ਫਰਮਾਇਆ ਕਿ ਅੱਲਾਹ ਤਾਲਾ ਨੇ ਕਿਆਮਤ ਤੱਕ ਦਾ ਤਕਾਜ਼ਾ ਪੂਰਾ ਕਰ ਦਿੱਤਾ।
ਠੀਕ ਹੈ ਨਾ। ਐਸੀ ਸ਼ਰੀਅਤ ਦਿੱਤੀ ਆ ਕਿ ਜਿਹੜੀ ਹੁਣ ਕਿਆਮਤ ਤੱਕ ਲੋੜ ਨਹੀਂ ਪੈਗੀ, ਨਾ ਕਿਸੇ ਰਸੂਲ ਨੇ ਆਉਣਾ ਤੇ ਨਾ ਕੋਈ ਨਵੀਂ ਸ਼ਰੀਅਤ ਆਉਣੀ ਹੈ। ਤੇ ਇਹਨੂੰ ਦੀਨ ਹੱਕ ਦਾ ਨਾਮ ਦਿੱਤਾ ਗਿਆ। ਔਰ ਇਹ ਦਿੱਤਾ ਕਿਸ ਵਾਸਤੇ ਦੇ ਗਿਆ ਕਿ ਇਹਨੂੰ ਗਾਲਬ ਕਰ ਦੇਣ, ਇਸ ਦੀਨ ਨੂੰ ਸਭ ਦੀਨਾਂ ਦੇ ਉੱਤੇ। ਬੇਸ਼ੱਕ ਇਹ ਮੁਸ਼ਰਕਾਂ ਨੂੰ ਕਿੰਨਾ ਹੀ ਇਹ ਕੰਮ ਚੰਗਾ ਨਾ ਲੱਗੇ, ਯਾਨੀ ਇੱਕ ਆਦਲਾਨਾ ਨਿਜ਼ਾਮ ਜਿਹੜਾ ਨਾ ਉਹ ਕਾਇਮ ਕਰ ਦੇਣ, ਬੇਸ਼ੱਕ ਇਹਨਾਂ ਨੂੰ ਜਿਹੜਾ ਨਾ ਉਹ ਕਿੰਨਾ ਹੀ ਨਾਪਸੰਦ ਹੋਵੇ। ਇਹ ਗੱਲ ਸਮਝ ਲਓ ਕਿ ਇੱਥੇ ਹੈ ਨਾ ਵੱਲੋ ਕਰਹਲ ਮੁਸ਼ਰਿਕੂਨ, ਇਹ ਮੁਸ਼ਰਕ ਸਿਰਫ ਉਹ ਹੀ ਨਹੀਂ ਹੁੰਦੇ ਜਿਹੜੇ ਬੁੱਤ ਪੂਜਦੇ ਆ, ਬਲਕਿ ਉਹ ਵੀ ਹੁੰਦੇ ਆ ਜਿਹੜੇ ਫਿਰੌਨ ਔਰ ਨਮਰੂਦ ਬਣ ਕੇ ਅੱਲਾ ਦੇ ਨਿਜ਼ਾਮ ਦੀ ਜਗ੍ਹਾ ਆਪਣਾ ਨਿਜ਼ਾਮ ਕਾਇਮ ਕਰਦੇ ਆ, ਅੱਲਾ ਦੀ ਹੁਕਮਰਾਨੀ ਦੇ ਵਿੱਚ ਸ਼ਰੀਕ ਬਣ ਜਾਂਦੇ ਆ, ਅੱਲਾ ਦੇ ਹੁਕਮ ਨੂੰ ਪਿੱਛੇ ਕਰਕੇ ਆਪਣਾ ਹੁਕਮ ਚਲਾਉਂਦੇ ਆ। ਔਰ ਜਿਹੜੇ ਫਿਰ ਉਹਨਾਂ ਨੂੰ ਮੰਨ ਲੈਂਦੇ ਆ ਉਹ ਸਾਰੇ ਹੀ ਫਿਰ ਇਹ ਮੁਸ਼ਰਕ ਹੀ ਹੁੰਦੇ ਆ। ਤੇ ਇਹ ਮੁਸ਼ਰਕਾਨਾ ਨਿਜ਼ਾਮ ਵੀ ਹੁੰਦਾ ਜਿਹਦੇ ਵਿੱਚ ਅੱਜ ਅਸੀਂ ਪੂਰੀ ਦੁਨੀਆ ਦੇ ਵਿੱਚ ਮੁਸਲਮਾਨ ਜ਼ਿੰਦਗੀ ਗੁਜ਼ਾਰ ਰਹੇ ਆ। ਚਲੋ ਕਿਸੇ ਜਗ੍ਹਾ ਤੇ ਉਹਨਾਂ ਦੀ ਮਜਬੂਰੀ ਹੋਏਗੀ ਕਿ ਬਈ ਹਿੰਦੁਸਤਾਨ ਵਰਗੇ ਮੁਲਕ ਹੈ, ਉਹ ਪਾਕਿਸਤਾਨ ਵਰਗੇ ਮੁਲਕਾਂ ਦੇ ਵਿੱਚ ਜਿੱਥੇ ਸਮਝ ਲਓ ਕਿ ਅਕਸਰੀਅਤ ਮੁਸਲਮਾਨਾਂ ਦੀ, ਉੱਥੇ ਵੀ ਉਸੇ ਮੁਸ਼ਰਕਾਨਾ ਨਿਜ਼ਾਮ 'ਚ ਜ਼ਿੰਦਗੀ ਗੁਜ਼ਾਰ ਰਿਹਾ। ਬਹਰਹਾਲ ਇਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਮੁਸ਼ਰਕਾਂ ਦੇ ਇਦਾਂ ਕਰਦੇ ਕਰਦੇ ਗਾਲਬ ਕਰ ਦਿੱਤਾ ਨਾ। ਲੇਕਿਨ ਜਿਹੜਾ ਨਾ ਉਹ ਇੱਕ ਦਫਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿਆਮਤ ਤੋਂ ਪਹਿਲੇ ਪਹਿਲੇ ਫਿਰ ਇਹ ਦੀਨ ਜਿਹੜਾ ਗਾਲਬ ਹੋਣਾ, ਕੁੱਲ ਰੂਹ ਅਰਜ਼ੀ ਦੇ ਉੱਤੇ ਗਾਲਬ ਹੋਣਾ। ਬਹਰਹਾਲ ਅੱਛਾ, ਇੱਕ ਚੀਜ਼ ਹੋਰ ਮੈਂ ਇੱਥੇ ਦੱਸ ਦੇਵਾਂ ਕਿ ਇਹ ਜਿਹੜੀ ਆਇਤ ਆਪਾਂ ਪੜ੍ਹੀ ਹੈ ਨਾ, ਸੂਰਾ ਸਾਫ ਦੀ 9 ਨੰਬਰ ਆਇਤ, ਇਹ ਫਿਰ ਇਸ ਤੋਂ ਬਾਅਦ ਫਿਰ ਇਹ ਸੂਰਾ ਫਤਹ ਦੇ ਵਿੱਚ ਵੀ 28 ਨੰਬਰ ਆਇਤ ਹੈ। ਔਰ ਉਹ ਸੂਰਾ ਫਤਹ ਦੇ ਵਿੱਚ ਨਾਜ਼ਲ ਹੋਣ ਦੀ ਵਜ੍ਹਾ ਇਹ ਹੈ ਕਿ ਜਦੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸੁਲਹ ਹदैबिया ਕਰ ਲਈ ਨਾ, ਤੇ ਉਸ ਵੇਲੇ ਵੀ ਇਹ ਇੱਕ ਸਵਾਲ ਜ਼ਿਹਨਾਂ ਦੇ ਵਿੱਚ ਖੜਾ ਹੋ ਸਕਦਾ ਸੀਗਾ। ਔਰ ਇਹ ਕਿੱਦਾਂ ਖੜਾ ਹੋ ਸਕਦਾ ਸੀ ਕਿ ਜਦੋਂ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ ਮੱਕੇ ਵਾਲਿਆਂ ਨਾਲ ਸੁਲਹ ਹदैबिया ਕਰ ਲਈ, ਤੇ ਇਹਦਾ ਮਤਲਬ ਇਹ ਹੁਣ ਮੁਸਲਮਾਨ ਤੇ ਮੱਕੇ ਤੇ ਹਮਲਾ ਨਹੀਂ ਕਰਨਗੇ, ਸੁਲਹ ਜੇ ਹੋ ਗਈ ਹੈ। ਤੇ ਫਿਰ ਦੀਨ ਦਾ ਗਲਬਾ ਕਿੱਦਾਂ ਹੋਏਗਾ? ਅਗਰ ਅਰਬ ਦਾ ਮਰਕਜ਼ ਹੀ ਫਤਹ ਨਹੀਂ ਹੁੰਦਾ, ਅਰਬ ਦਾ ਮਰਕਜ਼ ਮੱਕਾ ਫਤਹ ਨਹੀਂ ਹੁੰਦਾ, ਤੇ ਫਿਰ ਇਹਦਾ ਮਤਲਬ ਹੈ ਵੀ ਦੀਨ ਇੰਨਾ ਕੀ ਹੈ ਜਿੰਨਾ ਕੁ ਮਦੀਨੇ ਤੱਕ ਹੈਗਾ। ਇਸੇ ਨੂੰ ਸਮਝ ਲਈਏ ਕਿ ਇਹ ਹੀ ਦੀਨ ਗਾਲਬ ਹੋ ਗਿਆ। ਅੱਲਾਹ ਤਾਲਾ ਨੇ ਸੂਰਾ ਫਤਹ ਦੀ ਜਿਹਦੇ 'ਚ ਫਿਰ ਉਹ ਸੁਲਹ ਹदैबिया ਦਾ ਜ਼ਿਕਰ ਵੀ ਹੈ, ਤੇ ਉਹਦੇ ਵਿੱਚ ਫਿਰ 28 ਨੰਬਰ ਸੂਰਤ ਦੇ ਵਿੱਚ ਇਹ ਹੀ ਆਇਤ ਨਾਜ਼ਲ ਕੀਤੀ ਹੈ। ਹੁਵੱਲਜ਼ੀ ਅਰਸਲ ਰਸੂਲਹੁ ਬਿਲਹੁਦਾ व दीनिल हक़ लियुज़हिरहु अला दीन कुल्लिही वकफ़ा बिल्लाहि शहीदा। ਅੱਲਾ ਕਾਫੀ ਅਗਵਾਈ ਦੇਣ ਵਾਸਤੇ। ਤੁਹਾਨੂੰ ਸਮਝ ਨਹੀਂ ਵੀ ਆਉਂਦੀ ਨਾ, ਤੇ ਅੱਲਾ ਇਹ ਦੀਨ ਗਾਲਬ ਹੋਏਗਾ, ਬੇਸ਼ੱਕ ਸੁਲਹ ਹदैबिया ਹੋ ਗਈ ਹੈ, ਫਿਰ ਵੀ ਹੋਏਗਾ। ਅੱਛਾ, ਉਹ ਤੇ ਫਿਰ ਹੋ ਗਿਆ, ਮੱਕਾ ਫਤਹ ਹੋ ਗਿਆ। ਅੱਛਾ, ਜਦੋਂ ਮੱਕਾ ਫਤਹ ਹੋ ਗਿਆ ਤੇ ਫਿਰ ਤਕਰੀਬਨ ਸਨ 9 ਦੇ ਵਿੱਚ ਜਿਹੜਾ ਨਾ ਇਹ ਫਿਰ ਆਇਤ ਨਾਜ਼ਲ ਹੋਈ ਹੈ ਸੂਰਾ ਤੌਬਾ ਦੇ ਵਿੱਚ, ਆਇਤ ਨੰਬਰ 33 ਹੈ। ਔਰ ਉਹ ਉਸ ਵੇਲੇ ਇਸ ਆਇਤ ਨੂੰ ਇਸ ਵਾਸਤੇ ਲਿਆਂਦਾ ਗਿਆ ਕਿ ਹੁਣ ਇਹ ਨਾ ਸਮਝਣ ਮੁਸਲਮਾਨ ਕਿ ਬਸ ਦੀਨ ਤੇ ਗਾਲਬ ਹੋ ਗਿਆ, ਹੁਣ ਅੱਗੇ ਨਹੀਂ, ਇਹ ਇੱਥੋਂ ਅੱਗੇ ਪੂਰੀ ਜ਼ਮੀਨ ਤੱਕ ਇਹਨੂੰ ਫੈਲਣਾ ਹੈ। ਯਾਨੀ ਇਹਦੀ ਐਕਸਟੈਂਸ਼ਨ ਪੂਰੀ ਜ਼ਮੀਨ ਤੱਕ ਹੈਗੀ ਹੈ, ਇਹਨੂੰ ਐਕਸਟੈਂਡ ਹੋਣਾ। ਇਹ ਸਿਰਫ ਇੱਥੇ ਹੀ ਅਰਬ ਦੇ ਵਿੱਚ ਹੀ ਨਹੀਂ ਸੀ ਕਾਇਮ ਹੋਣਾ। ਤੇ ਇਸੇ ਦੀ ਫਿਰ ਯਾਨੀ ਸਮਝ ਲਓ ਕਿ ਐਕਸਟੈਂਸ਼ਨ ਵਾਸਤੇ ਤਬੂਕ ਵੀ ਹੋਈ ਹੈ, ਜੰਗੇ ਮੁਤਾ ਵੀ ਹੋਈ ਹੈ। ਉਹ ਜੰਗੇ ਮੁਤਾ ਜਿਹੜੀ ਹੈ ਉਹ ਫਤਹ ਮੱਕਾ ਤੋਂ ਪਹਿਲੇ ਹੋਈ ਹੈ, ਔਰ ਤਬੂਕ ਜਿਹੜੀ ਹੈ ਉਹ ਫਤਹ ਮੱਕਾ ਤੋਂ ਬਾਅਦ ਸਨ 9 ਦੇ ਵਿੱਚ ਜਿਹੜਾ ਨਾ ਉਹ ਫਿਰ ਮੁਸਲਮਾਨ ਜਿਹੜਾ ਨਾ ਉਹਦੇ ਵਾਸਤੇ ਜਿਹੜਾ ਨਾ ਉਹ ਗਏ ਆ। ਬਹਰਹਾਲ ਇਹ ਬਾਤ ਹੈ, ਫਰਮਾਇਆ ਕਿ ਜਿਹੜਾ ਹੈ ਉਹ ਇਹ ਕੰਮ ਤੇ ਹੋਣਾ ਹੀ ਹੈ। ਅੱਗੇ ਫਰਮਾਇਆ ਕਿ ਯਾ ਅਯੁਹੱਲਜ਼ੀਨ ਆਮਨੂ, ਐ ਈਮਾਨ ਵਾਲਿਓ, ਹਲ ਅਦੁੱਲੁਕੁਮ ਅਲਾ ਤਿਜਾਰਤਨ, ਕਿਆ ਅਸੀਂ ਤੁਹਾਨੂੰ ਇੱਕ ਤਿਜਾਰਤ ਬਾਰੇ ਦਸੀਏ, ਤੁਨਜੀਕੁਮ ਮਿਨ ਅਜ਼ਾਬਿਨ ਅਲੀਮ, ਜਿਹੜੇ ਤੁਹਾਨੂੰ ਦਰਦਨਾਕ ਅਜ਼ਾਬ ਤੋਂ ਬਚਾ ਲੈਗੀ। ਯਾਨੀ ਦਰਦਨਾਕ ਅਜ਼ਾਬ ਤੋਂ ਬਚਣ ਦਾ ਜ਼ਰੀਆ ਇੱਕ ਤਿਜਾਰਤ ਹੈ। ਤੇ ਅਗਰ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਦਸੀਏ। ਫਰਮਾਇਆ ਉਹ ਕੀ ਹੈ? ਤੁ'ਮਿਨੂਨ ਬਿल्लाहि व रसूलिहि व तुजाहिदून फी सबीलिल्लाहि बिअमवालिकुम व अनफुसिकुम, ਤੁਸੀਂ ਸਭ
ਜਿਹੜਾ ਨਾ ਉਹ ਅੱਲਾ ਉਹਦੇ ਰਸੂਲ ਦੀ ਗੱਲ ਦੇ ਉੱਤੇ ਪੱਕਾ ਯਕੀਨ ਰੱਖੋ ਔਰ ਤੁਸੀਂ ਜਿਹਾਦ ਕਰੋ। ਜਿਹੜੀ ਉਹ ਸੂਰਾ ਹੁਜਰਾਤ ਦੀ ਆਇਤ ਨੰਬਰ 15 ਦੇ ਵਿੱਚ ਆਇਆ ਨਾ ਕਿ ਇੰਨਮਲ ਮੁਅਮਿਨੂਨ ਅੱਲਜ਼ੀਨਾ ਆਮਨੂ ਬਿल्लाहि व रसूलिही सुम्मा लम यरताबू व जाहदू बिअमवालिहिम व अनफुसिहिम फी सबीलिल्लाह उलाइका हुमुस सादिकून। ਇਹ ਹੈ ਸਾਦਕ, ਇਹ ਹੈ ਸੱਚੇ। ਜਿਹੜੇ ਜਿਹੜੇ ਜਿਹਾਦ ਨਹੀਂ ਕਰਦੇ ਹੈ ਉਹਨਾਂ ਦੇ ਬਾਰੇ ਚ ਉਹ ਆਇਤ ਨੰਬਰ ਜਿਹੜੀ ਹੈ ਉਹ 14 ਦੇ ਵਿੱਚ ਆ ਗਿਆ ਕਿ ਚਲੋ ਤੁਹਾਨੂੰ ਤੁਹਾਡੇ ਅਮਾਲ ਦਾ ਤੇ ਬਦਲਾ ਮਿਲ ਜਾਏਗਾ। ਲੇਕਿਨ ਗੱਲ ਇਹ ਆ ਵੀ ਤੁਸੀਂ ਤੁਹਾਡੇ ਦਿਲਾਂ 'ਚ ਈਮਾਨ ਦਾਖਲ ਨਹੀਂ ਹੋਇਆ। ਜਿਨ੍ਹਾਂ ਤੇ ਦਾਖਲ ਹੋ ਗਿਆ ਫਰਮਾਇਆ तुमिनून बिल्लाहि व रसूलिही व तुजाहिदून फी सबीलिल्लाहि बिअमवालिकुम व अनफुसिकुम। जान माल लगाओ, ਇਹ ਤੁਹਾਨੂੰ ਦਰਦਨਾਕ ਅਜ਼ਾਬ ਤੋਂ ਬਚਾਏਗੀ। ਜ਼ਾਲਿकुम खैरुल लकुम इन कुंतुम तालमून। ਇਹ ਤੁਹਾਡੇ ਵਾਸਤੇ ਬਹੁਤ ਬਿਹਤਰ ਹੈ ਅਗਰ ਤੁਸੀਂ ਇਸ ਗੱਲ ਨੂੰ ਸਮਝੋ। ਯਗਫਿਰ ਲਕੁਮ ਜ਼ਨੂਬਕੁਮ, ਔਰ ਤੁਹਾਡੇ ਗੁਨਾਹ ਵੀ ਮਾਫ ਹੋ ਜਾਣਗੇ। ਅੱਲਾ ਤੁਹਾਡੇ ਗੁਨਾਹ ਮਾਫ ਕਰ ਦੇਗਾ। ਵਯੁਦਖਿਲਕੁਮ ਜन्नातिन तजरी मिन तहतिहा अल-अनहार, और ਤੁਹਾਨੂੰ ਉਹਨਾਂ ਬਾਗਾਤ ਦੇ ਵਿੱਚ ਵੀ ਦਾਖਲ ਕਰ ਦੇਗਾ ਜਿਹਦੇ ਵਿੱਚ ਨਹਿਰਾਂ ਬਹਿੰਦੀਆਂ ਹੋਣਗੀਆਂ, ਯਾਨੀ ਆਖਰਤ ਦੇ ਵਿੱਚ ਤੁਹਾਨੂੰ ਬੜੀ ਕਾਮਯਾਬੀ ਮਿਲੇਗੀ। ਵ ਮਸਾਕਿਨ ਤਯਿਬਤਨ ਫੀ ਜन्नात अदन, ਔਰ ਬੜੇ ਪਾਕੀਜ਼ਾ ਘਰ ਹਮੇਸ਼ਗੀ ਦੇ ਬਾਗਾਤ ਜਾਂ ਜੰਨਤਾਂ ਉੱਥੇ ਤੁਹਾਨੂੰ ਉਹ ਮਿਲਣਗੀਆਂ। ਜ਼ਾਲਿਕਲ ਫੌਜ਼ੁਲ ਅਜ਼ੀਮ, ਇਹ ਆ ਬਹੁਤ ਵੱਡੀ ਕਾਮਯਾਬੀ। ਯਾਨੀ ਇਸ ਜਿਹੜੀ ਤਜਾਰਤ ਦਾ ਤੁਹਾਨੂੰ ਦੱਸਿਆ ਜਾ ਰਿਹਾ ਨਾ, ਇਹਦਾ ਹਦਫ ਹੈ ਇਹ ਕਾਮਯਾਬੀ, ਆਖਰਤ ਦੀ ਕਾਮਯਾਬੀ। ਲੇਕਿਨ ਚੂੰਕਿ ਇਨਸਾਨ ਕਮਜ਼ੋਰ ਹੈ, ਇਨਸਾਨ ਦੁਨੀਆ ਦੀ ਕਾਮਯਾਬੀ ਵੀ ਚਾਹੁੰਦਾ। ਇਨਸਾਨ ਕਹਿੰਦਾ ਦੁਨੀਆ 'ਚ ਵੀ ਦੀਨ ਦਾ ਗਲਬਾ ਹੋ ਜਾਏ। ਕਿੰਨੀ ਖਾਹਿਸ਼ ਮੂਸਾ अलैहिस्सलाम ਦੀ ਸੀ ਕਿ ਦੀਨ ਦਾ ਗਲਬਾ ਹੋ ਜਾਏ, ਔਰ ਕਿੰਨੀ ਨੂਹ अलैहिस्सलाम ਦੀ ਖਾਹਿਸ਼ ਹੋਏਗੀ ਕਿ ਬਈ ਇੰਨਾ 950 ਸਾਲ ਇੱਥੇ ਜਿਹੜਾ ਨਾ ਉਹ ਇਹਨਾਂ ਨਾਲ ਸਿਰ ਮਾਰਿਆ ਤੇ ਕੋਈ ਗੱਲ ਬਣ ਜਾਏ। ਤੇ ਅੱਲਾਹ ਤਾਲਾ ਨੇ ਇਹ ਗੱਲ ਵਾਜ਼ੇ ਕੀਤੀ ਹੈ ਕਿ ਅੱਲਾਹ ਤਾਲਾ ਇਸ ਚੀਜ਼ ਨੂੰ ਨਹੀਂ ਦੇਖੇਗਾ ਕਿ ਤੁਸੀਂ ਦੁਨੀਆ ਦੇ ਵਿੱਚ ਗਲਬਾ ਪਾਇਆ ਜਾਂ ਨਹੀਂ ਪਾਇਆ। ਅੱਲਾਹ ਤੇ ਦੇਖੇਗਾ ਕਿ ਤੁਸੀਂ ਸਹੀ ਤਰੀਕੇ ਨਾਲ ਜਾਨ ਮਾਲ ਲਗਾਇਆ ਨਾ ਅੱਲਾਹ ਦੇ ਰਸਤੇ ਦੇ ਉੱਤੇ। ਤੇ ਬਸ ਜਿੱਥੇ ਵੀ ਤੁਸੀਂ ਪਹੁੰਚੇ, ਭਾਵੇਂ ਨੂਹ अलैहिस्सलाम ਦੇ ਸਤ੍ਹਾ ਤੱਕ ਪਹੁੰਚੇ ਜਾਂ लूत अलैहिस्सलाम ਦੀ ਸਤ੍ਹਾ ਤੱਕ ਪਹੁੰਚੇ, ਜਾਂ ਫਿਰ ਮੁਹੰਮਦ ਰਸੂਲullah सल्लल्लाहु अलैहि वसल्लम ਦੀ ਸਤ੍ਹਾ ਤੱਕ ਪਹੁੰਚ ਗਏ ਤੁਸੀਂ, ਮਤਲਬ ਇਹ ਆ ਕਿ ਜ਼ਾਹਿਰ ਹੈ ਉਸ ਅਸੀਂ ਕਹੀਏ ਕਿ ਉਸ ਦਰਜੇ ਤਾਂ ਨਹੀਂ, ਲੇਕਿਨ ਮਤਲਬ ਉਸ ਰਸਤੇ ਦੇ ਉੱਤੇ ਜਿਹੜਾ ਨਾ ਉਹ ਤੁਸੀਂ ਚੱਲਦੇ ਹੋਏ ਉਸ ਜਿੰਨੀ ਕੁ ਉਹਦੇ ਤੋਂ ਰਹਿਨੁਮਾਈ ਇੱਕ ਇਨਸਾਨ ਲੈ ਸਕਦਾ, ਉਸ ਹਿਸਾਬ ਦੇ ਨਾਲ ਤੁਸੀਂ ਉੱਥੇ ਪਹੁੰਚੇ। ਤੇ ਬਸ ਇਹੀ ਕਾਮਯਾਬੀ ਹੈ, ਤੁਸੀਂ ਕਾਮਯਾਬ ਹੋ ਗਏ, ਭਾਵੇਂ ਦੁਨੀਆ 'ਚ ਤੁਸੀਂ ਜਿਹੜਾ ਨਾ ਨਾਕਾਮ ਹੀ ਰਹੇ। ਲੇਕਿਨ ਵਾ ਉਖਰਾ ਤੁਹਿਬੂਨਹਾ, ਇੱਕ ਦੂਸਰੀ ਗੱਲ ਜਿਹੜੀ ਤੁਹਾਨੂੰ ਬਹੁਤ ਪਸੰਦ ਹੈ। ਤੁਹਿਬੂਨਹਾ, ਇਹ ਨੋਟ ਕਰ ਲਓ, ਤੁਹਿਬੂਨਹਾ, ਜਿਹਨੂੰ ਤੁਸੀਂ ਬਹੁਤ ਮਹਿਬੂਬ ਰੱਖਦੇ ਹੋ, ਤੁਹਾਨੂੰ ਬਹੁਤ ਪਸੰਦ ਹੈ। ਤਾਂ ਉਹ ਕੀ ਹੈ? ਤੁਹਾਡੀ ਖਾਹਿਸ਼ ਹੁੰਦੀ ਹੈ ਕਿ ਸਾਡੀ ਅੱਲਾ ਜਲਦੀ ਸਾਡੀ ਮਦਦ ਕਰ ਦੇਵੇ ਤੇ ਸਾਨੂੰ ਕਾਮਯਾਬੀ ਜਲਦੀ ਮਿਲ ਜਾਏ, ਜੋ ਬਹੁਤੀ ਲੰਬੀ ਕਸ਼ਮਕਸ਼ ਨਾ ਕਰਨੀ ਪਵੇ। ਯਾਨੀ ਤੁਸੀਂ ਕਸ਼ਮਕਸ਼ ਉਹ ਨੂਹ अलैहिस्सलाम ਵਾਲੀ ਲੰਬੀ ਕਸ਼ਮਕਸ਼ ਜਿਹੜੀ ਹੈ ਨਾ, ਉਹ ਨਹੀਂ ਦਿਲ ਕਰਦਾ। ਬਸ ਉਹ ਤੇ ਫਿਰ ਪੈਗੰਬਰ ਸੀ ਤੇ ਉਹਨਾਂ ਨੇ ਇੰਨੀ ਲੰਬੀ ਕਰ ਲਈ ਨਾ, ਵਰਨਾ ਭੱਜ ਜਾਂਦੇ ਆ, ਮੂੰਹ ਫੇਰ ਦਿੰਦੀ ਹੈ ਇਹ ਜਦੋਜਹਿਦ ਜਿਹੜੀ ਹੈ, ਬੜੇ ਬੜਿਆਂ ਦੇ ਮੂੰਹ ਫੇਰ ਦਿੰਦੀ ਹੈ। ਤੇ ਇਹ ਤੇ ਕੋਈ ਜਿਹਨੂੰ ਖਾਸ ਹੀ ਅੱਲਾਹ ਤਾਲਾ ਦਾ ਕਰਮ ਹੋਵੇ ਤਾਂ ਆਖਰੀ ਵੇਲੇ ਤੱਕ, ਠੀਕ ਹੈ ਨਾ, ਇੱਦਾਂ ਲੱਗਾ ਰਹੇ ਜਿਵੇਂ ਡਾਕਟਰ ਅਸਰਾਰ ਸਾਹਿਬ ਜਿਹੜਾ ਨਾ ਲੱਗੇ ਰਹੇ ਆਖਰੀ ਵੇਲੇ ਤੱਕ। ਮੈਂ ਤਾਂ ਖੁਦ ਇਸ ਦਾ ਗਵਾਹ ਹਾਂ। ਇੰਨੀ ਲੰਬੀ ਜਦੋਜਹਿਦ ਤੋਂ ਬਾਅਦ ਤੇ ਬੰਦਾ ਜਿਹੜਾ ਨਾ ਉਹ ਥੱਕ ਜਾਂਦਾ ਹੈ, ਉਹ ਜਿਹੜਾ ਨਾ ਬਲਕਿ ਉਹਨੂੰ ਆਪ ਹੀ ਸ਼ੱਕ ਹੋਣ ਲੱਗ ਪੈਂਦਾ ਵੀ ਮੈਂ ਹੀ ਗਲਤ ਸੀਗਾ, ਮੈਂ ਹੀ ਗਲਤ ਪਾਸੇ ਟੁਰਿਆ ਫਿਰਦਾ ਰਿਹਾ ਵਾਂ। ਓਕੇ, ਕਿੱਥੇ ਸਾਰੀ ਦੁਨੀਆ ਪਾਗਲ ਥੋੜ੍ਹੀ ਹੁੰਦੀ ਹੈ, ਮੈਂ ਹੀ ਹੋ ਸਕਦਾ। ਲੇਕਿਨ ਨਹੀਂ, ਇਹ ਜਿੱਦਾਂ ਨੂਹ अलैहिस्सलाम ਨੂੰ ਇਹ ਵਹਿਮ ਨਹੀਂ ਹੋਇਆ ਕਿ ਬਈ ਸਾਰੀ ਦੁਨੀਆ ਠੀਕ ਹੋ ਸਕਦੀ ਹੈ, ਮੈਂ ਸਾਰੀ ਦੁਨੀਆ ਤੇ ਗਲਤ ਨਹੀਂ ਹੁੰਦੀ, ਮੈਂ ਗਲਤ ਹੋਵਾਂਗਾ। ਇਹ ਜਿੱਦਾਂ ਉਹਨਾਂ ਨੂੰ ਨਹੀਂ ਹੈ, ਇੱਦਾਂ ਹੀ ਹੋਣਾ ਚਾਹੀਦਾ। ਔਰ ਇਹੀ ਮਿਸਾਲ ਮੈਂ ਡਾਕਟਰ ਸਾਹਿਬ ਦੀ ਵੀ ਦਿੰਦਾ, ਤੇ ਇਹ ਈਮਾਨ ਵਾਲਿਆਂ ਦੀ ਮਿਸਾਲ ਹੈ। ਤੇ ਫਰਮਾਇਆ ਕਿ ਇੱਕ ਦੂਸਰੀ ਸ਼ੈ ਜਿਹੜੀ ਤੁਹਾਨੂੰ ਬਹੁਤ ਪਸੰਦ ਆ ਕਿ ਅੱਲਾ ਦੇ ਵੱਲੋਂ ਮਦਦ ਹੋਣੀ ਚਾਹੀਦੀ ਹੈ ਔਰ ਛੇਤੀ ਫਤਹ ਮਿਲਣੀ ਚਾਹੀਦੀ ਹੈ, ਇਹ ਵੀ ਤੁਹਾਨੂੰ ਅਗਰ ਲੱਭੇਗੀ ਤੇ ਇਹ ਜਾਨ ਮਾਲ ਲਗਾ ਕੇ ਹੀ ਲੱਭੇਗੀ।
ਔਰ ਇਸੇ ਰਸਤੇ ਤੇ ਚੱਲ ਕੇ ਮਿਲੇਗੀ। ਤੁਸੀਂ ਘਰ ਬੈਠੇ ਰਹੋ ਕਿ ਅੱਲਾ ਦੀ ਮਦਦ ਆ ਜਾਏ, ਤੁਸੀਂ ਮਸੀਤੇ ਬੈਠੇ ਰਹੋ, ਤੁਸੀਂ ਖਾਨਕਾਹ 'ਚ ਬੈਠੇ ਰਹੋ, ਤੁਸੀਂ ਪੀਰ ਦੀਆਂ ਪੈਰਾਂ 'ਚ ਬੈਠੇ ਰਹੋ ਕਿ ਅੱਲਾ ਦੀ ਮਦਦ ਆ ਜਾਏ, ਤੁਸੀਂ ਕਿਸੇ ਮਜ਼ਾਰ ਦੇ ਉੱਤੇ ਜਾ ਕੇ ਜਿਹੜਾ ਲੰਮੇ ਪੈ ਜਾਓ ਅੱਲਾ ਦੀ ਮਦਦ ਆਏਗੀ, ਨਹੀਂ ਆਉਂਦੀ। ਇਸੇ ਰਸਤੇ ਤੇ ਆਉਣੀ ਹੈ, ਇਹੀ ਕਰਦਿਆਂ ਕਰਦਿਆਂ ਆਉਣੀ ਆ। ਵਬਸ਼ਿਰ ਮੋਮਿਨੀਨ, ਜਿਹੜੇ ਈਮਾਨ ਰੱਖਦੇ ਆ ਔਰ ਉਹ ਭਾਵੇਂ ਛੇਤੀ ਮਦਦ ਚਾਹੁੰਦੇ ਆ, ਔਰ ਚਾਹੁੰਦੇ ਆ ਕਿ ਅੱਲਾ ਜਿਹੜਾ ਨਾ ਉਹ ਛੇਤੀ ਮਦਦ ਕਰ ਦੇਵੇ, ਅੱਲਾ ਦੀ ਮਦਦ ਆ ਜਾਏ, ਸਾਨੂੰ ਛੇਤੀ ਫਤਹ ਮਿਲ ਜਾਏ, ਤੇ ਉਹਨਾਂ ਨੂੰ ਇਹ ਦੱਸ ਦਿਓ ਕਿ ਫਿਰ ਉਹ ਜਾਨ ਮਾਲ ਲਾਣ ਤੇ ਖੂਬ ਡਟ ਕੇ ਜਿਹੜਾ ਨਾ ਉਹ ਅੱਲਾ ਦੇ ਰਸਤੇ ਤੇ ਉੱਤੇ ਜਿਹਾਦ ਕਰਨ। ਯਾ ਅਯੁਹੱਲਜ਼ੀਨਾ ਆਮਨੂ, ਐ ਈਮਾਨ ਵਾਲਿਓ, ਕੂਨੂ ਅੰਸਾਰ ਅੱਲਾ, ਤੁਸੀਂ ਸਾਰੇ ਜਿਹੜੇ ਆ ਨਾ ਉਹ ਅੱਲਾ ਦੇ ਮਦਦਗਾਰ ਬਣ ਜਾਓ। ਇਹ ਹੁਣ ਇਹ ਸਮਝ ਲਓ ਕਿ ਇੱਥੇ ਈਮਾਨ ਵਾਲਿਆਂ ਨੂੰ ਅੱਲਾਹ ਤਾਲਾ ਜਿਹੜਾ ਮੁਖਾਤਬ ਕਰਕੇ ਫਰਮਾ ਰਿਹਾ, ਯਾ ਅਯੁਹੱਲਜ਼ੀਨਾ ਆਮਨੂ, ਐ ਈਮਾਨ ਵਾਲਿਓ, ਕੂਨੂ ਅੰਸਾਰ ਅੱਲਾ, ਤੁਸੀਂ ਮਦਦਗਾਰ ਬਣ ਜਾਓ ਅੱਲਾ ਦੇ। ਜ਼ਰਾ ਕਦੀ ਸੋਚੋ ਕਿ ਹੁਣ ਆਮ ਬੰਦੇ ਕਹਿਣ ਜੀ ਅੱਲਾ ਦਾ ਮਦਦਗਾਰ, ਉਹ ਕਹਿੰਦਾ ਇਹ ਤਾਂ ਤੋਹੀਨ ਹੋ ਗਈ ਹੈ। ਅੱਲਾ ਦੀ ਮਦਦ ਤੂੰ ਕਰਨੀ ਹੈ, ਤੂੰ ਤੇ ਆਪ ਮੁਹਤਾਜ ਆ। ਇਹ ਅੱਲਾ ਕਹਿੰਦਾ ਮੇਰੀ ਮਦਦ ਆ, ਮੇਰੀ ਮਦਦ ਕਰੋ। ਇਹ ਜਿਹੜਾ ਕੰਮ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਕਰ ਰਿਹਾ ਹੈ ਨਾ, ਇਹ ਮੇਰਾ ਕੰਮ ਹੈ। ਰਸੂਲullah ਸੱਲੱਲਾਹੁ ਅਲੈहि ਵਸੱਲਮ ਵੀ ਅੱਲਾ ਦਾ ਕੰਮ ਕਰ ਰਿਹਾ, ਤੁਸੀਂ ਵੀ ਅੱਲਾ ਦਾ ਕੰਮ ਕਰੋ। ਕਿਉਂਕਿ ਹਾਕਮ ਅੱਲਾ ਵਾ, ਹੁਕਮਰਾਨੀ ਅੱਲਾ ਦੀ ਕਾਇਮ ਹੋਣੀ ਹੈ, ਗਾਲਿਬ ਦੀਨ ਅੱਲਾ ਦਾ ਹੋਣਾ। ਯਾ ਅਯੁਹੱਲਜ਼ੀਨਾ ਆਮਨੂ ਕੂਨੂ ਅੰਸਾਰ ਅੱਲਾ, ਐ ਈਮਾਨ ਵਾਲਿਓ, ਤੁਸੀਂ ਸਭ ਜਿਹੜੇ ਆ ਨਾ ਉਹ ਅੱਲਾ ਦੇ ਮਦਦਗਾਰ ਬਣ ਜਾਓ। ਕਮਾ ਕਾਲਾ ਈਸਾ ਬਨੂ ਮਰੀਮ, ਜਿਵੇਂ ਕਦੀ ਕਿਹਾ ਸੀ ਈਸਾ ਇਬਰਾਹਿਮ ਮਰੀਮ ਨੇ, ਲਿਲ ਹਵਾਰੀ ਜੀਨਾ, ਹਵਾਰੀਆਂ ਨੂੰ, ਮਨ ਅੰਸਾਰੀ ਲੱਲਾ, ਕੌਣ ਆ ਮੇਰਾ ਮਦਦਗਾਰ ਅੱਲਾ ਦੇ ਕੰਮ ਵਾਸਤੇ, ਜਾਂ ਅੱਲਾ ਦੇ ਇਸ ਰਸਤੇ 'ਚ ਕੌਣ ਮੇਰੀ ਮਦਦ ਕਰੇਗਾ। ਇਹ ਸੂਰਾ ਆਲੇ ਇਮਰਾਨ ਦੀ ਆਇਤ ਨੰਬਰ 52 ਦੇ ਵਿੱਚ ਇਹ ਮਜ਼ਮੂਨ ਆਇਆ। ਆਲੇ ਇਮਰਾਨ ਦੀ ਸੂਰਾ ਆਇਤ ਨੰਬਰ 52 ਦੇ ਵਿੱਚ, ਫਲੰਮਾ ਅਹੱਸਾ ਈਸਾ ਮਿਨਹੁਮੁਲ ਕੁਫਰ ਕਾਲਾ ਮਨ ਅੰਸਾਰੀ ਲੱਲਾ, ਤੇ ਈਸਾ अलैहिस्सलातु वस्सलाम ਨੇ ਜਦੋਂ ਮਹਿਸੂਸ ਕੀਤਾ ਕਿ ਇਹ ਕੌਮ ਜਿਹੜੀ ਹੈ ਇਹਦੇ ਦਿਲ 'ਚ ਕੁਫਰ ਬਹਿ ਗਿਆ, ਤੇ ਇਹ ਹੁਣ ਮੇਰੇ ਤੇ ਈਮਾਨ ਨਹੀਂ ਲਾਉਣ ਵਾਲੀ, ਤੇ ਉਹਨਾਂ ਨੇ ਫਿਰ ਦਾਵਤ ਦਿੱਤੀ ਸੀਗੀ, ਤੇ ਉਹਨਾਂ ਨੇ ਕਿਹਾ ਕੋਈ ਹੈ ਮੇਰੀ ਮਦਦ ਕਰਨ ਵਾਲਾ ਅੱਲਾ ਦੇ ਰਸਤੇ ਤੇ, ਯਾਨੀ ਮੈਂ ਤੇ ਅੱਲਾ ਦਾ ਕੰਮ ਕਰਦਾ, ਕੋਈ ਮੇਰੀ ਮਦਦ ਕਰੇਗਾ। ਤੇ ਉਹ ਫਿਰ ਵਿੱਚੋਂ 10-12 ਬੰਦੇ ਸੀ ਜਿਨ੍ਹਾਂ ਨੇ ਕਿਹਾ ਕਾਲ ਅਲ ਹਵਾਰੀਊਨ ਨਹਨੁ ਅੰਸਾਰੁल्लाह, ਤੇ ਉਹਨਾਂ ਨੇ ਕਿਹਾ ਅਸੀਂ ਹੈ ਅੱਲਾ ਦੇ ਮਦਦਗਾਰ। ਹੁਣ ਦੇਖੋ ਉੱਥੇ ਉਹਨਾਂ ਨੇ ਕਿਹਾ ਅਸੀਂ ਅੱਲਾ ਦੇ ਮਦਦਗਾਰ ਹਾਂ, ਉਹ ਇੰਨੇ ਸਿਆਣੇ ਸੀਗੇ। ਤੇ ਬਹਰਹਾਲ ਅੱਲਾਹ ਤਾਲਾ ਨੇ ਕਿਹਾ ਜਿਵੇਂ ਕਦੀ ਈਸਾ अलैहिस्सलातु वस्सलाम ਨੇ ਮਦਦ ਮੰਗੀ ਸੀ ਉਸ ਕੌਮ ਦੇ ਵਿੱਚ ਆਉਣ ਵਾਲੇ ਪੈਗੰਬਰ ਨੇ, ਜਿਹਨੇ ਉਹਨੂੰ ਤਕਲੀਫ ਦਿੱਤੀ, ਮਾਯੂਸ ਕੀਤਾ ਸੀ, ਜਿਹਨੇ ਮੂਸਾ अलैहिस्सलातु वस्सलाम ਨੂੰ ਮਾਯੂਸ ਕੀਤਾ ਸੀ, ਅੱਜ ਤੁਹਾਡੇ ਵਿੱਚ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੁਹਾਡੇ ਕੋਲੋਂ ਮਦਦ ਮੰਗ ਰਿਹਾ ਹੈ ਇਸੇ ਹੀ ਕੰਮ ਵਾਸਤੇ, ਯਾਨੀ ਅੱਲਾ ਦੇ ਕੰਮ ਵਾਸਤੇ ਮਦਦ ਮੰਗ ਰਿਹਾ ਆ। ਤੇ ਇਹ ਤੁਸੀਂ ਕੰਮ ਮੁਹੰਮਦ, ਜਿੱਦਾਂ ਉਹ ਹਵਾਰੀ ਜਿਹੜੇ ਸੀ ਉਹਨਾਂ ਨੇ ਕਿਹਾ ਐ ਈਸਾ ਅਸੀਂ ਤੇਰੇ ਉੱਤੇ ਕੋਈ ਆਸਾਨ ਨਹੀਂ ਕਰ ਰਹੇ, ਅਸੀਂ ਹਾਂ ਅੰਸਾਰullah, ਤੇ ਤੁਸੀਂ ਵੀ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੇ ਉੱਤੇ ਆਸਾਨ ਨਾ ਸਮਝੋ, ਅੱਲਾ ਦੀ ਮਦਦ ਕਰੋ। ਤੇ ਇਹ ਸਮਝ ਲਓ ਇਹ ਅੱਜ ਵੀ ਜਦੋਂ ਇਹ ਕੰਮ ਹੋਣਾ ਹੈ, ਨਬੀ ਸੱਲੱਲਾਹੁ ਅਲੈहि ਵਸੱਲਮ ਫਰਮਾਇਆ ਕਿਆਮਤ ਤੋਂ ਪਹਿਲੇ ਇਹ ਕੁੱਲ ਰੂਏ ਅਰਜ਼ੀ ਦੇ ਉੱਤੇ ਦੀਨ ਇਦਾਂ ਹੀ ਗਾਲਬ ਹੋ ਜਾਣਾ ਜਿਵੇਂ ਅਰਬ ਦੇ ਵਿੱਚ ਹੋਇਆ ਸੀ। ਤੇ ਜ਼ਾਹਿਰ ਗੱਲ ਹੈ ਕਿ ਉਸ ਵੇਲੇ ਵੀ ਤੇ ਅੰਸਾਰullah ਹੋਣਗੇ ਨਾ, ਤੋ ਜ਼ਾਹਿਰ ਹੈ ਅੰਸਾਰullah ਨੇ ਕੱਲੇ ਹੋ ਕੇ ਤਾਂ ਨਹੀਂ ਲੜਨਗੇ, ਉਹ ਜਮਾਤ ਬਣ ਗਏ ਜਿੱਦਾਂ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਬਣਾਈ ਸੀ। ਤੇ ਜਮਾਤ ਦੇ ਵਿੱਚ ਫਿਰ ਕੋਈ ਜਮਾਤ ਦਾ ਲੀਡਰ ਤੇ ਹੋਏਗਾ ਹੈ, ਫਿਰ ਜਮਾਤ ਦੇ ਵਿੱਚ ਅੱਗੇ ਕਈ ਲੀਡਰ ਹੁੰਦੇ ਛੋਟੇ ਛੋਟੇ, ਤੇ ਉਹਨਾਂ ਦੇ ਉੱਤੇ ਕੋਈ ਆਸਾਨ ਨਹੀਂ। ਅਸਲ ਦੇ ਵਿੱਚ ਆਪਣੇ ਵਾਸਤੇ ਆਏ ਕੰਮ ਹੈ, ਇਹ ਕੰਮ ਹੈ ਅੱਲਾ ਤੇ, ਅਗਰ ਸਮਝਦੇ ਹੋ ਤੇ ਅੱਲਾ ਤੇ ਆਸਾਨ ਕਰੋ, ਨਹੀਂ ਸਮਝਦੇ ਤੇ ਫਿਰ ਖਲੂਸ ਨਾਲ ਕਰੋ। ਬਹਰਹਾਲ ਫਰਮਾਇਆ ਕਿ ਜਿੱਦਾਂ ਕਦੀ ਈਸਾ अलैहिस्सलातु वस्सलाम ਨੇ ਮਦਦ ਮੰਗੀ ਸੀ, ਅੱਜ ਤੁਹਾਡੇ ਵਿੱਚ ਵੀ ਇਸ ਕੰਮ ਵਾਸਤੇ ਮਦਦ ਮੰਗ ਰਿਹਾ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ। ਕਾਲ ਅਲ ਹਵਾਰੀਊਨ ਨਹਨੁ ਅੰਸਾਰullah, ਤੇ ਹਵਾਰੀਆਂ ਨੇ ਕਿਹਾ ਸੀ ਅਸੀਂ ਹੈ ਅੰਸਾਰullah, ਤੇ ਤੁਸੀਂ ਵੀ ਇਦਾਂ ਹੀ ਅੰਸਾਰullah ਬਣੋ।
मुसलमानों अल्लाह दे रसूल दे मददगार बनो। फ़आमन ताइफ़तुम मिन बनी इसराइल, ते एक जमात ईमान लिया जो 10-12 बंदे बस बनी इसराइल दी, जिन्होंने हवारी किया गया। वकाफर ताइफा, और एक जमात ने तो कुफर कर दिता, वड्डी जमात वो कुफर करने वाली सी। फरमाया फ़अय्यदना लदीन आमनु अला अदुव्विहिम, ते असी मदद कीती ਜਿਹੜੇ ईमान ਲਿਆਉਣ वाले सी उन्हां दे दुश्मनां दे खिलाफ। फअसबहू ज़ाहिरीन, ते फिर वो हो गए गालिब आउण वाले। ये गलबा इन्हां नूं बड़ी देर नाल मिलिया सीगा, तकरीबन ईसा अलैहिस्सलाम दे रफा आसमानी तो 300 साल बाद। और बस वो समझ लो बड़ी मेहनत की। मेरा हाल है ईसा अलैहिस्सलाम दे ਜਿਹੜੇ हवारी सी या उन्हां दे मनण वाले सी, उन्हां ने बड़ियां मशक्कतां ਜਿਹੜਾ ਉਠਾਈਆਂ। बहरहाल अंजामे कार फिर उन्हां नूं गलबा मिल गया ਜਦੋਂ सल्तनत रूमा ਜਿਹੜੀ ਆ ਉਹ ਅਸਾਈ ਹੋ ਗਈ। ਤੇ ਫਿਰ ਯਹੂਦੀ ਜਿਹੜੇ ਮੁਖਾਲਫ ਸੀਗੇ ਇਹਨਾਂ ਨੂੰ ਫਿਰ ਇੱਥੋਂ ਫਲਸਤੀਨ ਚੋਂ ਕੱਢ ਦਿੱਤਾ ਗਿਆ। ਬਹਰਹਾਲ ਇਹ ਹੈ ਸੂਰਾ ਸਫ ਤੇ ਹੋ ਗਏ ਜੀ ਮੁਕੰਮਲ। ਤੇ ਹੁਣ ਇਸ ਤੋਂ ਅੱਗੇ ਸੂਰਾ ਜੁਮਾ ਵਾ। ਸੂਰਾ ਜੁਮਾ ਦਾ ਅਸੀਂ ਆਗਾਜ਼ ਕਰਦੇ ਹਾਂ। ਅੱਛਾ, ਸੂਰਾ ਜੁਮਾ ਦੇ ਬਾਰੇ 'ਚ ਇਹ ਸਮਝ ਲਓ ਕਿ ਸੂਰਾ ਜੁਮਾ ਸੂਰਾ ਸਾਫ ਅਸੀਂ ਪੜ੍ਹੀ ਹੈ ਨਾ, ਤਾਂ ਸੂਰਾ ਸਾਫ ਦੇ ਵਿੱਚ ਜਿਹੜਾ ਨਾ ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਮਕਸਦ ਬੇਸਤ ਬਿਆਨ ਹੋਇਆ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਦੁਨੀਆ ਦੇ ਵਿੱਚ ਆਏ ਸੀ ਅੱਲਾ ਦੇ ਦੀਨ ਨੂੰ ਗਾਲਿਬ ਕਰਨ ਵਾਸਤੇ। ਠੀਕ ਹੈ, ਹੁਣ ਇਹ ਸੂਰਾ ਜੁਮਾ ਜਿਹੜੀ ਹੈ ਨਾ, ਇਹਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਇਸ ਕੰਮ ਨੂੰ ਅੰਜਾਮ ਦੇਣ ਵਾਸਤੇ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਜਿਹੜੀ ਜਮਾਤ ਤਿਆਰ ਕੀਤੀ ਸੀ, ਉਹ ਜਮਾਤ ਕਿੱਦਾਂ ਤਿਆਰ ਕੀਤੀ ਸੀ? ਠੀਕ ਹੈ ਨਾ, ਉਹਦਾ ਕੀ ਤਰੀਕਾਕਾਰ ਸੀ? ਉਹ ਤਰੀਕਾਕਾਰ ਜਿਹੜਾ ਨਾ ਉਹ ਸੂਰਾ ਜੁਮਾ ਦੇ ਵਿੱਚ ਅੱਲਾਹ ਤਾਲਾ ਨੇ ਬਿਆਨ ਫਰਮਾਇਆ। ਬਸ ਇਹਨੂੰ ਹੁਣ ਆਪਾਂ ਪੜ੍ਹਦੇ ਹਾਂ। ਫਰਮਾਇਆ ਬਿਸਮਿल्लाह रहमान रहीम, शुरू अल्लाह के नाम नाल ਜਿਹੜਾ ਨਹਾਇਤ ਮਿਹਰਬਾਨ ਔਰ ਰਹਿਮ ਕਰਨ ਵਾਲਾ। युसब्बिहु लिल्लाहि मा फिस समावात व मा फिल अर्द, तस्बीह करदी है हर चीज़ अल्लाह दी ਜਿਹੜੀ भी है, आसमानां दे ज़मीन दे ਜਿਹੜੀ चीज़ है सब तस्बीह करदी है। और ये गल मनदी है अल मालिक, ਉਹ ਹੀ ਹੈ ਹਕੀਕੀ ਬਾਦਸ਼ਾਹ, ਉਹਦੇ ਦੀਨ ਦਾ ਗਲਬਾ ਹੋਣਾ ਚਾਹੀਦਾ, ਉਹ ਹੀ ਹੈ ਅਸਲ ਹੁਕਮਰਾਨ। ਉਹ ਜਿਹੜਾ ਮਕਸਦ ਹੈ ਨਾ अल्लाह दे दीन दा गलबा, अल मालिक अल कुद्दूस, और बड़ा ही मुकद्दस, अल अजीज बड़ा ताकतवर, अल हकीम और बड़ा हिकमत वाला। और वो है हुवल्लज़ी बअसा फिल उम्मिय्यीना रसूलन मिनहुम, ओहो ही है जिन्हें उम्मियां दे विच एक रसूल भेजा। ये समझ लो, एक है उम्मीयीन। उम्मीयीन तो मुराद ये है ਜਿਹੜੇ ਮਤਲਬ ਇਹ ਹੈ ਕਿ ਇਸਮਾਈਲ अलैहिस्सलाम ਦੀ ਔਲਾਦ ਸੀ। ਔਰ ਇਹਦੇ ਵਿੱਚ ਸਿਰਫ ਇਸਮਾਈਲ अलैहिस्सलाम ਦੀ ਔਲਾਦ ਨਹੀਂ, ਜਿਹੜੇ ਵੀ, ਕਿਉਂਕਿ ਮਰਕਜ਼ੀ ਹੈਸੀਅਤ ਅਰਬ ਦੇ ਵਿੱਚ ਹਾਸਲ ਸੀ ਇਸਮਾਈਲ अलैहिस्सलाम ਦੀ ਔਲਾਦ ਨੂੰ, ਜਿਹੜੇ ਹਰਮ ਦੇ ਉੱਤੇ ਹਰਮ ਦੇ ਮੁਤਵੱਲੀ ਸੀ, ਯਾਨੀ ਖਾਨਾ ਕਾਬਾ ਦੇ ਮੁਤਵੱਲੀ ਸੀ। ਬਾਕੀ ਪੂਰੇ ਅਰਬ ਦੇ ਜਿਹੜੇ ਲੋਕ ਸੀ ਨਾ, ਉਹ ਇਹਨਾਂ ਦੇ ਤਾਬੇ ਸੀਗੇ। ਸਮਝ ਲਓ ਅਰਬ ਦੇ ਵੱਡੇ ਪੀਰ ਇਹ ਸੀ ਤੇ ਬਾਕੀ ਵਿੱਚ ਫਿਰ ਮੁਰੀਦ ਹੀ ਸੀਗੇ। ਠੀਕ ਹੈ ਨਾ, ਤੇ ਇਹ ਪੀਰ ਤੇ ਮੁਰੀਦ ਜਿਹੜੇ ਸੀ, ਸਮਝ ਲਓ ਹੈ, ਯਾਨੀ ਇਹ ਬਨੀ ਇਸਮਾਈਲ ਔਰ ਉਹਨਾਂ ਦੇ ਤਾਬੇ ਜਿਹੜੇ ਅਰਬ ਹੈ, ਜਿਹੜੇ ਉਹਨਾਂ ਨੂੰ ਪੀਰ ਮੰਨਦੇ ਆ, ਇਹਨਾਂ ਨੂੰ ਕਿਹਾ ਗਿਆ ਉਮੀਯੀਨ। ਔਰ ਇਹ ਇਸ ਇਲਾਕੇ ਦੇ ਵਿੱਚ ਹੀ ਹੈ। ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੀ ਜਿਹੜੀ ਤਸ਼ਰੀਫ ਆਵਰੀ ਹੈ ਜਾਂ ਬੇਸਤ ਹੈ, ਉਹਦਾ ਪਹਿਲਾ ਮਕਸਦ ਇਹ ਸੀਗਾ ਕਿ ਇਸ ਅਰਬ ਦੇ ਖਿੱਤੇ ਦੇ ਵਿੱਚ ਅੱਲਾ ਦਾ ਦੀਨ ਗਾਲਬ ਹੋ ਜਾਵੇ ਔਰ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੇ ਇਹ ਕੁਰਾਨ ਵੀ ਮੁਕੰਮਲ ਹੋ ਜਾਏ। ਔਰ ਕੁਰਾਨ ਦਾ ਪ੍ਰੈਕਟੀਕਲ, ਇਹ ਪ੍ਰੈਕਟੀਕਲ ਜਦੋਂ ਮੈਂ ਕਹਿਣਾ ਤੇ ਪ੍ਰੈਕਟੀਕਲ ਅਸਲ ਦੇ ਵਿੱਚ ਉਹ ਜੱਦੋ ਜੋਹਦ ਹੈ, ਅਮਲੀ ਜੱਦੋ ਜੋਹਦ ਹੈ, ਜਿਹੜੀ ਮੱਕੇ ਦੇ ਵਿੱਚ ਸ਼ੁਰੂ ਹੋਈ ਤੇ ਅਰਬ ਦੇ ਵਿੱਚ ਜਿਹੜਾ
अल्लाह दी हुक्मरानी कायम की हुई और मोहम्मद रसूलुल्लाह सल्लल्लाहु अलैहि वसल्लम पहले हुक्मरान बने इस सल्तनत दे। फिर अबू बकर सदीक रजी अल्लाह तआला अन्हु, फिर उमर फारूक रजी अल्लाह तआला अन्हु। ते ये जेड़ा मतलब है कि ये है वो उम्मीयीन दे तक जेड़ा ना इस दीन दा गलबा। हुण इस तो अगे है आखरीन, और आखरीन दे विच सारे गैर अरब आ जाते हैं, ठीक है ना। यानी उम्मीयीन और आखरीन, ਜਿਹੜਾ ਇਹ ਆਖਰੀਨ ਦੇ ਵਿੱਚ ਸਾਰੇ ਗੈਰ ਅਰਬ ਆ ਜਾਂਦੇ ਆ। ਅੱਛਾ, ਉਮੀयीन ਔਰ ਅਰਬ ਦੇ ਵਿੱਚ ਦੀ ਹਦੂਦ ਤੱਕ ਜਿੱਥੇ ਉਮੀयीन ਜਿਹੜੇ ਸੀ ਉਹਨਾਂ ਦਾ ਅਸਰ ਰਸੂਖ ਸੀਗਾ, ਉੱਥੇ ਤੱਕ ਇਸ ਦੀਨ ਨੂੰ ਗਾਲਬ ਕਰਨਾ ਸੀ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ। अलबत्ता इस तो अगे इनू लैके चलना सी मुहम्मद रसूलullah सल्लल्लाहु अलैहि वसल्लम दी उम्मत ने, और क्यामत तक फिर उम्मत ने इनू लैके अगे चलना सीगा। और नबी सल्लल्लाहु अलैहि वसल्लम ने यह गल दस दी है कि क्यामत तो पहले पहले एक दफ़ा पूरी जमीन दे उत्ते अल्लाह दा दीन उदा ही गालिब हो जाएगा जिद्दां वो अरब दी हदूद दे विच नबी सल्लल्लाहु अलैहि वसल्लम ने कीता सी। लेकिन ये ਜਿਹੜਾ ਨਾ ਉਹ ਹੋਏਗਾ ਉਸੇ ਤਰ੍ਹਾਂ ਹੀ ਉਸ ਜਦੋਜਹਿਦ ਦੇ ਜ਼ਰੀਏ ਜਿੱਦਾਂ ਨਬੀ ਸੱਲੱਲਾਹੁ ਅਲੈहि ਵਸੱਲਮ ਔਰ ਆਪ ਦੇ ਸਾਥੀਆਂ ਨੇ ਕੀਤੀ ਸੀ, ਇਸੇ ਤਰ੍ਹਾਂ ਇਹ ਜਦੋਜਹਿਦ ਹੋਏਗੀ। ਔਰ ਹਾਲਾਤ ਕੋਈ ਵੀ ਹੋਣ, ਅਗਰ ਅਸੀਂ ਗੌਰ ਕਰੀਏ ਨਾ ਤੇ ਦੇਖੋ ਇੱਕ ਜੰਗ ਹੋਈ ਹੈ ਬਦਰ, ਜਿਹਦੇ 'ਚ ਮੁਸਲਮਾਨਾਂ ਨੇ ਫਤਹ ਪਾਈ ਹੈ। ਉਹਦ ਦੇ ਵਿੱਚ ਤਾਂ ਮੁਸਲਮਾਨਾਂ ਨੂੰ ਨੁਕਸਾਨ ਹੋਇਆ। ਖੰਦਕ ਮੁਸਲਮਾਨਾਂ ਨੇ ਖੰਦਕ ਖੋਦ ਕੇ ਜਿਹੜਾ ਨਾ ਉਹ ਆਪਣਾ ਦਫਾ ਹੀ ਕੀਤਾ ਤੇ ਫਤਹ ਮੱਕਾ ਤੱਕ ਪਹੁੰਚ ਗਏ। ਇਹ ਜਦੋਂ ਅੱਲਾਹ ਤਾਲਾ ਦੀ ਤਰਫੋਂ ਆਣਾ ਨਾ ਤੇ ਇਹ ਸਮਝ ਲਓ ਉਸ ਵੇਲੇ ਬੰਦਿਆਂ ਨੂੰ ਸਮਝ ਹੀ ਨਹੀਂ ਆਉਂਦੀ ਹੁੰਦੀ ਕੀ ਬਣਦਾ। ਕੋਈ ਬੰਦਾ ਨਹੀਂ ਕਹਿ ਸਕਦਾ ਸੀ ਖੰਦਕ ਖੋਦਣ ਵਾਲੇ ਮੱਕਾ ਵੀ ਫਤਹ ਕਰ ਲੈਣਗੇ। ਕੋਈ ਨਹੀਂ ਕਹਿ ਸਕਦਾ ਸੀ ਕਿ ਗਾਰੇ ਸੌਰ ਦੇ ਵਿੱਚ 3 ਦਿਨ ਪਨਾਹ ਲੈਣ ਵਾਲੇ ਜਿਹੜੇ ਉਹ ਮੱਕਾ ਫਤਹ ਕਰਨਗੇ। ਕੋਈ ਨਹੀਂ ਕਹਿੰਦਾ ਸੀਗਾ ਕਿ ਇਹ ਸੁਲਹ ਹदैबिया ਕਰਨ ਵਾਲੇ ਮੱਕਾ ਫਤਹ ਕਰ ਲੈਣਗੇ। ਲੇਕਿਨ ਇਹ ਅੱਲਾ ਨੂੰ ਪਤਾ। ਬਹਰਹਾਲ ਇੱਥੇ ਹੁਣ ਦੱਸਿਆ ਕਿ ਇਹ ਜਿਹੜਾ ਕੰਮ ਹੈ ਇਹਦੇ ਵਾਸਤੇ ਜਿਹੜਾ ਨਾ ਅੱਲਾ ਨੇ ਉਮੀਆਂ ਦੇ ਵਿੱਚ ਇੱਕ ਰਸੂਲ ਭੇਜਿਆ, ਯਾਨੀ ਬਨੀ ਇਸਮਾਈਲ ਦੇ ਵਿੱਚ, ਔਰ ਉਹਨਾਂ ਦੇ ਵਿੱਚੋਂ ਹੀ ਇਹ ਰਸੂਲ ਉਠਾਇਆ। ਇਹ ਆਇਤ ਵੀ ਜਿਹੜੀ ਹੈ ਨਾ ਇਹ ਕੁਰਾਨ ਦੇ ਵਿੱਚ 4 ਦਫਾ ਆਈ ਹੈ। ਸੂਰਾ ਬਕਰਾ ਦੇ ਵਿੱਚ ਆਇਤ ਨੰਬਰ 29 ਦੇ ਤੌਰ ਤੇ, ਸੂਰਾ ਬਕਰਾ ਦੇ ਵਿੱਚ ਫਿਰ ਇਹ ਆਈ ਹੈ ਇੱਕ ਆਇਤ ਨੰਬਰ 151 ਦੇ ਤੌਰ ਦੇ ਉੱਤੇ, ਫਿਰ ਸੂਰਾ ਆਲੇ ਇਮਰਾਨ 'ਚ 164 ਨੰਬਰ ਆਇਤ ਦੇ ਉੱਤੇ। ਹੁਣ ਇੱਥੇ ਵਕਤ ਨਹੀਂ, ਔਰ ਸੂਰਾ ਜੁਮਾ ਦੀ ਇਹ 2 ਨੰਬਰ ਆਇਤ ਬਣਦੀ ਹੈ। ਇਹਦੇ ਵਿੱਚ ਮਜ਼ਮੂਨ ਇਹ ਹੋਈ ਹੈ ਕਿ ਅੱਲਾ ਨੇ ਹੁਵੱਲਜ਼ੀ ਬਾਅਸਾ ਫਿਲ ਉਮੀयीन ਰਸੂਲਨ ਮਿਨਹੁਮ, ਅੱਲਾ ਨੇ ਉਮੀਆਂ ਦੇ ਵਿੱਚੋਂ ਇੱਕ ਰਸੂਲ ਉਠਾਇਆ, ਔਰ ਉਹ ਰਸੂਲ यानी उस रसूल सल्लल्लाहु अलैहि वसल्लम ने अपना काम जिहड़ा वो किदां कीता या किदां कर रहा है, यतलू अलैहिम आयात ही, वो इन्हां दे सामने अल्लाह दी आयात पढ़दे आ, व युज़क्कीहिम, इन्हां दा तज़किया करदे आ। 2 चीज़ां हो गईयां, यानी यतलू अलैहिम आयात ही, इन्हां दे सामने अल्लाह दी आयात पढ़दे आ। दूसरा व युज़क्कीहिम, इन्हां दा तज़किया करदे आ। तीसरा व युअल्लिमुहुमुल किताब, उन्हां नूं किताब दी तालीम दिंदे आ। और चौथी चीज़ वल हिकमा, इस किताब दे विच हिकमत भी तो है ना। कुरान करीम च फरमाया व अंज़लल्लाहु अलैकल किताब वल हिकमा, ये हिकमत भी इन्हां नूं सिखांदे आ, अहकाम भी दसदे आ, हिकमत भी दसदे आ। व इन कानू मिन कबल लफी दलाल मुबीन, और जदों ये काम नहीं हो रहा सी, ये काम तो मुराद की है कि अल्लाह दियां आयात पढ़ के नहीं सुनाइयां जा रही सी, और जिहड़ा ना वो तज़किया नहीं हो रहा सीगा, किताब दी तालीम दा सिलसिला नहीं सी, हिकमत दियां ये गल्लां नहीं समझाइयां जा रही सी। व इन कानू मिन कबल लफी दलाल मुबीन, ते ये सी खुली गुमराही दे विच। यानी ये वो प्रोग्राम है जिहदे जरिए लोकां दी गुमराही दूर कीती और लोगों ने इस्लाम कबूल किया, मुहम्मद रसूलुल्लाह सल्लल्लाहु अलैहि वसल्लम दे साथी बने। और यही साथी है जिन्हों ने फिर जिहड़ा ना वो बदर दे विच हिस्सा लिया, ओहद दे विच हिस्सा लिया।
ਹੁਣ ਅੱਜ ਬਦਕਿਸਮਤੀ ਇਹ ਹੈ ਕਿ ਸਾਡੇ ਜਿਹੜਾ ਨਾ ਲੋਕ ਕਹਿੰਦੇ ਆ ਕਿ ਜੀ ਮੁਸਲਮਾਨ ਉਮਤ ਟੁਕੜਿਆਂ 'ਚ ਵਸੀ ਹੋਈ ਹੈ। ਹੁਣ ਸੋਚਣਾ ਚਾਹੀਦਾ ਹੈ ਕਿ ਕੁਰਾਨ ਕਰੀਮ 'ਚ 4 ਦਫਾ ਅੱਲਾ ਨੇ ਦੱਸਿਆ ਕਿ ਪਹਿਲੀ ਉਮਤ ਕਿੱਦਾਂ ਵਜੂਦ ਦੇ ਵਿੱਚ ਆਈ ਸੀ। ਉਹਦਾ ਪ੍ਰੋਗਰਾਮ ਇੱਥੇ ਇਸ 2 ਨੰਬਰ ਆਇਤ 'ਚ ਦੱਸਿਆ ਕਿ ਉਹਨਾਂ ਨੂੰ ਕੁਰਾਨ ਦੇ ਜ਼ਰੀਏ ਫਿਰ ਉਹਨਾਂ ਦਾ ਕੁਰਾਨ ਦੇ ਨਾਲ ਤਜ਼ਕੀਆ। ਅੱਛਾ, ਤਜ਼ਕੀਏ ਦੇ ਹਵਾਲੇ ਨਾਲ ਵੀ ਹੁਣ ਉਦਾਂ ਤਜ਼ਕੀਆ ਕਰਦੇ ਆ ਜਿਹੜਾ ਕੋਈ ਸੁਨਨਤ ਦੇ ਵਿੱਚ ਹੈ ਹੀ ਨਹੀਂ। ਹੁਣ ਇੱਥੇ ਕਹਿੰਦਾ ਕਿਆ ਕਿ ਵਾ ਯੁਜ਼ਕੀਹਿਮ, ਅੱਲਾ ਕਹਿੰਦਾ ਕਿ ਮੁਹੰਮਦ ਰਸੂਲullah सल्लल्लाहु अलैहि वसल्लम ਨੇ ਉਹਨਾਂ ਦਾ ਤਜ਼ਕੀਆ ਵੀ ਕੀਤਾ। ਲੇਕਿਨ ਕਿਆ ਅੱਲਾ ਦੇ ਰਸੂਲ सल्लल्लाहु अलैहि वसल्लम ਨੇ ਇਦਾਂ ਕੀਤਾ ਜਿਵੇਂ ਅੱਜ ਦੇ ਪੀਰ ਪਖੰਡ ਕਰਦੇ ਆ? ਕਿਸੇ ਵੇਲੇ ਕਹਿੰਦੇ ਸਿਰ ਨੂੰ ਹਿਲਾਓ, ਇੱਧਰ ਸਿਰ ਮਾਰੋ, ਇਦਾਂ ਕਲਬ ਜਾਰੀ ਕਰੋ, ਹੂ ਕਰੋ। ਜੇ ਤੇ ਮੁਹੰਮਦ ਰਸੂਲullah सल्लल्लाहु अलैहि वसल्लम ਨੇ ਇਦਾਂ ਕੀਤਾ ਤੇ ਫਿਰ ਇਦਾਂ। ਮੁਹੰਮਦ ਰਸੂਲullah सल्लल्लाहु अलैहि वसल्लम ਤੇ ਤਜ਼ਕੀਆ ਕਰਦੇ ਸੀ ਮੈਦਾਨ ਦੇ ਵਿੱਚ ਲਿਜਾ ਕੇ। ਇੱਥੇ ਪਤਾ ਲੱਗਦਾ ਤਜ਼ਕੀਆ ਇੱਥੇ ਕਰੋ ਜ਼ਰਾ, ਇੱਥੇ ਅੱਲਾ ਦੇ ਉੱਤੇ ਆਪਣੇ ਈਮਾਨ ਦਾ ਸਬੂਤ ਲੱਭੋ, ਅੱਲਾ ਤੇ ਈਮਾਨ ਹੈ ਕਿ ਨਹੀਂ ਹੈ। ਇੱਥੇ ਅੰਦਰ ਹੀ ਵੜ ਕੇ ਜਿਹੜਾ ਨਾ ਉਹ ਸਿਰਾਂ ਦੇ ਉੱਤੇ ਕੱਪੜੇ ਪਾ ਕੇ ਤੇ ਰੰਗ ਬਰੰਗੀਆਂ ਟੋਪੀਆਂ ਪਾ ਕੇ ਤੇ ਹੂ ਕਰਕੇ ਕਹਿੰਦੇ ਆ ਕਿ ਜੀ ਇੱਦਾਂ ਅਸੀਂ ਤਜ਼ਕੀਆ ਕਰ ਰਹੇ ਹਾਂ। ਬਹਰਹਾਲ ਫਰਮਾਇਆ ਇਹ ਹੁਣ ਸਮਝ ਲਓ ਜਦੋਂ ਇਹ ਪ੍ਰੋਗਰਾਮ ਚੱਲ ਹੀ ਨਹੀਂ ਰਿਹਾ, ਨਾ ਬਰੇਲਵੀਆਂ ਦੇ, ਨਾ ਦਿਓਬੰਦੀਆਂ, ਨਾ ਅਹਿਲੇ ਹਦੀਸਾਂ ਦੇ, ਸ਼ੀਆਂ ਦੇ, ਕਿਸੇ ਦੇ ਵੀ। ਇਹ 2 ਨੰਬਰ ਆਇਤ ਵਾਲਾ ਪ੍ਰੋਗਰਾਮ ਚੱਲ ਹੀ ਨਹੀਂ ਰਿਹਾ। ਠੀਕ ਹੈ। ਹੁਣ ਤਬਲੀਗਾਂ ਵੀ ਹੁੰਦੀਆਂ ਤੇ ਉਹ ਮਸਲਕਾਂ ਦੀਆਂ ਤਬਲੀਗਾਂ ਹੁੰਦੀਆਂ, ਔਰ ਉਹਦੇ ਵਿੱਚ ਕੁਰਾਨ ਦਾ ਤਾਂ ਕੰਮ ਹੀ ਕੋਈ ਨਹੀਂ ਹੈਗਾ ਨਾ। ਉਹ ਤੇ ਆਪਣੇ ਹੀ ਉਹ ਅਸਲ ਮਸਾਇਲ ਜਿਹੜੇ ਉਹਨਾਂ ਦੇ ਮਸਲਕੀ ਹੁੰਦੇ ਆ ਉਹਨਾਂ ਦੇ ਵਾਸਤੇ ਤਬਲੀਗਾਂ ਕਰਦੇ ਆ, ਉਹ ਮਸਲਕ ਨੂੰ ਜ਼ਿੰਦਾ ਰੱਖਣ ਵਾਸਤੇ ਤਬਲੀਗਾਂ ਹੁੰਦੀਆਂ। ਬਹਰਹਾਲ ਫਰਮਾਇਆ ਅੱਛਾ ਹੁਣ ਇਹ ਰਸੂਲ ਆਇਆ ਉਮੀਜੀਨ ਵਾਸਤੇ, ਤੇ ਉਮੀਆਂ ਨੂੰ ਉਹਨਾਂ ਨੇ ਇਸ ਤਰ੍ਹਾਂ ਖੜਾ ਕਰਕੇ ਇੱਕ ਜਮਾਤ ਬਣਾਇਆ। ਹੁਣ ਅਗਲੀ ਗੱਲ ਕੀ ਹੈ? व आखरीन मिनहुम लम्मा यलहकू बिहिम, और ਉਹ ਆਖਰੀਨ ਦੇ ਵਾਸਤੇ ਵੀ ਰਸੂਲ ਬਣ ਕੇ ਆਏ ਆ, ਯਾਨੀ ਗੈਰ ਅਰਬ ਦੇ ਵਾਸਤੇ ਵੀ ਰਸੂਲ ਬਣ ਕੇ ਆਏ ਆ। ਇਹ ਸਾਹਬਾ ਕਰਾਮ ਹਦੀਸ ਦੇ ਵਿੱਚ ਹੈ ਕਿ ਸਾਹਬਾ ਕਰਾਮ ਦੇ ਚੋਂ ਕਿਸੇ ਨੇ ਪੁੱਛਿਆ ਯਾ ਰਸੂਲullah ਆਖਰੀਨ ਕੌਣ ਹੈ? ਤੇ ਉੱਥੇ ਸੁਲੇਮਾਨ ਫਾਰਸੀ ਰਜ਼ੀ ਅੱਲਾਹ ਤਾਲਾ ਨੂੰ ਬੈਠੇ ਸੀ ਤੇ ਨਬੀ सल्लल्लाहु अलैहि वसल्लम ਨੇ ਸੁਲੇਮਾਨ ਫਾਰਸੀ ਰਜ਼ੀ ਅੱਲਾਹ ਤਾਲਾ ਨੂੰ ਦੇ ਕੰਧੇ ਤੇ ਹੱਥ ਰੱਖ ਕੇ ਕਿਹਾ ਇਹਦੀ ਕੌਮ। ਕੀ ਮਤਲਬ ਹੈ? ਮਤਲਬ ਇਹ ਹੈ ਕਿ ਇਹ ਅਜਮੀ ਹੈ, ਠੀਕ ਹੈ ਨਾ। ਤੇ ਇਹ ਅਰਬੀ ਨਹੀਂ ਹੈ, ਸੁਲੇਮਾਨ ਫਾਰਸੀ ਅਰਬੀ ਨਹੀਂ ਹੈ। ਤੇ ਮਤਲਬ ਇਹ ਹੈ ਕਿ ਇਹ ਅਜਮੀ ईरानी ये है आखरीन। ਤੇ ਜਿਨ੍ਹਾਂ ਦੀ ਵੱਲ ਮੁਹੰਮਦ ਰਸੂਲullah सल्लल्लाहु अलैहि वसल्लम ਰਸੂਲ ਹੈ, ਪਰ ਇਹ ਰਸਾਲਤ ਦਾ ਕੰਮ ਅੱਗੇ ਉਮਤ ਨੇ ਕਰਨਾ ਵਾ। ਮੁਹੰਮਦ ਰਸੂਲullah सल्लल्लाहु अलैहि वसल्लम ਨੇ ਉੱਥੇ ਤੱਕ ਹੀ ਕਰਨਾ ਸੀ। ਵਾਖਰੀਨ ਮਿਨਹੁਮ ਲੰਮਾ ਯਲਹਕੂ ਬਿਹਿਮ, ਜਿਹੜੇ ਹਜੇ ਤੱਕ ਇਹਨਾਂ ਦੇ ਨਾਲ ਮੁਲਹਿਕ ਨਹੀਂ ਹੋਏ, ਯਾਨੀ ਹਜੇ ਤੇ ਸਿਰਫ ਦੀਨ ਇੱਥੋਂ ਤੱਕ ਆ, ਰਲੇ ਨਹੀਂ, लेकिन उन्होंने वास्ते भी रसूल है। वहुवल अजीजुल हकीम, और वो गालिब भी है जिन्हें इन्हों उम्मीयीन ते आखरीन अरबियां ते अजमियां वास्ते रसूल बनाया। वो ताकतवर भी है और हकीम भी है। ज़ालिका फज़लुल्लाह यूतीही मन यशा, ये अल्लाह ताला दा फजल है और अल्लाह जिन्हों चाहता है अपना फजल अता करता है। वल्लाहु ज़ुल फज़ल अल अज़ीम, और अल्लाह बड़े फजल वाला है। हुण अगे है, यानी ਇਹਦੇ ਤੁਸੀਂ ਸਮਝ ਲਓ ਕਿ ਪਿੱਛੇ ਗੱਲ ਆਈ ਆ ਕਿ ਮੁਹੰਮਦ ਰਸੂਲullah सल्लल्लाहु अलैहि वसल्लम ਜਿਹੜੇ ਆ ਉਹਨਾਂ ਨੂੰ ਅੱਲਾਹ ਤਾਲਾ ਨੇ ਜਿਹੜਾ ਨਾ ਉਹ ਰਸੂਲ ਬਣਾ ਕੇ ਭੇਜਿਆ, ਤੇ ਉਹ ਆਪਣੀ ਜਮਾਤ ਬਣਾਉਣ ਵਾਸਤੇ ਜਿਹੜਾ ਨਾ ਉਹ ਉਹਨਾਂ ਦੇ ਸਾਹਮਣੇ ਅੱਲਾ ਦੀ ਕਿਤਾਬ ਪੜ੍ਹਦੇ ਆ, ਉਹਨਾਂ ਦਾ ਤਜ਼ਕੀਆ ਕਰਦੇ ਆ, ਕਿਤਾਬ ਦੀ ਤਾਲੀਮ ਦਿੰਦੇ ਆ ਔਰ ਹਕਮਤ ਦੀ ਤਾਲੀਮ ਦਿੰਦੇ ਆ। ਇਹ ਉਸ ਕਿਤਾਬ ਯਾਨੀ ਕੁਰਾਨ ਦਾ ਇਹ ਇਸਤੇਮਾਲ ਆ ਜਿਹੜਾ ਮੁਹੰਮਦ ਰਸੂਲullah सल्लल्लाहु अलैहि वसल्लम ਕਰ ਰਿਹਾ ਆ ਇੱਕ ਐਸੀ ਜਮਾਤ ਵਜੂਦ ਦੇ ਵਿੱਚ ਲਿਆਉਣ ਵਾਸਤੇ ਜਿਹੜੀ ਫਿਰ ਉਹ ਜਿਹੜਾ ਸੂਰਾ ਸਫ ਦੀ ਆਇਤ ਨੰਬਰ 9 ਦੇ ਵਿੱਚ ਹੈ, ਹੁਵੱਲਜ਼ੀ ਅਰਸਲ ਰਸੂਲਹੁ ਬਿਲ ਹੁਦਾ व दीन अल हक़ लियुज़हिरहु अला दीन कुल्लिही वलौ करिहल मुशरिकून, दीन ਨੂੰ ਗਾਲਿਬ ਕਰਨਾ ਨਾ, ਤੇ ਉਹਦੇ ਵਾਸਤੇ ਇਹ ਜਮਾਤ ਜਦੋਜਹਿਦ ਕਰੇਗੀ। ਹੁਣ ਦੂਸਰੀ ਤਰਫ ਇਹ ਗੱਲ ਹੈ कि एक उम्मत वो भी सी जिन्हों अल्लाह ताला ने किताब दी,
और उन्हें उस किताब ਨੂੰ इस्तेमाल ही नहीं किया जिदा अज मुसलमान इस्तेमाल कर। नबी सल्लल्लाहु अलैहि वसल्लम ने कुरान ਨੂੰ किदा इस्तेमाल किया? फरमाया 4 काम किए, किताब पढ़ पढ़ के सुनाई और फिर उन्हों का तज़किया किया इस किताब के नाल, फिर इस किताब की तालीम और फिर इस किताब दे विच जिहड़ी हिकमत है उहदे तो लोकां नूं रूशनास कराया और फिर इस किताब दे नाल तैयार करके फिर बदर दे विच, ओहद दे विच, खंदक दे विच लैके गए। हुण ओह है जिन्हां ने इनकार कर दिता सीगा, मूसा अलैहिस्सलाम नूं जवाब दे दिता सी, उन्हां दा जिक्र आ रहा। फरमाया मसलुल लज़ीना हुम्मिलुत तौरात, मिसाल उन्हां दी जिन्हां नूं तौरात दित्ती गई, सुम्मा लम यहमिलूहा, फिर उन्होंने इस दे हामल होने का सबूत नहीं दिता, यानी वो हामले किताब नहीं बने, ये किताब दे हामिल होने का उन्होंने सबूत नहीं दिता। सुम्मा लम यहमिलूहा, फिर उन्होंने जिहड़ा ना इहदा बोझ नहीं उठाया, यानी ये जिम्मेदारी नहीं चकी उन्होंने। ते अगे फरमाया कि कमासल हिमार, इन्हां दी मिसाल तो फिर खोते दी है। हिमार कहते खोते नूं, गधे नूं, ते इन्हां दी मिसाल खोते दी है। ते अगर असी बुरा ना मनाइए तो अज साडी मिसाल भी खोते दी बन गई है ना। नबी सल्लल्लाहु अलैहि वसल्लम दी हदीस च फरमाया ला यातियन्ना अला उम्मती कमा अता अला बनी इसराइल हज़वन नाल बिन नाल, मेरी उम्मत दे विच भी वो सब खराबियां आ जाणगियां जिहड़ियां बनी इसराइल दे च आईयां, जिवें एक जुत्ती दूसरी जुत्ती वर्गी हुंदी है, ते वो खराबियां साडे विच आ गईयां। बहरहाल यहमिल असफारा, बस वो उत्ते किताबां लदियां ही हैं, बाकी होर कोई गल नहीं। बेसा मसल कौम लजीन कज़्ज़बू बिआयातिल्लाह, बहुत बुरी मिसाल है एक ऐसी कौम दी जिन्हें अल्लाह दी आयात नूं झूठ समझिया। यानी ये तर्ज अमल उन्होंने आपदी तौरात नाल कीता ते इनू अल्लाह ने कहा कि ये तकजीब आयात है, ते यही अज असीं कर रहे हैं। यानी अल्लाह दे रसूल ने किताब नूं किदां इस्तेमाल किया कुरान नूं, और असी किदां करदे हां। अल्लाह दे रसूल ने जिहड़ा कीता वो कुरान च 4 दफ़ा आ गया ना, और सूरा जुमा दी आयत नंबर 2 च आ गया। फरमाया जेड़े इस्तेमाल नहीं करते फिर उन्हां दी मिसाल ते खोते दी है। यहमिल असफारा, जिवें उहदे ते भार रख दिता गया। बेसा मसल कौम लजीन कज़्ज़बू बिआयातिना, और ऐसी कौम, पूरी कौम ही खोते दी मिसाल बन जावे, ते ओह ते मिसाल हुण असीं मुसलमान बन गए जेड़े मतलब है कि वो अल्लाह दी आयात नूं झूठ समझण लग पवे। यानी असीं समझिए अल्लाह कहंदा मेरे नज़दीक वो खोते दी मिसाल बन जांदे जेड़े अपनी किताब दा हक अदा नहीं करदे। हालांकि पैगंबर ने वो दस्सिया, दिखाया, कुरान च आ गया कि कुरान दा यह हक है, कुरान नूं इस तरह जिहड़ा ना डील करना है, वो नहीं करदे। वल्लाहु ला यहदिल कौम ज़ालिमीन, तो फिर ऐसे जालमां नूं अल्लाह जबरदस्ती पकड़ के हिदायत नहीं दिंदा। कुल या अय्युहल्लज़ीना हादू, ए नबी सल्लल्लाहु अलैहि वसल्लम कह दो ए यहूदियो, इन ज़अमतुम अन्नकुम औलिया लिल्लाहि मिन दूनिन नास, अगर तुहानू ये ज़ोम है ये कि तुसीं अल्लाह दे बहुत प्यारे हो, ये खास तौर ते फिर जिद्दां अज मुसलमान जिहड़ा ना वो कुरान नूं ते एक पासे कीता है ते अपने ढिड्डां सोचदा कि असीं ते अल्लाह साडे ते बड़ा रहीम है, करीम है, अल्लाह मेहरबानी करदा हैगा हैं। दुनिया दे विच असीं तां हैगे आ जिहड़े मतलब अजाना दिंदे आ ते मसीतां च जाने आ। फरमाया इन जानतुम अन्नकुम औलिया लिल्लाहि औलिया लिल्लाहि मिन दूनिन नास, अगर तुसी गुज़ोम चो ना कि तुसी अल्लाह दे बड़े प्यारे हो लोकां दे मुकाबले च, फतमन्नवुल मौत, फिर मौत दी तमन्ना करो। उहद दे उत्ते तबसरा करदे अल्लाह ताला ने फरमाया सी वलकद कुंतुम तमन्नौनल मौत मिन कब्ल, पहले तुसी बड़ी मौत दी तमन्ना करदे सी। फिर तुसी दीन नूं गालिब करन वास्ते जिहाद क्यों नहीं करदे? फिर दुनिया में टुरे फिरदे हो, तुहाडी कोई थां नहीं हैगी। जदों नबी सल्लल्लाहु अलैहि वसल्लम आए सी ते इन्हां नूं उस सरजमीन च दाखले की इजाजत नहीं सी, फलस्तीन शाम के इलाके यहूदियों नूं। इन कुंतुम सादिकीन, अगर तुसी सच्चे हो तो फिर जाओ अपना इलाका ते लो, अपना मुल्क ते लो। वला यतमन्नौनहु अबदा, फरमाया ये मौत वाले पासे नहीं जान लगे। बिमा कदमत अयदीहिम, इन्हां दे जोड़े अमल आ उन्हां दी वजह तो। वल्लाहु अलीमुम बिज़्ज़ालिमीन, और अल्लाह इन्हां ज़ालिमां तो बहुत अच्छे तरीके नाल वाकिफ है।
इन्नल मौत अल्लज़ी तफिरून मिन्हु, बेशक मौत ते तुहानू जेड़ा ना वो जिन्ना मर्जी भज लो, मौत ते तुहानू जेड़ा ना वो फरार नहीं होण देण लगी। जिस मौत तो तुसी भजे फिरदे हो फइन्नहु मुलाकिकुम, वो ते तुहानू आ ही जानी है। सुम्मा तुरद्दूना इला आलिमिल गैब व शहादा, फिर तुसी मोड़ दिते जाओगे उस गायब और हाजिर जानन वाले दी तरफ। फयुनब्बिउकुम बिमा कुंतुम तामलून, और वो तुहानू दस देगा तुसी दुनिया च की करके आए हो। ए हुण अगे आ रहा जी जुमे की हिकमत। ये जुमा समझ लो कि एक ऐसा प्रोग्राम है जेड़ा अल्लाह ताला ने उस वेले ना कोई स्कूल कॉलेज ना कोई होर इदारे तालीमी, और वड्डे वड्डे उम्र कोई 40 साल का, कोई 50 साल का, कोई 60 साल का, हुण उन्हां नू तालीम देनी है कुरान दी। ते ओहदे वास्ते जिद्दां असीं कहने तालीमे बालगां, तालीम ये जुम्मा जिहड़ा है खसूसियत दे नाल अल्लाह ताला ने कहा भी ये वास्ते, इसे तो इसकी बड़ी ताकीद है। और इस जुमे नू जिहड़ा जुमा बनाया दो खुतबियां ने, और नबी सल्लल्लाहु अलैहि वसल्लम दे खुतबे की हुंदे सी। और एक सहाबी कहंदे आ काना ले नबी इन खुतबातान, नबी सल्लल्लाहु अलैहि वसल्लम दे दो खुतबे हुंदे सी, और यजलिस बैनहुमा, ਉਹਦੇ दरमियान नबी सल्लल्लाहु अलैहि वसल्लम बहंदे भी सी, और खुतबिਆਂ 'ਚ ਕੀ ਕਰਦੇ ਸੀ ਯਕਰਾਉਲ ਕੁਰਾਨ व युज़क्किरुन नास, कुरान पढ़ते सी, लोगों ਨੂੰ नसीहत करते सी। ਅੱਜ ਸਾਡੇ ਉਹ खुतबे भी ਜਿਹੜਾ ना वो मसल की बहसां रह गईਆਂ, वो मकसद ही खत्म हो गया। बहरहाल ये एक हफ्तावार तालीमे बालगां ਦਾ प्रोग्राम ਹੁੰਦਾ ਸੀ, कुरान सिखाण ਦਾ प्रोग्राम ਹੁੰਦਾ ਸੀ, कुरान ਦੀ तालीम ਦਾ प्रोग्राम ਹੁੰਦਾ ਸੀਗਾ। फरमाया या अय्युहल्लज़ीन आमनू, ए ईमान वाले, इज़ा नूदिया लिस्सलाति मिन यौमिल जुमा, जदों उस वेले तुहानू निदा दी जावे जुमे दे दिन है नमाज वास्ते, फसऊ इला ज़िक्रिल्लाह, तो अल्लाह ताला दे जिक्र की तरफ जेड़ा ना वो लपको, वज़रुल बै, और कारोबार छड़ दियो, खरीदो फरोख्त छड़ दियो, ज़ालिकुम खैरुल लकुम इन कुंतुम तालमून, ये तुहाडे वास्ते खैर दा बायस है अगर तुहानू समझ आ जावे तां। फ़ायदा कुज़ियत सलात, और जिस वेले नमाज पूरी हो जाए फंतशिरू फिल अर्द, फिर निकल जाओ जमीन च, वब्तगू मिन फज़लिल्लाह, अल्लाह दा फजल तलाश करो, वज़कुरुल्लाह कसीरन लअल्लकुम तुफ़लिहून, और अल्लाह नू कसरत ना याद करो ताकि तुसी फलाह पाओ। वइज़ा रऊ तिजारतन, और जिस वेले उन्होंने देखा तिजारत और लाहव, और या कोई खेल तमाशा, इन फद्दू इलैहा, ते ओदी तरफ जेड़ा ना वो चले गए। व तरकू का कायमात, है मुहम्मद सल्लल्लाहु अलैहि वसल्लम तुहानू छड़ दिता खड़े उत्ते ही। ਇਹਦੇ ਵਿੱਚ ਇੱਕ ਵਾਕਿਆ ਜੀ, ਉਹ ਵਾਕਿਆ ਸਮਝ ਲਓ ਕਿ ਅਸਲ ਦੇ ਵਿੱਚ ਇਹ ਵਾਕਿਆ ਹੈ ਜਦੋਂ ਨਬੀ ਸੱਲੱਲਾਹੁ ਅਲੈहि ਵਸੱਲਮ ਨਾ ਹਿਜਰਤ ਤੋਂ ਬਾਅਦ ਮਦੀਨੇ ਆਇਆ, ਤੇ ਸ਼ੁਰੂ ਦੇ ਦੌਰ ਦੇ ਵਿੱਚ ਹੀ ਇਹ ਵਾਕਿਆ ਪੇਸ਼ ਆ ਗਿਆ। ਉਸ ਵੇਲੇ ਦੀ ਇੱਕ ਗੱਲ ਇਹ ਹੈ ਕਿ ਨਮਾਜ਼ ਜਿਹੜੀ ਹੈ ਨਾ ਉਹ ਹੋ ਜਾਂਦੀ ਸੀ, ਤੇ ਬਾਅਦ ਵਿੱਚ ਨਬੀ ਸੱਲੱਲਾਹੁ ਅਲੈहि ਵਸੱਲਮ ਖੁਤਬਾ ਦਿੰਦੇ ਹੁੰਦੇ ਸੀ। ਉਹ ਹੁਣ ਨਬੀ ਸੱਲੱਲਾਹੁ ਅਲੈहि ਵਸੱਲਮ ਜਿਹੜਾ ਨਾ ਨਮਾਜ਼ ਪੜ੍ਹਾਉਣ ਤੋਂ ਬਾਅਦ ਖੁਤਬਾ ਦੇ ਰਿਹਾ ਸੀ, ਨਮਾਜ਼ ਪੜ੍ਹਾਉਣ ਤੋਂ ਬਾਅਦ ਖੁਤਬਾ ਦੇ ਰਿਹਾ ਸੀ। ਜਿਵੇਂ ਅੱਜ ਸਾਡੇ ਹਾਲਾਤ ਹੈ ਨਾ ਕਿ ਅਸੀਂ ਵੀ ਜਾਂਦੇ ਹਾਂ, ਜਦੋਂ ਖੁਤਬਾ ਮੁੱਕ ਜਾਵੇ ਤੇ ਨਮਾਜ਼ ਪੜ੍ਹਨ ਦਾ ਟਾਈਮ ਹੁੰਦਾ ਤੇ ਅਸੀਂ ਚਲੇ ਜਾਂਦੇ ਹਾਂ ਨਾ। ਹੁਣ ਅਸਲ ਦੇ ਵਿੱਚ ਖੁਤਬਾ ਤੇ ਸਾਡੇ ਫਿਰ ਉਹ ਅਰਬੀ ਦਾ ਹੁੰਦਾ, ਤੇ ਉਹ ਜਿਹੜਾ ਨਾ ਉਹ ਸਾਨੂੰ ਵੈਸੇ ਸਮਝ ਵੀ ਨਹੀਂ ਆਉਂਦੀ। ਤੇ ਬਹਰਹਾਲ ਇਹਦਾ ਤਾਂ ਫਿਰ ਕਿਸੇ ਵੇਲੇ ਮੌਕਾ ਵਾ, ਲੇਕਿਨ ਉਹ ਉੱਥੇ ਤਾਂ ਉਹਨਾਂ ਨੂੰ ਖੁਤਬਾ ਸੁਣਨ ਵਾਸਤੇ ਸੱਦਿਆ ਜਾਂਦਾ ਸੀ ਵੀ ਕੁਰਾਨ ਨੇ ਇਹਨਾਂ ਨੂੰ ਸਮਝਾਇਆ ਜਾਵੇ, ਕੁਰਾਨ ਦੀ ਤਬਲੀਗ ਤਾਲੀਮ ਦਾ ਇੰਤਜ਼ਾਮ ਹੋਵੇ। ਉਹ ਜਿਹੜਾ ਸੂਰਾ ਜੁਮਾ ਦੀ 2 ਨੰਬਰ ਆਇਤ 'ਚ ਆ ਗਿਆ ਨਾ, ਉਹ ਪ੍ਰੋਗਰਾਮ ਦੇ ਤਹਿਤ ਬਹਰਹਾਲ ਉਹ ਨਮਾਜ਼ ਹੋ ਗਈ। ਕਿਉਂਕਿ ਮੱਕੇ ਦੇ ਮਦੀਨੇ ਦੇ ਵਿੱਚ ਕੋਈ ਕਹਿਤ ਦੀ ਸੂਰਤ ਹਾਲ ਸੀ, ਇੰਨੀ ਦੇਰ ਪਤਾ ਲੱਗਾ ਕੋਈ ਬਾਹਰੋਂ ਕਾਫਲਾ ਆਇਆ ਵਾ, ਔਰ ਉਹ ਕਾਫਲੇ ਵਾਲੇ ਜਿਹੜੇ ਸੀ ਉਹਨਾਂ ਨੇ ਫਿਰ ਕੋਈ ਆਪਣਾ ਢੋਲ ਢਾਲ ਵਜਾਏ ਹੈ। ਉਹ ਉਸ ਜ਼ਮਾਨੇ ਦੇ ਹਿਸਾਬ ਨਾਲ ਉਹਨਾਂ ਨੇ ਇਤਲਾਹ ਦੇਣੀ ਸੀ ਵੀ ਜੇ ਕਿਸੇ ਨੇ ਰਾਸ਼ਨ ਖਰੀਦਣਾ ਖਰੀਦ ਲਵੇ, ਕਿਉਂਕਿ ਕਹਿਤ ਦਾ ਜ਼ਮਾਨਾ ਸੀ, ਹਰ ਬੰਦਾ ਡਰਦਾ ਸੀ ਮੁੱਕ ਨਾ ਜਾਵੇ, ਥੋੜਾ ਨਾ ਹੋ ਜਾਏ, ਮੈਂ ਨਾ ਮਹਿਰੂਮ ਰਹਿ ਜਾਵਾਂ। ਤੇ ਬਹਰਹਾਲ ਉਹ ਸਹਾਬਾ ਬੈਠੇ ਰਹੇ ਉੱਥੇ, ਐਸੀ ਗੱਲ ਨਹੀਂ ਹੈ, ਲੇਕਿਨ ਅਕਸਰੀਅਤ ਉਹ ਪਿੱਛੇ ਵੀ ਮੈਂ ਜ਼ਿਕਰ ਕੀਤਾ, ਇਸ ਜ਼ਮਾਨੇ 'ਚ ਜ਼ਿਆਦਾ ਲੋਕ ਜਿਹੜੇ ਆ ਉਹ ਹੁਣ ਆ ਰਹੇ ਆ ਨਾ ਇਸਲਾਮ ਦੇ ਵਿੱਚ, ਨਏ ਲੋਕ ਆ ਰਹੇ ਆ, ਉਹਨਾਂ 'ਚ ਹਜੇ ਉਨੀ ਪੁਖਤਗੀ ਨਹੀਂ ਹੈਗੀ। ਤੇ ਦੂਸਰਾ ਇਹ ਵੀ ਗੱਲ ਇੱਕ ਜ਼ਿਹਨ ਦੇ 'ਚ ਆ ਜਾਂਦੀ ਹੈ ਵੀ ਨਮਾਜ਼ ਤੇ ਹੋ ਗਈ ਹੈ, ਖੁਤਬਾ ਹੀ ਹੈ ਨਾ, ਤੇ ਉਹ ਉੱਠ ਕੇ ਚਲੇ ਗਏ ਉੱਥੇ। ਤੇ ਅੱਲਾਹ ਤਾਲਾ ਨੇ ਇੱਥੇ ਉਹ ਖੁਤਬੇ ਦੀ ਅਹਿਮੀਅਤ ਬਹੁਤ ਜ਼ਿਆਦਾ ਨਮਾਜ਼ ਦੀ ਵੀ ਹੈ,
ਉਹ ਖੁਤਬੇ ਦੀ ਵੀ ਬੜੀ ਜ਼ਿਆਦਾ ਅਹਿਮੀਅਤ ਹੈ। ਖੁਤਬਾ ਤਾਂ ਤਾਲੀਮ ਦਾ ਹੈ ਨਾ। ਤੋ ਅੱਜ ਸਾਡੇ ਚੋਂ ਕਿ ਉਹ ਸਾਨੂੰ ਅਹਿਸਾਸ ਹੀ ਨਹੀਂ ਰਿਹਾ। ਅਸੀਂ ਕਿੰਨਾ ਚੰਗਾ ਕੋਈ ਆਦਮੀ ਕੁਰਾਨ ਪੜ੍ਹਦਾ ਹੋਵੇ, ਇਹ ਅਸਲ 'ਚ ਉਹਦੇ 'ਚ ਕਈ ਸਾਰੇ ਕਸੂਰ ਤੇ ਉਹਨਾਂ ਦੇ ਮੌਲਵੀਆਂ ਦੇ ਵੀ ਹੈ ਨਾ, ਜਿਹੜੇ ਕੁਰਾਨ ਦੀ ਬਜਾਏ ਉੱਥੇ ਆਪਣੀਆਂ ਤਕਰੀਰਾਂ ਤੇ ਆਪਣੇ ਮਸਲਕ ਬਿਆਨ ਕਰਨ ਲੱਗ ਪੈਂਦੇ ਆ ਜੁਮਿਆਂ ਦੇ ਵਿੱਚ ਵੀ। ਲੋਕੀ ਇਸ ਤੋਂ ਨਫ਼ਰਤ ਦੀ ਵਜ੍ਹਾ ਤੋਂ ਨਹੀਂ ਜਾਂਦੇ ਕਿ ਜੀ ਇਹ ਫਿਰਕਾਵਾਰੀਅਤ ਫੈਲਾਉਂਦੇ ਆ। ਸਿੱਧਾ ਸਿੱਧਾ ਕੁਰਾਨ ਜਿਹੜਾ ਪੜ੍ਹਿਆ ਕਰਨਾ, ਤੇ ਫਿਰ ਲੋਕੀ ਉੱਥੇ ਜਾਣ ਵੀ। ਤੇ ਫਿਰ ਜਿਹੜਾ ਨਾ ਜਾਵੇ, ਫਿਰ ਉਹਦੀ ਇਹ ਮਿਸਾਲ ਹੈ, ਉਹਦੇ ਵਾਸਤੇ ਹਦਾਇਤ ਹੈ। ਕਿ ਫਰਮਾਇਆ ਕਿ ਇਹ ਉਧਰ ਤਜਾਰਤ ਵੱਲ ਚਲੇ ਗਏ, ਖੇਲ ਤਮਾਸ਼ੇ ਵੱਲ ਚਲੇ ਗਏ, ਤੁਹਾਨੂੰ ਕੱਲਿਆਂ ਛੱਡ ਦਿੱਤਾ। ਮਤਲਬ ਇਹ ਵੀ ਤੁਸੀਂ ਖੜੇ ਰਹਿ ਗਏ। ਵਤਾਰਕੂ ਕਾ ਕਾਇਮਾ, ਔਰ ਤੁਹਾਨੂੰ ਖੜਾ ਛੱਡ ਕੇ ਚਲੇ ਗਏ। ਕੁਲ ਮਾ ਇੰਦല്ലാਹ ਖੈਰ ਮਿਨ ਅੱਲਾਹ, ਤੇ ਐ ਨਬੀ ਸੱਲੱਲਾਹੁ ਅਲੈਹਿ ਵਸੱਲਮ ਇਹਨਾਂ ਨੂੰ ਕਹਿ ਦਿਓ ਕਿ ਜੋ ਅੱਲਾਹ ਕੋਲ ਹੈ ਉਹ ਬਿਹਤਰ ਹੈ ਇਹ ਖੇਲ ਤਮਾਸ਼ਾ व मिनत तिजारा, और ये ਜਿਹੜਾ ਲੈਣ ਦੇਣ ਤੁਸੀਂ ਕਰਨਾ ਸੀ, ਜਾ ਕੇ ਖਰੀਦੋ ਫਰੋਖਤ ਕਰਨੀ ਸੀ, ਇਹ ਤੋਂ ਬਿਹਤਰ ਹੈ ਵੱਲਾਹੁ ਖੈਰੁਰ ਰਾਜ਼ਿਕੀਨ, ਅੱਲਾ ਬਿਹਤਰ ਰਿਜ਼ਕ ਦੇਣ ਵਾਲਾ। ਯਾਨੀ ਰਿਜ਼ਕ ਵਾਸਤੇ ਤੁਸੀਂ ਛੱਡ ਕੇ ਚਲੇ ਗਏ ਨਾ, ਤੇ ਤੁਹਾਨੂੰ ਇਦਾਂ ਨਹੀਂ ਕਰਨੀ ਚਾਹੀਦੀ ਸੀ। ਇਹ ਗੱਲ ਜਿਹੜੀ ਹੈ ਨਾ, ਇਹ ਅੱਲਾਹ ਤਾਲਾ ਇੱਥੇ ਦੱਸ ਰਿਹਾ। ਸੂਰਾ ਜੁਮਾ ਮੁਕੰਮਲ ਹੋ ਗਈ ਹੈ। ਸੂਰਾ ਜੁਮਾ ਤੋਂ ਅੱਗੇ ਜਿਹੜਾ ਨਾ, ਉਹ ਸੂਰਾ ਮੁਨਾਫਿਕੂਨ ਆ ਗਈ ਹੈ। ਯਾਨੀ ਉਹ ਜਿਨ੍ਹਾਂ ਦੇ ਮੁਨਾਫਿਕ ਤੋਂ ਮੁਰਾਦ ਇਹ ਹੈ ਵੀ ਜਿਨ੍ਹਾਂ ਦੇ ਵਿੱਚ ਨਫਾਕ ਪੈਦਾ ਹੋ ਗਿਆ ਹੁੰਦਾ ਹੈ। ਤੇ ਚੂੰਕਿ ਇਹ ਸ਼ੁਰੂ ਦੇ ਵਿੱਚ ਹੀ ਮੈਂ ਸੂਰਾ ਸਾਫ ਦੇ ਗਾਲਬਨ ਆਗਾਜ਼ ਦੇ ਵਿੱਚ ਵੀ ਇਹ ਗੱਲ ਦੱਸੀ ਹੈ ਕਿ ਇਹ ਜ਼ਮਾਨਾ ਹੋਆ ਜਦੋਂ ਲੋਕ ਆ ਰਹੇ ਆ ਔਰ ਉਹਨਾਂ ਦੇ ਵਿੱਚ ਜ਼ੋਫੇ ਈਮਾਨ ਜਾਂ ਨਫਾਕ ਗੈਰ ਸ਼ਊਰੀ ਤੌਰ ਦੇ ਉੱਤੇ, ਗੈਰ ਸ਼ਊਰੀ ਤੌਰ ਤੇ ਨਫਾਕ ਪੈਦਾ ਹੋ ਰਿਹਾ। ਇੱਕ ਹੈ ਸ਼ਊਰੀ, ਇੱਕ ਹੈ ਗੈਰ ਸ਼ਊਰੀ। ਕੁਰਾਨ ਕਰੀਮ ਦੇ ਵਿੱਚ ਸ਼ਊਰੀ ਨਫਾਕ ਦਾ ਵੀ ਜ਼ਿਕਰ ਹੈ। ਉਹ ਸੂਰਾ ਆਲੇ ਇਮਰਾਨ ਦੀ ਆਇਤ ਨੰਬਰ 72 ਦੇ ਵਿੱਚ ਹੈ। ਔਰ ਸੂਰਾ ਅਲ ਮਾਇਦਾ ਜਿਹੜੀ ਹੈ ਨਾ, ਉਹਦੀ ਵੀ ਆਇਤ ਨੰਬਰ 61 ਦੇ ਵਿੱਚ ਜ਼ਿਕਰ ਹੈ ਸ਼ਊਰੀ ਨਫਾਕ ਦਾ, ਸ਼ਊਰੀ ਮੁਨਾਫਕਤ ਦਾ। ਲੇਕਿਨ ਇਹ ਜ਼ਿਆਦਾਤਰ ਜਿਹੜਾ ਨਾ ਗੈਰ ਸ਼ਊਰੀ ਨਫਾਕ ਜਿਹੜਾ ਨਾ, ਲੋਕ ਇਸੇ ਤਰੀਕੇ ਨਾਲ ਹੀ ਈਮਾਨ ਲੈ ਆਉਂਦੇ ਆ, ਉਹਨਾਂ ਦੇ ਦਿਲਾਂ ਦੇ ਵਿੱਚ ਕੋਈ ਨਫਾਕ ਨਹੀਂ ਹੁੰਦਾ, ਕੋਈ ਮੁਖਾਲਫਤ ਨਹੀਂ ਹੁੰਦੀ, ਬਗੈਰ ਸੋਚੇ ਸਮਝਿਆ ਠੀਕ ਹੈ ਨਾ ਈਮਾਨ ਲੈ। ਲੇਕਿਨ ਹੁਣ ਜਦੋਂ ਈਮਾਨ ਲੈ ਤੇ ਹੁਣ ਸਖਤੀਆਂ ਅਜ਼ਮਾਇਸ਼ਾਂ ਇਹਨਾਂ ਦੀ ਵਜ੍ਹਾ ਤੋਂ ਜਿਹੜਾ ਨਾ ਜਾਨ ਮਾਲ ਲਗਾਉਣ ਤੋਂ ਫਿਰ ਜਿਹੜਾ ਨਾ ਉਹ ਮੂੰਹ ਫੇਰਦੇ ਆ। ਤੇ ਉਹਦੇ ਵਿੱਚ ਫਿਰ ਨਫਾਕ ਜਿਹੜਾ ਨਾ, ਜੋ ਉਹਦੀਆਂ ਮਰਜ਼ਾਂ ਅੱਲਾ ਦੇ ਰਸੂਲ ਨੇ ਦੱਸੀਆਂ, ਆਯਾਤੁਲ ਮੁਨਾਫਿਕ ਸਲਾਸਾ ਇਜ਼ਾ ਹੱਦਸ ਕਜ਼ਬ ਇਜ਼ਾ ਤੁਮਿਨ ਖਾਨ ਇਜ਼ਾ ਵਾਅਦਾ ਅਖਲਫ व इज़ा खासम फजर। ਤੇ ਇਹ ਅਲਾਮਤਾਂ ਜਦੋਂ ਪੈਦਾ ਹੋ ਜਾਂਦੀਆਂ ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਇਸ ਤੋਂ ਬਾਅਦ ਉਹ ਨਮਾਜ਼ਾਂ ਵੀ ਪੜ੍ਹਦਾ ਹੋਵੇ, ਰੋਜ਼ੇ ਵੀ ਰੱਖਦਾ ਹੋਵੇ, ਪਗੜੀਆਂ ਬੰਨ੍ਹਦਾ ਹੋਵੇ, ਕੁਛ ਵੀ ਕਰਦਾ ਹੋਵੇ, व इन सामा वसल्ला वज़ामा अन्नहु मुस्लिमून, ਉਹ ਨਮਾਜ਼ ਪੜ੍ਹਦਾ ਹੋਵੇ, ਰੋਜ਼ਾ ਰੱਖਦਾ ਹੋਵੇ ਔਰ ਉਹ ਆਪਣੇ ਆਪ ਨੂੰ ਮੁਸਲਮਾਨ ਸਮਝਦਾ ਹੋਵੇ, ਫਿਰ ਵੀ ਉਹ ਮੁਨਾਫਿਕ ਹੀ ਹੈ ਗੈਰ ਸ਼ਊਰੀ ਤੌਰ ਤੇ। ਉਹ ਆਪਣੇ ਆਪ ਨੂੰ ਮੁਨਾਫਿਕ ਨਹੀਂ ਸਮਝਦਾ, ਲੇਕਿਨ ਉਹ ਨਫਾਕ ਚਲਾ ਗਿਆ ਹੁੰਦਾ, ਕਿਉਂਕਿ ਝੂਠ, ਅਮਾਨਤ ਦੇ ਵਿੱਚ ਖਿਆਨਤ, ਵਾਅਦਾ ਖਿਲਾਫੀ ਔਰ ਮੁਖਾਸਮਤ ਦੇ ਵਿੱਚ ਹੱਦ ਤੋਂ ਵੱਧ ਜਾਣਾ, ਇਹ ਮੁਨਾਫਿਕ ਦੀਆਂ ਨਿਸ਼ਾਨੀਆਂ, ਇਹ ਨਿਸ਼ਾਨੀਆਂ ਹੋ ਗਈਆਂ ਪੂਰੀਆਂ, ਤੇ ਪੱਕਾ ਮੁਨਾਫਿਕ ਹੈ 100% ਜਿਹਨੂੰ ਕਹਿੰਦੇ ਆ। ਲੇਕਿਨ ਹੈ ਗੈਰ ਸ਼ਊਰੀ ਤੌਰ ਤੇ ਮੁਨਾਫਿਕ ਹੋਵੇ ਜਾਂ ਮੁਸ਼ਰਕ ਹੋਵੇ, ਤੌਬਾ ਕਰਕੇ ਉਹ ਠੀਕ ਹੋ ਸਕਦਾ, ਈਮਾਨ ਦੇ ਵਿੱਚ ਫਿਰ ਆ ਸਕਦਾ। ਔਰ ਜਦੋਂ ਤੱਕ ਉਹ ਇਹ ਚੀਜ਼ਾਂ ਪੈਦਾ ਨਹੀਂ ਹੁੰਦੀਆਂ, ਉਹਨਾਂ ਚਿਰ ਜ਼ੋਫੇ ਈਮਾਨ। ਜੇ ਨਫਾਕ ਦੀਆਂ ਅਲਾਮਤਾਂ ਨਹੀਂ ਪੈਦਾ ਹੁੰਦੀਆਂ ਨਾ, ਉਹ ਫਿਰ ਜ਼ੋਫੇ ਈਮਾਨ ਦੇ ਵਿੱਚ। ਤੋ ਇਹਦੇ ਵਿੱਚ ਫਿਰ ਜ਼ਿਕਰ ਆਂਦਾ ਇਹਦੇ ਵਿੱਚ ਇਸ ਹਵਾਲੇ ਨਾਲ ਫਰਮਾਇਆ, ਇਜ਼ਾ ਜਾ ਕਲ ਮੁਨਾਫਿਕੂਨ, ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਜਦੋਂ ਤੁਹਾਡੇ ਕੋਲ ਮੁਨਾਫਿਕ ਆਉਣ ਤੇ ਕਾਲੂ ਨਸ਼ਹਦੁ ਇੰਨਕਾ ਲਰਸੂਲੁल्लाह, ਤੇ ਉਹ ਕਹਿੰਦੇ ਆ ਕਿ ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਅਸੀਂ ਗਵਾਹੀ ਦਿੰਦੇ ਹਾਂ ਤੁਸੀਂ ਅੱਲਾ ਦੇ ਰਸੂਲ ਹੋ। ਵੱਲਾਹੁ ਯਅਲਮੁ ਇੰਨਕਾ ਲਰਸੂਲ ਹੋ, ਅੱਲਾ ਨੂੰ ਪਤਾ ਹੈ ਕਿ ਤੁਸੀਂ ਅੱਲਾ ਦੇ ਰਸੂਲ ਹੋ। ਇਹ ਵੱਲਾਹੁ ਯਸ਼ਹਦੁ ਇਨਲ ਮੁਨਾਫਿਕੀਨ ਲਕਾਜ਼ਿਬੂਨ, ਔਰ ਅੱਲਾ ਇਸ ਗੱਲ ਦਾ ਗਵਾਹ ਵਾ ਕਿ ਮੁਨਾਫਿਕ ਝੂਠ ਬੋਲਦੇ ਆ। ਯਾਨੀ ਹੁਣ ਇਹ ਝੂਠ ਕੀ ਬੋਲਿਆ? ਮੁਨਾਫਿਕਾਂ ਨੇ ਕਿਹਾ ਕਿ ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਅਸੀਂ ਗਵਾਹੀ ਦਿੰਦੇ ਹਾਂ ਕਿ ਤੁਸੀਂ ਅੱਲਾ ਦੇ ਰਸੂਲ ਹੋ। ਅੱਲਾ ਕਹਿੰਦਾ ਝੂਠ ਬੋਲਦੇ ਆ। ਮਤਲਬ ਇਹ ਹੈ ਕਿ ਅਸਲ ਦੇ ਵਿੱਚ ਇਹ ਢਿੱਡੋਂ ਨਹੀਂ ਦੇ ਰਿਹਾ, ਇਹ ਤਾਂ ਹੁਣ ਮਤਲਬ ਇਹ ਹੈ ਕਿ ਇੱਕ ਮਾਸ਼ਰੇ ਦੇ ਨਾਲ ਚੱਲ ਰਿਹਾ ਹੈ ਨਾ, ਤੇ ਇਹ ਦਿਲੋਂ ਨਹੀਂ ਤੁਹਾਨੂੰ ਰਸੂਲ ਮੰਨ ਰਿਹਾ, ਠੀਕ ਹੈ ਨਾ। ਅੱਛਾ, ਦਿਲੋਂ ਰਸੂਲ ਮੰਨਣ ਤੇ ਫਿਰ ਇਹ ਤੁਹਾਡੇ ਕੋਲ ਝੂਠ ਕਿਉਂ ਬੋਲਣ?
ਉਹ ਜਿੱਦਾਂ ਤਬੂਕ ਜਾਣ ਵਾਲੇ ਜਿਹੜੇ ਨਹੀਂ ਗਏ ਸੀ, ਜਾਂ ਜਾਂਦੇ ਵੇਲੇ ਵੀ ਕਈ ਝੂਠ ਆ ਕੇ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਬਹਾਨਾ ਕਰਦੇ ਸੀ, ਜਾਂ ਜਦੋਂ ਵਾਪਸ ਆ ਕੇ ਪੁੱਛਿਆ ਤੇ ਝੂਠੀਆਂ ਕਸਮਾਂ ਖਾਦੀਆਂ, ਬਹਾਨੇ ਕੀਤੇ। ਤੇ ਜੇ ਤੁਹਾਨੂੰ ਰਸੂਲ ਸਮਝਦੇ ਤੁਹਾਡੇ ਸਾਹਮਣੇ ਝੂਠ ਕਿੱਦਾਂ ਬੋਲਦੇ ਆ? ਕਾਬ ਬਿਨ ਮਾਲਿਕ ਰਜ਼ੀ ਅੱਲਾਹ ਤਾਲਾ ਨੂੰ ਦਾ ਵਾਕਿਆ ਨਾ, ਕਿ ਕਾਬ ਬਿਨ ਮਾਲਿਕ ਰਜ਼ੀ ਅੱਲਾਹ ਤਾਲਾ ਨੂੰ ਵੀ ਕਿਸੇ ਨੇ ਕਿਹਾ ਤੁਸੀਂ ਵੀ ਕੋਈ ਜਾ ਕੇ ਝੂਠਾ ਬਹਾਨਾ ਕਰ ਦਿਓ। ਉਹ ਨਹੀਂ ਗਿਆ ਸੀ ਬਦਰੀ ਅੰਸਾਰੀ। ਉਹਨਾਂ ਨੇ ਕਿਹਾ ਮੈਂ ਅਗਰ ਝੂਠ ਬੋਲਾਂਗਾ ਤੇ ਹੋ ਸਕਦਾ ਚਲੋ ਰਸੂਲੁल्लाह सल्लल्लाहु अलैहि वसल्लम ਜਿਹੜੇ ਉਹ ਮੰਨ ਵੀ ਲੈਣਗੇ, ਲੇਕਿਨ ਕਿਆਮਤ ਦੇ ਦਿਨ ਤੇ ਇਹ ਗੱਲ ਖੁੱਲ ਜਾਣੀ ਹੈ, ਫਿਰ ਮੇਰੇ ਪੱਲੇ ਕੀ ਰਹਿ ਜਾਏਗਾ। ਲੇਕਿਨ ਮੁਨਾਫਿਕ ਇਹ ਨਹੀਂ ਸਮਝਦੇ। ਤੇ ਫਰਮਾਇਆ ਕਿ ਅੱਲਾ ਇਸ ਗੱਲ ਦਾ ਗਵਾਹ ਹੈ ਕਿ ਜੇ ਅਗਰ ਤੁਹਾਨੂੰ ਰਸੂਲ ਸਮਝਦੇ ਤੇ ਜੇ ਇਹਨਾਂ ਨੂੰ ਇੱਥੇ ਡਰ ਨਾ ਹੁੰਦਾ ਤਾਂ ਆਖਰਤ ਦਾ ਤਾਂ ਡਰ ਹੁੰਦਾ ਨਾ, ਵੀ ਚਲੋ ਉਹ ਇੱਥੇ ਰਸੂਲੁल्लाह सल्लल्लाहु अलैहि वसल्लम ਨੂੰ ਨਹੀਂ ਪਤਾ ਲੱਗੇਗਾ, ਕਿਆਮਤ ਦੇ ਦਿਨ ਪਤਾ ਲੱਗ ਜਾਏਗਾ, ਫਿਰ ਕੀ ਇੱਜ਼ਤ ਰਹਿ ਗਈ। ਫਰਮਾਇਆ ਇਤਖਜ਼ੂ ਅਈਮਾਨਹੁਮ ਜੁੰਨਾ, ਇਹ ਆਪਣੀਆਂ ਕਸਮਾਂ ਨੂੰ ਬਣਾਉਂਦੇ ਆ ਢਾਲ, ਬਚਣ ਦਾ ਜ਼ਰੀਆ। ਫਸਦੂ ਅਨ ਸਬੀਲਿल्लाह, ਔਰ ਇਸ ਤਰ੍ਹਾਂ ਇਹ ਅੱਲਾਹ ਤਾਲਾ ਦਾ ਜਿਹੜਾ ਰਸਤਾ ਨਾ ਉਹਦੇ ਤੋਂ ਦੂਸਰਾਂ ਨੂੰ ਵੀ ਰੋਕਣ ਦਾ ਬਾਇਸ ਬਣਦੇ ਆ। ਯਾਨੀ ਇਹ ਉਹ ਜਿੱਦਾਂ ਕਹਿੰਦੇ ਖਰਬੂਜ਼ੇ ਨੂੰ ਖਰਬੂਜ਼ਾ ਦੇਖ ਕੇ ਰੰਗ ਪਕੜਦਾ, ਇੱਕ ਆਦਮੀ ਗਲਤ ਕਾਰ ਹੈ, ਦੂਸਰਿਆਂ ਨੂੰ ਆਪਦੇ ਅਮਲ ਨਾਲ ਵੀ ਦਾਵਤ ਦਿੰਦਾ, ਜ਼ਬਾਨ ਨਾਲ ਵੀ ਦਾਵਤ ਦਿੰਦਾ। ਇਨਹੁਮ ਸਾ ਮਾ ਕਾਨੂ ਯਾਮਲੂਨ, ਬੇਸ਼ੱਕ ਬੁਰਾ ਜਿਹੜਾ ਕੰਮ ਉਹ ਕਰਦੇ ਆ। ਜ਼ਾਲਿਕਾ ਬਿਅੰਨਹੁਮ ਆਮਨੂ, ਇਹ ਇਸ ਵਾਸਤੇ ਕਿ ਇਹ ਈਮਾਨ ਲਿਆਏ ਸੀ। ਉਹ ਈਮਾਨ ਜਦ ਲਿਆ ਉਸ ਵੇਲੇ ਤੇ ਇਹਨਾਂ ਦੇ ਦਿਲਾਂ 'ਚ ਖਰਾਬੀ ਨਹੀਂ ਸੀ ਨਾ। ਸੁੰਮ ਕਫਰੂ, ਫਿਰ ਈਮਾਨ ਲਿਆ ਕੇ ਕੁਫਰ ਦੀ ਤਰਫ ਚਲੇ ਗਏ। ਫਤੁਬਿਆ ਅਲਾ ਕੁਲੂਬਿਹਿਮ, ਤੇ ਅੱਲਾ ਨੇ ਉਹਨਾਂ ਦੇ ਦਿਲਾਂ ਦੇ ਉੱਤੇ ਮੋਹਰ ਲਗਾ ਦਿੱਤੀ। ਹੁਣ ਦੇਖੋ ਉਹ ਜਿੱਦਾਂ ਉੱਥੇ ਅਸੀਂ ਪੜ੍ਹਿਆ ਨਾ ਫਲਮ ਸੂਰਾ ਸਾਫ ਦੇ ਵਿੱਚ, ਫਲਮਾ ਅਜ਼ਾਗ ਅੱਲਾਹੁ ਕੁਲੂਬਹੁਮ, ਇੱਥੇ ਵੀ ਉਹ ਗੱਲ ਆ ਰਹੀ ਹੈ ਕਿ ਉਹਨਾਂ ਨੇ ਉਹ ਕੁਫਰ ਈਮਾਨ ਲਿਆਉਣ ਤੋਂ ਬਾਅਦ ਕੁਫਰ ਕੀਤਾ ਨਾ। ਇਹ ਕੁਫਰ ਕੀ ਕੀਤਾ? ਇਹ ਝੂਠੀਆਂ ਕਸਮਾਂ, ਦੂਸਰੇ ਤੀਸਰੇ, ਇਹ ਅਸਲ ਤਾਂ ਕੁਫਰ ਵਾਲੇ ਕੰਮ ਹੀ ਹੈ। ਫਤੁਬਿਆ ਅਲਾ ਕੁਲੂਬਿਹਿਮ, ਤੇ ਅੱਲਾ ਨੇ ਇਹਨਾਂ ਦੇ ਦਿਲਾਂ ਦੇ ਉੱਤੇ ਮੋਹਰ ਲਗਾ ਦਿੱਤੀ। ਫਹਮ ਲਾ ਯਫਕਹੂਨ, ਔਰ ਇਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਵੀ ਸਾਡੇ ਨਾਲ ਏਡਾ ਵੱਡਾ ਹਾਦਸਾ ਹੋ ਗਿਆ। ਵਾਇਜ਼ਾ ਰਾਇਤਹੁਮ ਤੁਅਜਿਬੁਕਾ ਅਜਸਾਮੁਹੁਮ, ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅਗਰ ਤੁਸੀਂ ਇਹਨਾਂ ਨੂੰ ਦੇਖੋ ਨਾ ਤੇ ਇਹਨਾਂ ਦੇ ਜਿਸਮ ਤੁਹਾਨੂੰ ਕੈਸੇ ਖੂਬਸੂਰਤ ਲੱਗਣ, ਯਾਨੀ ਬੜੇ ਅੱਛੇ, ਜਿੱਦਾਂ ਕਹਿੰਦੇ ਨਾ ਢੀਲ ਕਿੱਦਾਂ ਕਹਿੰਦੇ ਵਜੂਦ, ਡੀਲ ਡੋਲ, ਕੁਛ ਇੱਦਾਂ ਦੇ ਅਲਫਾਜ਼ ਇਸਤੇਮਾਲ ਹੁੰਦੇ ਆ। ਹੈਂ ਔਰ ਚੂੰਕਿ ਜ਼ਾਹਰ ਗੱਲ ਆ ਕਿ ਆਮ ਤੌਰ ਤੇ ਇਦਾਂ ਦੇ ਲੋਕ ਮਾਲਦਾਰ ਹੁੰਦੇ ਆ, ਬਾਹਸੀਅਤ ਹੁੰਦੇ ਆ, ਕੋਈ ਮਾਸ਼ਰੇ ਤੇ ਟੌਰ ਟੱਬਾ ਹੁੰਦਾ, ਅੱਛਾ ਲਿਬਾਸ ਪਹਿਨਣਾ, ਅੱਛੀ ਗੁਫ਼ਤਗੂ, ਇਹ ਉਹ, ਤੇ ਹੁੰਦੇ ਮੁਨਾਫਿਕ ਵਿੱਚੋਂ ਮੁਨਾਫਿਕ। ਤੇ ਉਹ ਫਰਮਾਇਆ ਵਾਇਜ਼ਾ ਰਾਇਤਹੁਮ ਤੁਅਜਿਬੁਕਾ ਅਜਸਾਮੁਹੁਮ, ਤੁਹਾਨੂੰ ਬੜਾ ਹੈ ਜਿਹੜਾ ਤਜਬ ਹੋਵੇ, ਯਾਨੀ ਬੜੇ ਬੰਦੇ ਬਾਰੋਬ ਮਹਿਸੂਸ ਹੋਣ। ਵਇਨ ਯਕੂਲੂ ਤਸਮਾ ਲਿਕੌਲਿਹਿਮ, ਔਰ ਜ਼ਾਹਰ ਹੈ ਜਿਹਨੂੰ ਬੰਦਾ ਮਹਿਸੂਸ ਕਰ ਰਿਹਾ ਹੋਵੇ ਕਿ ਬਾਰੋਬ ਹੈ ਜਾਂ ਬਾਵਕਾਰ ਬੰਦਾ ਹੈ, ਤੇ ਫਿਰ ਉਹਦੀ ਗੱਲ ਬੰਦਾ ਧਿਆਨ ਨਾਲ ਸੁਣਦਾ ਨਾ, ਕਿ ਇਹ ਸੀਰੀਅਸ ਗੱਲ ਕਰੇਗਾ, ਅੱਛੀ ਗੱਲ ਕਰੇਗਾ, ਕੋਈ ਕੀਮਤੀ ਗੱਲ ਕਰੇਗਾ। ਕਅੰਨਹੁਮ ਖੁਸ਼ਬੁਮ ਮੁਸੰਨਦਾ, ਫਰਮਾਇਆ ਇਹ ਕੁਛ ਵੀ ਨਹੀਂ ਹੈਗੇ, ਇਹ ਇੱਦਾਂ ਵਾ ਜਿਵੇਂ ਲੱਕੜੀਆਂ ਹੁਣ ਕੰਧ ਨਾਲ ਲਗਾ ਕੇ ਖੜੀਆਂ ਕੀਤੀਆਂ। ਇੱਕ ਲੱਕੜੀ ਉਹ ਹੁੰਦੀ ਜਿਹੜੀ ਆਪਣੀ ਜੜ੍ਹ ਤੇ ਖੜੋਤੀ ਹੈ, ਦਰਖਤ ਜਿਹੜਾ ਹੈ ਆਪਣੀ ਜੜ੍ਹ ਤੇ ਖੜੋਤਾ, ਜਦੋਂ ਵੱਢਿਆ ਜਾਵੇ ਤੇ ਫਿਰ ਉਹ ਖੜੋਂਦਾ ਨਹੀਂ, ਬਲਕਿ ਉਹਨੂੰ ਖੜਾ ਕਰਨਾ ਪੈਂਦਾ, ਸਹਾਰਾ ਦੇਣਾ ਪੈਂਦਾ। ਯਹਸਬੂਨ ਕੁੱਲ ਸਹੀਹਤਨ ਅਲੈਹਿਮ, ਇਹ ਸਮਝਦੇ ਆ ਹਰ ਮੁਸੀਬਤ ਇਹਨਾਂ ਵਾਸਤੇ ਹੀ ਹੈ, ਹਰ ਉੱਚੀ ਆਵਾਜ਼, ਹਰ ਜਦੋਂ ਕੋਈ ਇਹਨਾਂ ਨੂੰ ਸੱਦਿਆ ਜਾਂਦਾ ਹੈ, ਕੋਈ ਵਹੀ ਆਉਂਦੀ ਹੈ, ਇਹਨਾਂ ਨੂੰ ਇਹ ਡਰ ਹੁੰਦਾ ਕਿ ਕੋਈ ਜੰਗ ਦਾ ਹੁਕਮ ਨਾ ਆ ਗਿਆ ਹੋਵੇ, ਕੋਈ ਹੋਰ ਮੁਸੀਬਤ ਨਾ ਆ ਗਈ ਹੋਵੇ, ਕੋਈ ਹੋਰ ਮਾਲ ਨਾ ਮੰਗ ਲਿਆ ਜਾਵੇ, ਕੋਈ ਹੋਰ ਜਾਨ ਦਾ ਤਕਾਜ਼ਾ ਨਾ ਆ ਜਾਵੇ। ਹੁਮੁਲ ਉਦੁਵ, ਇਹ ਦੋਸਤ ਨਹੀਂ, ਇਹ ਦੁਸ਼ਮਣ। ਫਹਜ਼ਰਹੁਮ, ਤੇ ਇਹਨਾਂ ਤੋਂ ਬਚੋ, ਯਾਨੀ ਇਹ ਚੂੰਕਿ ਇਹਨਾਂ ਚੀਜ਼ਾਂ ਇਹਨਾਂ ਨੂੰ ਦੁਸ਼ਮਣ ਕਿਸੇ ਵੇਲੇ ਦੁਸ਼ਮਣ ਵੀ ਇਸਤੇਮਾਲ ਕਰ ਲਵੇ ਤੇ ਹੋ ਜਾਣਗੇ। ਕਾਤਲਹੁਮੁੱਲਾਹ, ਅੱਲਾ ਇਹਨਾਂ ਨੂੰ ਤਬਾਹ ਕਰੇ। ਅੰਨਾ ਯੂਫਕੂਨ, ਕਿੱਥੋਂ ਇਹ ਫੇਰੇ ਜਾਂਦੇ ਆ, ਯਾਨੀ ਕਿੱਥੇ ਤੱਕ ਪਹੁੰਚ ਕੇ ਮਹਿਰੂਮ ਰਹਿ ਗਏ, ਮੁਹੰਮਦ ਰਸੂਲੁल्लाह सल्लल्लाहु अलैहि वसल्लम ਦੇ ਕਦਮਾਂ ਤੱਕ ਪਹੁੰਚ ਕੇ ਮਹਿਰੂਮ ਰਹਿ ਗਏ। ਈਮਾਨ ਲੈ ਪਰ ਹੁਣ ਇਹ ਕੁਰਬਾਨੀ ਨਾ ਦੇ ਕੇ ਮਹਿਰੂਮ ਹੋ ਰਿਹਾ। ਉਹ ਜਿਹੜਾ ਪਿੱਛੇ ਜਿਹੜਾ ਨਾ ਸੂਰਤ ਸਾਫ ਦੇ ਵਿੱਚ ਆਇਆ ਨਾ, ਅਸਲ ਦੇ ਚ ਅੱਗੇ ਉਸੇ ਦੀ ਮਜ਼ਾਮੀਨ ਹੈ ਨਾ ਜਿਹੜੇ ਅੱਗੇ ਆ ਰਿਹਾ,
कि अल्लाह ताला ने फरमाया या अय्युहल्लज़ीना आमनू हल अदुल्लुकुम अला तिजारतिन तुनजीकुम मिन अज़ाबिन अलीम तुमिनूना बिल्लाहि व रसूलिही व तुजाहिदूना फी सबीलिल्लाहि बिअमवालिकुम व अनफुसिकुम ज़ालिकुम खैरुल लकुम इन कुंतुम तालमून। तो हुण मतलब यह है कि ਇਹ ਕਿੱਥੋਂ ਆ ਕੇ ਜਿਹੜਾ ਨਾ ਉਹ ਆ ਕੇ ਜਾਨ ਮਾਲ ਤੋਂ ਘਬਰਾ ਕੇ ਜਿਹੜਾ ਨਾ ਮਹਿਰੂਮ ਹੋ ਕੇ ਕਿੱਥੋਂ ਕਿੱਥੇ ਜਾ ਰਿਹਾ ਆ। ਵੈਜ਼ਾ ਕੀਲ ਅਲਹਮ, ਜਦੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤਾਲੂ ਯਸਤਗਫਿਰ ਲਕੁਮ ਰਸੂਲੁल्लाह, यानी कोई गलती हो गई, कमी हो गई है, तो आओ अल्लाह के रसूल कोलों, ताकि अल्लाह के रसूल तुहाडे वास्ते इस्तगफार करन। यानी अल्लाह के रसूल कोल जाओ, अपना इतराफ करो गलती का, और अल्लाह के रसूल भी तुहाडे वास्ते दुआ करनगे तो अल्लाह माफ़ कर देगा। लव्वऊ रऊसहुम, ते ये अपने सिरां नूं हिलाउंदे आ। यानी मतलब ਉਹ ਜ਼ੁਬਾਨ ਨਾਲ ਜਿਹੜਾ ਕਹਿਣ ਦੀ ਬਿਆ ਨਾ, ਉਹ ਜਦੋਂ ਨਾਪਸੰਦੀਦਾ ਹੋਵੇ ਕਿਸੇ ਦਾ ਮਸ਼ਵਰਾ ਤੇ ਬੰਦਾ ਸਿਰ ਮਾਰਦਾ ਹੈ, ਤੇ ਉਹ ਬਸ ਸਿਰ ਮਾਰਦੇ ਆ। ਵਰਾਇਤਹੁਮ, ਤੇ ਤੁਸੀਂ ਇਹਨਾਂ ਨੂੰ ਦੇਖੋਗੇ, ਯਸੁਦੂਨਾ ਵਹੁਮ ਮੁਸਤਕਬਿरून, ਤੇ ਇਹ ਅੱਲਾ ਦੇ ਰਸੂਲ ਵੱਲ ਨਹੀਂ ਆਉਣਗੇ, ਉਹ ਉਧਰ ਉਸ ਪਾਸੇ ਨਹੀਂ ਜਾਣਗੇ ਕਿ ਅਸੀਂ ਅੱਲਾ ਦੇ ਰਸੂਲ ਕੋਲ ਜਾਈਏ, ਇਤਰਾਫ ਕਰੀਏ ਤੇ ਉਹ ਸਾਡੇ ਵਾਸਤੇ ਅੱਲਾ ਕੋਲੋਂ ਤੌਬਾ ਇਸਤਗਫਾਰ ਕਰਨ ਤਾਂ ਕਿ ਅੱਲਾ ਸਾਨੂੰ ਮਾਫ ਕਰ ਦੇ। ਔਰ ਇਹ ਆਕੜਦੇ ਆ, ਇਹ ਆਪਣੇ ਆਪ ਨੂੰ ਬੜਾ ਜਿਹੜਾ ਨਾ ਉਹ ਸਮਝਦੇ ਆ। ਫਰਮਾਇਆ ਸਵਾਉਨ ਅਲੈਹਿਮ, ਬਰਾਬਰ ਹੈ ਇਹਨਾਂ ਵਾਸਤੇ, ਅਸਤਗਫਰਤ ਲਹੁਮ, ਤੁਸੀਂ ਇਹਨਾਂ ਵਾਸਤੇ ਬਖਸ਼ਿਸ਼ ਮੰਗੋ, ਅਮ ਲਮ ਤਸਤਗਫਿਰ ਲਹੁਮ, ਤੇ ਭਾਵੇਂ ਨਾ ਮੰਗੋ, लन यगफिर अल्लाहु लहुम, अल्लाह इन्हों माफ़ नहीं करेगा। और सूरा तौबा की आयत नंबर 80 च आया, इस्तगफिर लहुम औ ला तस्तगफिर लहुम इन तस्तगफिर लहुम सबईन मर्रतन फलन यगफिर अल्लाहु लहुम। अगर 70 वार भी जड़ा ना वो तुसी तौबा करोगे तो फिर भी अल्लाह कहता मैं नहीं कबूल करांगा। ऐसे उस उदा फरमाया, अल्लाह नहीं माफ़ करेगा। इन अल्लाह ला यहदिल कौमल फासिकीन, और अल्लाह ऐसे फासिकां नूं जबरदस्ती हिदायत नहीं दिंदा। हुमुल्लज़ीना यकूलून, यही वो लोग आ कि जिन्हां ने आख्या ला तुनफिकू अला मन इंदा रसूलिल्लाह, ना खर्च करो जेड़े रसूल दे साथी आ उन्हां दे उत्ते, हत्ता यनफदू, हत्ता के ये आपे ही जेड़ा ना चले जाणगे, यानी आपे ही भुख वगैरह जेड़े ओदी वजह तो चले जाण। असल वाक़या इदां समझ लो कि ये गज़वा बनी मुस्तलिक है, तो उसों वापसी दे उत्ते ना एक जगह दे उत्ते पानी दे कोल जेड़ा ठहरे सीगे मुसलमान, ते उत्थे पानी लैण वास्ते या पानी भरन वास्ते ना एक अंसारी गुलाम ते एक जेड़ा ना वो महाजर गुलाम, महाजर जेड़ा सी उमर फारूक रज़ी अल्लाह तआला अन्हु दा खादम सी या गुलाम सीगा, ते दूसरा इंसार दा सीगा। उन्हां दा पानी भरन तो या पानी लैण तो कोई झगड़ा हो गया, और जब झगड़ा हो गया तो वो अंसारी ने अंसार नूं सद्दिया और महाजर ने महाजरां नूं सद्दिया। बहरहाल उत्थे जाके ना वो लगा सी कोई रौला बन कि दोनों पार्टियां दा, वो जिद्दां हुंदा सी पुराना, ते वो फिर उत्थे जेड़ा ना वो सियाणे बंदे पै ते उन्हां ने मना कीता। वो जिस वेले खैर वो लड़ाई तो नहीं होण दित्ती, बस एक दो जेड़ा उन्हां ने आपस च एक दूसरे नूं कोई थप्पड़ मुक्का मार लिया, लत्त मार लई, वो मार लई। हुण उस तो बाद गल ते मुक गई, फिर लोग अपने दूर दूर होके बैठ गए जिद्दां अपने जगह दे उत्ते। ते हुण अब्दुल्ला इबन अबई जेड़ा ना वो चूंकि ਉਹਨੂੰ ਕੋਈ ਦੋ ਲੱਤਾਂ ਵੱਧ ਵੱਜ ਗਈਆਂ ਹੋਣਗੀਆਂ ਜਿਹੜਾ ਇਨਸਾਰ ਦਾ ਬੰਦਾ ਸੀਗਾ। ਬਹਰਹਾਲ ਉਹ ਵੀ ਸਾਡੇ ਲਈ ਤੇ ਮਤਲਬ ਜ਼ਾਹਿਰ ਅੱਲਾ ਜਾਣੇ ਅੱਲਾਹ ਤਾਲਾ ਦੇ ਹਾਂ ਉਹਨਾਂ ਦਾ ਕਿੰਨਾ ਮੁਕਾਮ ਸੀਗਾ। ਬਹਰਹਾਲ ਮਤਲਬ ਇਹ ਹੈ ਵੀ ਅਸੀਂ ਤੇ ਉਹਨਾਂ ਸਭ ਦਾ ਸਾਡੇ ਵਾਸਤੇ ਤੇ ਸਾਰੇ ਹੀ ਇੱਜ਼ਤ ਦਾ ਬਾਇਸ ਆ। ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਨਾਲ ਆ ਆਪਣੇ, ਉਹਨਾਂ ਨੇ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਦੇਖਿਆ। ਬਹਰਹਾਲ ਇੱਕ ਬਾਤ ਹੈ ਕਿ ਉਹਨੂੰ ਕੋਈ ਜ਼ਿਆਦਾ ਮਾਰ ਦਿੱਤਾ ਹੋਏਗਾ। ਤੇ ਉਹ ਫਿਰ ਜਿਹੜੇ ਨਾ ਜਿਹੜਾ ਅਬਦੁੱਲਾ ਇਬਨ ਅਬਈ ਹੈ ਉਹ ਬਾਅਦ ਦੇ ਵਿੱਚ ਨਾ ਅੰਸਾਰ ਦੇ ਨਾਲ ਬਹਿ ਕੇ ਤੇ ਕੋਈ ਉਹ ਅੰਸਾਰ ਵੀ ਜਿਹੜੇ ਉਸ ਕਿਸਮ ਦੇ ਸੀਗੇ ਜਿਹੜੇ ਉਹਦੀ ਗੱਲ ਨੂੰ ਅਹਿਮੀਅਤ ਦਿੰਦੇ ਸੀ, ਉਹਨਾਂ ਨੂੰ ਕਹਿਣ ਲੱਗਾ ਕਿ ਇਹ ਹੁਣ ਤੁਹਾਨੂੰ ਇਸ ਤਰ੍ਹਾਂ ਮਾਰਨ ਲੱਗ ਪਿਆ ਆ। ਯਾਨੀ ਇਹ ਮਹਾਜਰ ਹੋ ਕੇ ਆਏ ਸੀ ਸਾਡੇ ਘਰਾਂ 'ਚ, ਅਸੀਂ ਇਹਨਾਂ ਨੂੰ ਘਰ ਵੀ ਦਿੱਤੇ, ਰਹਿਸ਼ਾਂ ਵੀ ਦਿੱਤੀਆਂ, ਖਾਣ ਪੀਣ ਨੂੰ ਦਿੱਤਾ, ਤੇ ਹੁਣ ਇਹ ਰਹਿਣ ਲੱਗ ਪਿਆ ਇੱਥੇ, ਤੇ ਹੁਣ ਇਹ ਸਾਨੂੰ ਕੁੱਟਣ ਮਾਰਨ ਲੱਗ ਪਿਆ। ਤੇ ਉਹਨੇ ਬੜੇ ਬੁਰੇ ਅਲਫਾਜ਼ ਇਸਤੇਮਾਲ ਕੀਤੇ ਸੀ। ਉਹ ਤੇ ਖੈਰ ਮੈਂ
नहीं चाहता कि मैं ਉਹਦੇ ਅਲਫਾਜ਼ ਜਿਹੜੇ ਉਹਨਾਂ ਦਾ ਜ਼ਿਕਰ ਕਰਾਂ। ਲੇਕਿਨ ਬਹਰਹਾਲ ਉਹਨੇ ਇਹ ਕਿਹਾ ਵੀ ਹੁਣ ਅਸੀਂ ਜਿਹੜਾ ਨਾ ਉਹ ਮਦੀਨੇ ਚੱਲਾਂਗੇ ਤੇ ਤੁਸੀਂ ਮੇਰੇ ਨਾਲ ਖੜੋਵੋ ਤੇ ਅਸੀਂ ਇਹਨਾਂ ਨੂੰ ਜਿਹੜਾ ਨਾ ਉਹ ਮਦੀਨੇ ਨਹੀਂ ਵੰਡ ਦੇਣਾ। ਕਿਹਨਾਂ ਨੂੰ ਨਹੀਂ ਵੰਡ ਦੇਣਾ? ਇਹ ਮੁਹਾਜਰਾਂ ਨੂੰ ਜਿਹੜਾ ਨਾ ਅਸੀਂ ਮਦੀਨੇ ਨਹੀਂ ਆਉਣ ਦੇਣਾ। ਤੇ ਇਸੇ ਤਰ੍ਹਾਂ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਇਹਨਾਂ ਦਾ ਖਰਚਾ ਪਾਣੀ ਬੰਦ ਕਰੋ ਹੈਂ, ਤੇ ਆਪੇ ਹੀ ਇਹਨਾਂ ਨੇ ਮੁੜ ਇੱਥੋਂ ਚਲੇ ਜਾਣਾ ਵਾ। ਇੱਦਾਂ ਦੀਆਂ ਗੱਲਾਂ ਉਹਨੇ ਕਹਿਣ ਲੱਗ ਪਿਆ ਹੈਂ। ਇੱਥੇ ਹੁਣ ਆਪਾਂ ਪੜਾਂਗੇ ਤੇ ਬਹਰਹਾਲ ਜਿਸ ਵੇਲੇ ਉਹ ਇੱਦਾਂ ਦੀਆਂ ਗੱਲਾਂ ਕਰ ਰਿਹਾ ਸੀ ਤੇ ਉੱਥੇ ਇੱਕ ਅੰਸਾਰੀ ਸਹਾਬੀ ਬੱਚੇ ਸੀਗੇ ਜ਼ੈਦ ਬਿਨ ਅਰਕਮ ਰਜ਼ੀ ਅੱਲਾਹ ਤਾਲਾ ਅਨਹੂ, ਉਹ ਵੀ ਮੌਜੂਦ ਸੀ। ਉਹਨਾਂ ਨੇ ਗੱਲ ਸੁਣ ਲਈ। ਉਹਨਾਂ ਨੇ ਆ ਕੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਦੱਸੀ। ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਿਰ ਅਬਦੁੱਲਾ ਇਬਨ ਅਬਈ ਨੂੰ ਸੱਦਿਆ ਤੇ ਅਬਦੁੱਲਾ ਇਬਨ ਅਬਈ ਕਹਿਣ ਲੱਗਾ ਜੀ ਤੁਸੀਂ ਇੱਕ ਬੱਚੇ ਦੀ ਗੱਲ ਸੁਣ ਕੇ ਇਹਦੀ ਗੱਲ ਦਾ ਇਤਬਾਰ ਕਰਦੇ ਹੋ, ਇਹ ਸੱਚ ਨਹੀਂ ਕਹਿ ਰਿਹਾ, ਮੈਂ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ। ਬਹਰਹਾਲ ਉਹ ਬਾਅਦ 'ਚ ਅੱਲਾਹ ਤਾਲਾ ਨੇ ਉਹਦੀ ਤਸਦੀਕ ਕੀਤੀ। ਇਹ ਵਾਕਿਆ ਇੱਥੇ ਬਿਆਨ ਹੋ ਰਿਹਾ ਵਾ। ਤੇ ਫਿਰ ਉਹ ਵਾਕਿਆ ਵੀ ਇੱਦਾਂ ਹੋਇਆ ਕਿ ਅਬਦੁੱਲਾ ਇਬਨ ਅਬਈ ਦਾ ਇੱਕ ਬੇਟਾ, ਉਹਦਾ ਨਾਮ ਵੀ ਅਬਦੁੱਲਾ ਸੀ। ਬਹੁਤ ਸਾਲੇ ਔਰ ਬਹੁਤ ਹੀ ਮਤਲਬ ਇਹ ਹੈ ਕਿ ਆਲਾ ਦਰਜੇ ਦੇ ਸਹਾਬੀ ਸਾਬਤ ਹੋਏ। ਔਰ ਉਹ ਫਿਰ ਜਿਸ ਵੇਲੇ ਮਦੀਨੇ ਵੜਨ ਲੱਗੇ ਨਾ ਵਾਪਸ, ਤੇ ਉਹ ਖੜਾ ਹੋ ਗਿਆ ਤਲਵਾਰ ਲੈ ਕੇ। ਉਹਨੇ ਕਿਹਾ ਵੀ ਤੂੰ ਕਿਹਾ ਸੀਗਾ ਜਿਹੜਾ ਤਾਕਤਵਰ ਹੋਏਗਾ ਉਹ ਕਮਜ਼ੋਰ ਨੂੰ ਕੱਢ ਦੇਗਾ, ਤੇ ਹੁਣ ਤੂੰ ਜਿਹੜਾ ਨਾ ਅਗਰ ਮਦੀਨੇ 'ਚ ਵੜਿਆ ਤੇ ਤੈਨੂੰ ਮੈਂ ਵੱਢ ਦੇਵਾਂਗਾ। ਬਹਰਹਾਲ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਮਨਾ ਕੀਤਾ, ਲੇਕਿਨ ਉਹਨੇ ਕਿਹਾ ਵੀ ਤੂੰ ਇਹ ਗੱਲ ਮੰਨ ਕਿ ਤੂੰ ਜ਼ਲੀਲ ਹੈ, ਤੂੰ ਕਮਜ਼ੋਰ ਹੈ, ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਇੱਜ਼ਤਦਾਰ ਹੈ, ਤਾਕਤਵਰ ਹੈ। ਫਿਰ ਉਹਨੇ ਕਿਹਾ ਤੇ ਉਹਨੂੰ ਵੜਨ ਦਿੱਤਾ। ਬਹਰਹਾਲ ਫਰਮਾਇਆ ਕਿ ਉਹ ਉਹਨਾਂ ਦੀ ਇਹ ਗੱਲ ਚੱਲ ਰਹੀ ਹੈ ਨਾ, ਹੁਮੁੱਲਜ਼ੀਨਾ ਯਕੂਲੂਨ, ਇਹੀ ਹੈ ਜਿਹੜੇ ਕਹਿੰਦੇ ਆ ਲਾ ਤੁਨਫਿਕੂ ਮਨ ਇੰਦਾ ਰਸੂਲਿल्लाह, ਖਰਚ ਨਾ ਕਰੋ ਤੁਸੀਂ ਜਿਹੜੇ ਰਸੂਲ ਦੇ ਨਾਲ ਬੰਦੇ ਆ ਉਹਨਾਂ ਤੇ, ਹੱਤਾ ਯਨਫਦੂ, ਹੱਤਾ ਕਿ ਇਹਨਾਂ ਨੇ ਆਪੇ ਹੀ ਚਲੇ ਜਾਣਾ। ਵਲਿਲਾਹਿ ਖਜ਼ਾਇਨੁ ਸਮਵਾਤ ਵਲ ਅਰਦ, ਔਰ ਅੱਲਾ ਦੇ ਹੀ ਕਬਜ਼ੇ 'ਚ ਸਾਰੇ ਖਜ਼ਾਨੇ ਜਿਹੜਾ ਨਾ ਉਹ ਆਸਮਾਨ ਤੇ ਜ਼ਮੀਨ ਦੇ। ਵਲਾਕਿਨਲ ਮੁਨਾਫਿਕੀਨ ਲਾ ਯਫਕਹੂਨ, ਲੇਕਿਨ ਮੁਨਾਫਿਕਾਂ ਨੂੰ ਇਹ ਸਮਝ ਨਹੀਂ ਹੈਗੀ, ਔਰ ਇਹ ਸਮਝਦੇ ਆ ਕਿ ਸਾਡਾ ਦਿੱਤਾ ਖਾਂਦੇ ਆ ਮਾਜਰ, ਅਸੀਂ ਰੱਖਿਆ, ਨਹੀਂ ਤੇ ਇਹਨਾਂ ਨੂੰ ਠਿਕਾਣਾ ਨਾ ਲੱਭੇ। ਯਕੂਲੂਨਾ ਲਾ ਇਰਜਾਨਾ ਇਲਲ ਮਦੀਨਾ, ਇਸੇ ਵਾਸਤੇ ਹੀ ਇਹਨਾਂ ਨੂੰ ਸਮਝ ਨਹੀਂ ਤੇ ਕਹਿੰਦੇ ਆ ਕਿ ਅਗਰ ਅਸੀਂ ਵਾਪਸ ਜਾਵਾਂਗੇ ਨਾ ਮਦੀਨੇ, ਯਾਨੀ ਹੁਣ ਰਸਤੇ 'ਚ ਹੈ ਨਾ ਜਾ ਰਿਹਾ ਵਾਪਸ ਮਦੀਨੇ, ਤੇ ਲਾ ਯੁਖਰਿਜਨਲ ਅਜ਼ੁ ਮਿਨਹਲ ਅਜ਼ਲ, ਤੇ ਜ਼ਰੂਰ ਕੱਢ ਦੇਵੇਗਾ ਤਾਕਤਵਰ ਜਿਹੜਾ ਉਹ ਕਮਜ਼ੋਰ ਨੂੰ। ਯਾਨੀ ਮਦੀਨੇ ਵਾਲੇ ਜਿਹੜੇ ਆ ਅਗਰ ਮੇਰੇ ਨਾਲ ਖੜੋਣ ਤੇ ਅਸੀਂ ਤਾਕਤਵਰ ਹਾਂ, ਅਸੀਂ ਇਹਨਾਂ ਨੂੰ ਵੜਨ ਹੀ ਨਹੀਂ ਦਿੰਦੇ ਮਦੀਨੇ, ਇਹ ਮਹਾਜਰਾਂ ਨੂੰ। ਇਹ ਫਿਰ ਸਾਰਾ ਹੁਣ ਆ ਕੇ ਯਾਨੀ ਅਸੀਂ ਇਹਨਾਂ ਨੂੰ ਅੱਗੇ ਵੜਨ ਦਿੱਤਾ, ਇੱਥੇ ਸੰਭਾਲਿਆ, ਇਹ ਹੁਣ ਸਾਨੂੰ ਸਾਡੇ ਨਾਲ ਲੜਾਈਆਂ ਕਰਨ ਲੱਗ ਪਿਆ ਜਿੱਦਾਂ ਕਹਿੰਦੇ। ਵਲਿਲਾਹਿਲ ਇਜ਼੍ਜ਼ਤੁ ਵਲ ਰਸੂਲਿhi ਵਲ ਮੁਅਮਿਨੀਨ, ਇੱਜ਼ਤ ਤਾਕਤ ਇਹ ਅੱਲਾ ਵਾਸਤੇ ਆ, ਉਹਦੇ ਰਸੂਲ ਦੇ ਵਾਸਤੇ ਆ, ਔਰ ਈਮਾਨ ਵਾਲਿਆਂ ਦੇ ਵਾਸਤੇ ਆ। ਵਲਾਕਿਨਲ ਮੁਨਾਫਿਕੀਨ ਲਾ ਯਅਲਮੂਨ, ਲੇਕਿਨ ਮੁਨਾਫਿਕ ਇਸ ਗੱਲ ਨੂੰ ਨਹੀਂ ਸਮਝਦੇ। ਯਾ ਅਯੁਹੱਲਜ਼ੀਨਾ ਆਮਨੂ, ਐ ਈਮਾਨ ਵਾਲਿਓ, ਲਾ ਤੁਲਹਿਕੁਮ ਅਮਵਾਲੁਕੁਮ ਵਲਾ ਔਲਾਦੁਕੁਮ ਅਨ ਜ਼ਿਕਰਿल्लाह, ਤੁਹਾਨੂੰ ਤੁਹਾਡੇ ਮਾਲ, ਹੁਣ ਅਸਲ ਦੇ ਵਿੱਚ ਇਹ ਜਿਹੜੀਆਂ ਆਇਤਾਂ ਨਾ ਉਹ ਪਿੱਛੇ ਤਾਂ ਹੈ ਸੀ ਮੁਨਾਫਕਾਂ ਦਾ ਜ਼ਿਕਰ। ਹੁਣ ਨਫਾਕ ਜਿਹੜਾ ਜਾਂ ਮੁਨਾਫਕਤ ਜਿਹੜੀ ਹੈ ਨਾ, ਇਹ ਮਾਲ ਦੀ ਮੁਹੱਬਤ, ਜਾਨ ਔਰ ਮਾਲ ਜਿਹੜਾ ਨਾ ਇਹ ਨਹੀਂ ਖਰਚ ਕਰਨ ਨੂੰ ਦਿਲ ਕਰਦਾ ਨਾ। ਤੇ ਹੁਣ ਅੱਲਾਹ ਤਾਲਾ ਨੇ ਇਹ ਦੱਸਿਆ ਵੀ ਮਾਲ ਖਰਚ ਕਰੋਗੇ ਤੇ ਤੁਹਾਡੇ ਦਿਲੋਂ 'ਚ ਨਫਾਕ ਸਾਫ਼ ਹੋਣਾ। ਇਹ ਇਲਾਜ ਆ ਇਹਨਾਂ ਤਿੰਨ ਆਇਤਾਂ 'ਚ ਦੱਸਿਆ। फरमाया या अय्युहल्लज़ीना आमनू ला तुहलिकुम अमवालुकुम वला औलादुकुम अन ज़िक्रिल्लाह, ਤੁਹਾਨੂੰ ਗਾਫਲ ਨਾ ਕਰੇ ਤੁਹਾਡੇ ਮਾਲ ਤੇ ਨਾ ਤੁਹਾਡੀਆਂ ਔਲਾਦਾਂ ਅੱਲਾ ਦੀ ਯਾਦ ਤੋਂ। ਵਮਨ ਯਫਲ ਜ਼ਾਲਿਕਾ, ਜਿਹੜਾ ਇਦਾਂ ਕਰੇਗਾ, ਯਾਨੀ ਜਿਹਨੂੰ ਵੀ ਉਹਦੇ ਮਾਲ ਔਲਾਦ ਨੇ ਗਾਫਲ ਕਰ ਦਿੱਤਾ, ਫਉਲਾਇਕਾ ਹੁਮੁਲ ਖਾਸਿरून, ਤੇ ਉਹ ਹੋਣਗੇ ਬਹੁਤ ਜ਼ਿਆਦਾ ਘਾਟੇ ਵਾਲੇ। व अनफिकू मिम्मा रज़क़नाकुम, ਤੇ ਹੁਣ ਖਰਚ ਕਰੋ, ਯਾਨੀ ਇਹ ਜਿਹਦੀ ਉਹਦਾ ਤੋਂ ਨਫਾਕ ਪੈਦਾ ਹੋਇਆ ਨਾ, ਉਹ ਇਹ ਹੈ ਕਿ ਤੁਸੀਂ ਅੱਲਾ ਦੇ ਰਸਤੇ ਦੇ ਉੱਤੇ ਲਾਉਣਾ ਨਹੀਂ ਚਾਹੁੰਦੇ, ਔਰ ਇਹਨੇ ਤੁਹਾਨੂੰ ਮੁਨਾਫਿਕ ਬਣਾ ਦਿੱਤਾ, ਜਾਨ ਮਾਲ ਨਹੀਂ ਲਾਉਣਾ ਚਾਹਦੇ।
व अनफिकू मिम्मा रज़क़नाकुम, खर्च करो जेड़ा रिस्क असी तुहानू दिता है। मिन कबल अन याति अहदकुमुल मौत, उस तो पहले पहले कर लो कि तुहाडे चों किसी दी मौत दा वेला आवे। फयकूल रब्बि लौला अखरतनी इला अजलिन करीब, ते फिर वो कहे कि ऐ मेरे रब तू मैनू थोड़ा जिहा वक्त होर क्यों नहीं दिता। यानी मौत पर आ गई, थोड़ा टाइम दिंदा की करना सी। फअसद्दका, ते मैं सदका करदा। व अकुम मिन सालिहीन, ते मैं साले बन के रहिंदा। फरमाया वलन युअखिर अल्लाहु नफ्सन इज़ा जा अजलुहा, ते अल्लाह किसी नू भी वक्त नहीं देगा, मुअखर नहीं करेगा, किसी नू टाइम नहीं देगा जदों दा टाइम आ गया। लिहाजा तुसी उस वेले दा इंतजार ना करो, तुसी पहले पहले खर्च कर लो। वल्लाहु खबीरुम बिमा तामलून, और अल्लाह खबरदार है जो कुछ भी तुसी करदे हो। अल्हम्दुलिल्लाह जी, सूरा मुनाफिकीन मुकम्मल हो गई। अकूलु कौली हाज़ा वस्तगफिरहु ली व लकुम व लिसाइरिल मुस्लिमीन वल मुस्लिमात।